ठीक है जी ठीक हो गया जी। जी आਇਆਂ ਨੂੰ ਜੀ। ਤੁਹਾਨੂੰ ਅਸੀਂ ਦੱਸਾਂਗੇ ਜੀ ਅੱਜ ਕਿ ਸਾਡੇ ਨਾਲ ਅੱਜ ਦੇ ਮਹਿਮਾਨ ਪਰਮ ਕਲਾਰਾ ਸਾਹਿਬ ਇੰਡੀਆ ਤੋਂ ਚੰਡੀਗੜ੍ਹ ਹੱਬ ਤੋਂ ਸਾਡੇ ਨਾਲ ਮੌਜੂਦ ਨੇ। ਅੱਜ ਦਾ ਸੈਸ਼ਨ ਸਾਡਾ ਜਿਹੜਾ ਤੁਸੀਂ ਸੁਣਿਆ ਹੋਏਗਾ ਆਲਰੇਡੀ, ਬੜਾ ਕਰੋਨਾ ਤੇ ਅਸੀਂ ਆਲਰੇਡੀ ਗਲੋਬਲਸ਼ਿਪ ਫੈਸਲਾਬਾਦ ਵਾਲੇ ਬਹੁਤ ਇਹਨਾਂ ਚੀਜ਼ਾਂ ਤੇ ਚੱਲ ਰਹੇ ਸਨ, ਬਹੁਤ ਆਪਣੀ ਵਰਕਿੰਗ ਕਰ ਰਹੇ ਸਨ। ਲੇਕਿਨ ਜਿਹੜਾ ਸਾਡਾ ਅੱਜ ਦਾ ਸੈਸ਼ਨ ਹੈਗਾ ਇਹ ਸਾਡਾ ਪਾਕਿਸਤਾਨ ਔਰ ਇੰਡੀਆ ਦੇ ਦਰਮਿਆਨ ਇੱਕ ਜਿਹੜੀ ਦੂਰੀ ਹੈਗੀ ਉਹਨੂੰ ਖਤਮ ਕਰਨ ਵਾਸਤੇ ਕਿ ਅਸੀਂ ਇਹ ਕਰੋਨਾ ਦੀ ਵਬਾ ਦੇ ਦੌਰਾਨ ਜਿਹੜਾ ਹੈਗਾ ਅਸੀਂ ਬੜੇ ਦੂਰ ਦੂਰ ਬੈਠੇ ਹਾਂ ਔਰ ਅਸੀਂ ਆਪਣੀ ਚੀਜ਼ਾਂ ਨੂੰ, ਆਪਣੇ ਜਿਹੜੇ ਸਾਡੇ ਆਈਡੀਆਜ਼ ਹੈਗੇ ਨੇ, ਸਾਡੇ ਖਿਆਲਾਤ ਜਿਹੜੇ ਹੈਗੇ ਨੇ ਉਹ ਅਸੀਂ ਸ਼ੇਅਰ ਨਹੀਂ ਕਰ ਪਾ ਰਹੇ, ਅਸੀਂ ਆਪਸ ਵਿੱਚ ਇਸ਼ਤਰਾਕ ਨਹੀਂ ਕਰ ਪਾ ਰਹੇ। ਇਹਨਾਂ ਦਾ ਅਸੀਂ ਇਸ਼ਤਰਾਕ ਕਰਨ ਵਾਸਤੇ ਅੱਜ ਦਾ ਜਿਹੜਾ ਮਿਲਨ ਮਿਲਾਨ ਹੈਗਾ ਅੱਜ ਅਸੀਂ ਤੁਹਾਡੇ ਅੱਗੇ ਰੱਖਿਆ। ਤੇ ਅੱਜ ਦੀ ਸਾਡੀ ਇਸ ਬੈਠਕ ਦੇ ਵਿੱਚ ਸਾਡੇ ਕੋਲ ਸਾਡੇ ਪਹਿਲੇ ਮਹਿਮਾਨ ਪਰਮ ਕਲਾਰਾ ਸਾਹਿਬ ਚੰਡੀਗੜ੍ਹ ਹੱਬ ਤੋਂ, ਔਰ ਸਾਡੇ ਨਾਲ ਪ੍ਰਟਕ ਸਾਹਿਬ ਸਾਡੇ ਇੰਡੋਰ ਹੱਬ ਤੋਂ ਸਾਡੇ ਨਾਲ ਮੌਜੂਦ ਹੈਗੇ ਨੇ। ਤੇ ਅੱਜ ਅਸੀਂ ਆਪਣੇ ਮਹਿਮਾਨਾਂ ਨੂੰ, ਸਾਡੇ ਨਾਲ ਇੱਕ ਤੀਸਰੇ ਮਹਿਮਾਨ ਵੀ ਥੋੜੀ ਦੇਰ ਤੱਕ ਆ ਜਾਂਦੇ ਨੇ, ਲਾਹੌਰ ਤੋਂ ਪਾਕਿਸਤਾਨ ਤੋਂ ਹੈਗੇ ਨੇ ਉਹ ਵੇਦ ਸਾਹਿਬ। ਉਹਨਾਂ ਦੇ ਕੁਝ ਟੈਕਨੀਕਲ ਇਸ਼ੂਜ਼ ਦੀ ਵਜ੍ਹਾ ਤੋਂ ਉਹ ਕੁਝ ਇੰਤਜ਼ਾਰ 'ਚ ਹੈਗੇ। ਤੇ ਜਿਵੇਂ ਹੀ ਉਹ ਆਉਂਦੇ ਨੇ ਇਨਸ਼ਾਅੱਲਾ ਅਸੀਂ ਆਪਣਾ ਸੈਸ਼ਨ ਕੰਟੀਨਿਊ ਕਰਨ ਲੱਗੇ ਹਾਂ। ਤੇ ਜੀ ਆਇਆਂ ਨੂੰ ਸਾਡੇ ਮਹਿਮਾਨਾਂ ਨੂੰ, ਸਾਡੇ ਮਹਿਮਾਨ ਪਰਮ ਕਲਾਰਾ ਸਾਹਿਬ ਜੀ ਆਇਆਂ ਨੂੰ ਜੀ। ਪ੍ਰਟਕ ਸਾਹਿਬ ਤੁਹਾਨੂੰ ਜੀ ਆਇਆਂ ਨੂੰ। ਤੇ ਅੱਜ ਦੇ ਮੌਜੂ ਤੇ ਗੱਲ ਹੋ ਰਹੀ ਸੀ ਕਿ ਸਟ੍ਰੈਟੇਜਿਕ ਰੋਡ ਮੈਪ ਜਿਹੜਾ ਹੈਗਾ ਕਰੋਨਾ ਦੇ ਬਾਰੇ 'ਚ ਅਸੀਂ ਕੀ ਕਰ ਸਕਦੇ ਹਾਂ, ਤੇ ਇਹਨਾਂ ਚੀਜ਼ਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਤੇ ਇਹਦੇ ਨਾਲ ਨਾਲ ਅਸੀਂ ਚਾਹਾਂਗੇ ਜੀ ਤੁਸੀਂ ਆਪਣਾ ਜਿਹੜਾ ਤਾਰਫ ਹੈਗਾ ਉਹ ਲਾਜ਼ਮੀ ਕਰਵਾਓਗੇ ਤਾਂ ਕਿ ਜਿਹੜੀ ਸਾਡੀ ਜਿਹੜੀ ਸੁਣਨ ਵਾਲੀ ਆਡੀਅנס ਹੈਗੀ, ਜਿਹੜੇ ਸਾਡੇ ਸੁਣਨ ਵਾਲੇ, ਤੇ ਅਸੀਂ ਪਰਮ ਕਲਾਰਾ ਸਾਹਿਬ ਨੂੰ हाँ जी हेलो। आई थिंक ऑडियो प्रॉब्लम आ रही है ना, तो मैं स्टार्ट कर देना अपनी इंट्रोडक्शन। मेरा नाम परम कालरा है जी। मैं चंडीगढ़ अब ग्लोबल शेपर्स तो हाँ इंडिया तो मैं वैसे तो आई एम बिजनेसमैन। मेरे दो तीन काम ने जी, दो तीन बिजनेस है। मेरी कोवर्किंग स्पेसेस हैगियां चंडीगढ़ रीजन ਇਹਦੇ 'ਚ ਅਸੀਂ ਸਟਾਰਟਅਪਸ ਨੂੰ, ਨਵੇਂ ਐਂਟਰਪ੍ਰੈਨਿਓਰਸ ਨੂੰ, ਨਵੇਂ ਜਿਹੜੇ ਬੱਚੇ ਕਾਲਜਿਸ 'ਚ ਆਉਂਦੇ ਉਹਨਾਂ ਨੂੰ ਅਸੀਂ ਸਪੋਰਟ ਕਰਦੇ ਹਾਂ ਤਾਂ ਕਿ ਉਹ ਸਟਾਰਟਅਪ ਕਰ ਸਕਣ, ਬਿਜ਼ਨੈਸਿਸ ਬਣਾ ਸਕਣ ਆਪਣੇ। ਐਂਡ ਉਹਨਾਂ ਨੂੰ ਅਸੀਂ ਆਫਿਸ ਸਪੇਸ ਦਿੰਦੇ ਹਾਂ, ਸਾਰੀ ਸਪੋਰਟ ਦਿੰਦੇ ਹਾਂ, ਜੋ ਵੀ ਉਹਨਾਂ ਨੂੰ ਮੈਂਟੋਰਿੰਗ ਵਗੈਰਾ ਕੁਝ ਵੀ ਚਾਹੀਦਾ ਹੁੰਦਾ। ਤੇ ਇਹਦੇ ਨਾਲ ਹੀ ਮੇਰੀ ਇੱਕ ਆਈਟੀ ਸਰਵਿਸਿਜ਼ ਕੰਪਨੀ ਵੀ ਹੈ, ਸਤਨਾਮ ਇਨਫੋਸਿਸ ਦੇ ਨਾਮ ਤੋਂ। ਤੇ ਇਹਦੇ 'ਚ ਅਸੀਂ ਵੈਬਸਾਈਟਸ ਐਂਡ ਸੌਫਟਵੇਅਰਸ ਬਣਾਉਂਦੇ ਹਾਂ ਔਨ ਡਿਮਾਂਡ। ਐਂਡ ਹਾਂਜੀ ਸਾਡਾ ਬੇਸ ਜਿਹੜਾ ਹੈ ਦੈਟ ਇਹ ਹੈਗਾ ਚੰਡੀਗੜ੍ਹ 'ਚ। ਤੇ ਫਿਲਹਾਲ ਮੈਂ ਲੁਧਿਆਣੇ ਆ ਬਿਕਾਜ਼ ਲੋਕਡਾਊਨ ਹੋਇਆ ਤੇ ਕਿਤੇ ਵੀ ਬਾਹਰ ਨਹੀਂ ਨਿਕਲਿਆ ਜਾ ਰਿਹਾ। ਲੁਧਿਆਣੇ 'ਚ ਮੇਰੇ ਪੇਰੈਂਟਸ ਰਹਿੰਦੇ ਆ, ਮੇਰੇ ਮੰਮੀ ਡੈਡੀ ਰਹਿੰਦੇ ਆ, ਤੇ ਮੈਂ ਲੁਧਿਆਣੇ ਆਇਆ ਹੋਇਆ। ਤੇ ਮੌਜਾਂ 'ਚ ਤੁਸੀਂ ਯਾਨੀ ਕਿ ਆਪਣੇ ਵਾਲਦੈਨ ਦੀਆਂ ਪਰਛਾਵਾਂ ਤੇ ਵਾਲਦੈਨ ਦੇ ਜ਼ੇਰੇ ਸਾਇਆ ਆਪਣਾ ਟਾਈਮ ਗੁਜ਼ਾਰ ਰਹੇ ਹੋ। ਹੈ ਜਿਹੜਾ ਅਸੀਂ ਬਿਲਕੁਲ ਯਾਨੀ ਕਿ ਨਾ ਬਾਉਂਡ ਹੋ ਗਿਆ, ਯਾਨੀ ਕਿ ਜਿਹਨੂੰ ਕਹਿੰਦੇ ਨਾ ਕਰੋਨਾ ਦੀ ਵਬਾ ਦੀ ਵਜ੍ਹਾ ਤੋਂ ਅਸੀਂ ਹਰ ਚੀਜ਼ ਦਾ, ਸਾਡੀ ਹਰ ਕੰਮ ਰੁਕਿਆ ਪਿਆ ਸੀ। ਲੇਕਿਨ ਇੱਕ ਘਰ ਹੈਗਾ, ਘਰ ਫਿਰ ਵੀ ਦਿਲ ਲੱਗ ਜਾਂਦਾ ਜੀ, ਕੋਈ ਬੰਦਾ ਸਹੀ ਦਿਲ ਲੱਗਾ ਰਹਿੰਦਾ ਫਿਰ ਆਪਣੇ। ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਬਹੁਤ ਜ਼ਰੂਰੀ ਟਾਈਮ ਹੈ ਇਹ। ਬਿਲਕੁਲ ਬਹੁਤ ਜ਼ਰੂਰੀ ਟਾਈਮ ਹੈ। ਅਸੀਂ ਆਪਣੀ ਲਾਈਫ 'ਚ ਇੰਨੇ ਜ਼ਿਆਦਾ ਬਿਜ਼ੀ ਹਾਂ। ਬਿਲਕੁਲ, ਮੈਂ ਵੀ ਇਹੀ ਗੱਲ ਕਰਨ ਲੱਗਾ ਸੀ ਕਿ ਅਸੀਂ ਸਾਡਾ ਜਿਹੜਾ ਫੀਲਡ ਹੈਗਾ, ਅਸੀਂ ਇਸ ਫੀਲਡ ਵਿੱਚ ਇੰਨਾ ਬਿਜ਼ੀ ਹੋ ਗਏ ਕਿ ਅਸੀਂ ਘਰ ਵਾਲਿਆਂ ਨੂੰ ਟਾਈਮ ਹੀ ਨਹੀਂ ਦੇ ਸਕਦੇ ਹੈਗੇ। ਇਹ ਹੁਣ ਹੀ ਟਾਈਮ ਮਿਲਿਆ ਜਿਹੜੇ 'ਚ ਅਸੀਂ ਯਾਨੀ ਕਿ ਆਪਣੇ ਘਰ ਵਾਲਿਆਂ ਨੂੰ ਟਾਈਮ ਦੇ ਰਹੇ ਹਾਂ ਔਰ ਇਹ ਚੀਜ਼ਾਂ ਜਿਹੜੀ ਸਾਨੂੰ ਸੈਕਸੈਸ ਹੋ ਰਹੀ। ਅੱਛਾ ਪ੍ਰਟਕ ਸਾਹਿਬ, ਤੁਸੀਂ ਜ਼ਰਾ ਆਪਣਾ ਤਾਰਫ ਕਰਵਾਓ, ਸਾਡੇ ਸੁਣਨ ਵਾਲੇ ਜਿਹੜੇ ਨਾ ਸਾਡੇ ਤਾਰਫ ਦੇ ਬਹੁਤ ਇੰਤਜ਼ਾਰ 'ਚ ਨੇ। ਜੀ ਤੇ ਤੁਸੀਂ ਸਾਰਿਆਂ ਦਾ ਬੜਾ ਮੈਂ ਥੈਂਕ ਯੂ ਕਹਿੰਦਾ। ਤੁਸੀਂ ਸਾਰਿਆਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੁਹਾਡੇ ਨਾਲ ਗੱਲ ਕਰਨ ਲਈ। ਮੇਰਾ ਨਾਮ ਪ੍ਰਤੀਕ ਆ। ਮੈਂ ਇੰਡੀਆ ਦੇ ਇੱਕ ਸਟੇਟ ਮੱਧ ਪ੍ਰਦੇਸ਼ ਇੰਦੌਰ ਦਾ ਰਹਿਣ ਵਾਲਾ ਹਾਂ ਮੈਂ।
और मैं प्रोफेशन तो प्रोफेसर हाँ, मैं इकनॉमिक्स का प्रोफेसर हाँ मैं। और आई ट्रैवल बड़ा, मैं ट्रैवल करदा इंडिया च, इंडिया तो बाहर ਲੋਕਾਂ ਨੂੰ ਸਮਝਾਉਣ ਲਈ ਕਿ ਇਕਨੋਮੀ ਤੇ ਕਿਵੇਂ ਇੰਪੈਕਟ ਆ ਸਕਦਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਅੱਜ ਜਿਵੇਂ ਆਪਾਂ ਮਿਲ ਕੇ ਗੱਲਬਾਤ ਕਰਾਂਗੇ ਤਾਂ ਮੈਂ ਕੈਨ ਗਿਵ ਯੂ ਥੋੜੀ ਜਿਹੀ ਇਨਸਾਈਟ ਕਿ ਕਿਵੇਂ ਇਕਨੋਮੀ ਤੇ ਇੰਪੈਕਟ ਆ ਰਿਹਾ ਹੈ, ਅੱਗੇ ਕੀ ਕਰ ਸਕਦੇ ਹਾਂ ਆਪਾਂ ਬਚਣ ਲਈ, ਇੰਡੀਆ ਕਿਵੇਂ ਕੰਮ ਕਰ ਰਿਹਾ ਇਸ ਤੇ। ਬਟ ਚੰਗੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਸੀ ਘਰ ਸਾਰਿਆਂ ਨੂੰ ਟਾਈਮ ਸਪੈਂਡ ਕਰਨ ਦਾ ਮੌਕਾ ਮਿਲ ਰਿਹਾ, ਮੈਨੂੰ ਵੀ ਬੜੇ ਟਾਈਮ ਬਾਅਦ ਘਰ ਬੈਠਣ ਦਾ ਐਵੇਂ ਮੌਕਾ ਮਿਲਿਆ ਕਿ ਮੈਂ ਆਰਾਮ ਨਾਲ ਘਰੇ ਬੈਠ ਸਕਦਾ ਮੈਂ। ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਇਨਵਾਈਟ ਕੀਤਾ, ਥੈਂਕ ਯੂ ਜੀ। ਵੈਲਕਮ। ਇਸ ਤੋਂ ਬਾਅਦ ਸਾਡੇ ਨਾਲ ਲਾਹੌਰ ਵਾਲੇ ਜਿਹੜੇ ਮਹਿਮਾਨ ਹੈਗੇ ਨੇ ਵੇਦ ਸਾਹਿਬ, ਉਹਨਾਂ ਦਾ ਕੁਝ ਇਸ਼ੂ ਦੀ ਵਜ੍ਹਾ ਤੋਂ ਹਾਲੇ ਇੰਤਜ਼ਾਰ 'ਚ ਹੈਗੇ ਨੇ, ਪਤਾ ਨਹੀਂ ਕੀ ਉਹਨਾਂ ਦੀ ਯਾਨੀ ਕਿ ਲੇਟ ਹੋਣ ਦੀ ਵਜ੍ਹਾ ਤੋਂ ਨਾ ਅਸੀਂ ਕਾਫੀ ਪਿੱਛੇ ਜਾ ਰਹੇ, ਲੇਕਿਨ ਇਹ ਕਿ ਕੋਈ ਨਹੀਂ, ਇਨਸ਼ਾਅੱਲਾ ਅਸੀਂ ਇਹ ਚੀਜ਼ ਨੂੰ ਸ਼ੁਰੂ ਕਰਦੇ ਹਾਂ। ਸਾਡਾ ਅੱਜ ਦਾ ਜਿਹੜਾ ਏਜੰਡਾ ਹੈਗਾ ਵੇ ਉਹਦੇ ਵਿੱਚ ਅਸੀਂ ਯਾਨੀ ਕਿ ਸਟ੍ਰੈਟੇਜਿਕ ਰੋਡ ਮੈਪ ਦੇ ਅੰਡਰ ਜਿਹੜਾ ਨਾ ਸਾਡੇ ਕੋਲ ਚੀਜ਼ਾਂ, ਪਹਿਲਾ ਨੰਬਰ ਜਿਹੜਾ ਹੈਗਾ ਉਹ ਸਾਡੀ ਕਰੰਟ ਸਿਚੁਏਸ਼ਨ ਹੈਗੀ ਹੈ ਕਿ ਅਸੀਂ ਮੌਜੂਦਾ ਸਾਡੇ ਕਰੋਨਾ ਨੇ ਸਾਡੀ ਕੀ ਸਿਚੁਏਸ਼ਨ ਚੱਲ ਰਹੀ ਹੈ ਸਾਡੇ ਚੰਡੀਗੜ੍ਹ ਦੇ ਵਿੱਚ ਔਰ ਇੰਡੋਰ ਦੇ ਵਿੱਚ, ਸਾਡੇ ਸ਼ਹਿਰਾਂ ਦੇ ਵਿੱਚ ਇਹਨਾਂ ਕਰੋਨਾ ਦੀ ਕੀ ਸੂਰਤ ਹਾਲ ਹੈਗੀ ਹੈ, ਕਰੋਨਾ ਦੀ ਵਬਾ ਦੇ ਕਿਹੜੇ ਇੰਪੈਕਟਸ ਇੱਥੇ ਚੱਲ ਰਹੇ ਨੇ, ਤੁਸੀਂ ਜਰਾ ਸ਼ੇਅਰ ਕਰੋਗੇ ਪੋਲੀਟਿਕ ਸਾਹਿਬ? ਜੀ ਪਰਮ ਭਾਜੀ ਤੁਸੀਂ ਪਹਿਲਾਂ ਸ਼ੁਰੂ ਕਰੋ, ਬਾਅਦ ਚ ਮੈਂ ਐਡ ਕਰਦਾ। ਹਾਂਜੀ ਹਾਂਜੀ ਸ਼ੋਰ। ਚੰਡੀਗੜ੍ਹ ਦਾ ਦੱਸ ਦਿੰਦੇ ਪਹਿਲੇ ਤੁਹਾਨੂੰ। ਚੰਡੀਗੜ੍ਹ ਕੇਸ ਤਾਂ ਬਹੁਤ ਪਹਿਲੇ ਆ ਗਿਆ ਸੀ, ਜਦੋਂ ਇੰਡੀਆ 'ਚ ਲੋਕਡਾਊਨ ਹੋਇਆ ਉਸ ਤੋਂ 2 ਦਿਨ ਪਹਿਲੇ ਇੱਕ ਕਰੋਨਾ ਵਾਇਰਸ ਦਾ ਪੋਜ਼ਿਟਿਵ ਕੇਸ ਆ ਗਿਆ ਸੀ, ਤੇ ਉਹਦੇ ਕਰਕੇ ਇਹਨਾਂ ਨੇ ਇੱਕ ਬਹੁਤ ਅੱਛੀ ਸਟ੍ਰੈਟਜੀ ਵਰਤੀ ਸੀ, ਜਿਹਦੇ ਨਾਲ ਇਹਨਾਂ ਨੇ 2 ਸੈਕਟਰਸ ਦੀ ਸੀਲ ਕਰ ਚੰਡੀਗੜ੍ਹ ਅਗਰ ਤੁਹਾਨੂੰ ਪਤਾ ਹੋਵੇ ਇੱਕ ਪੂਰਾ ਪਲਾਨਡ ਸ਼ਹਿਰ, ਉੱਥੇ ਜਿਵੇਂ ਆਪਣੇ ਪੁਰਾਣੇ ਨਾਮ ਹੁੰਦੇ ਆ ਪੁਰਾਣੇ ਸ਼ਹਿਰਾਂ 'ਚ ਨਗਰ ਜਾਂ ਉਹ ਏਦਾਂ ਨਹੀਂ ਹੁੰਦੇ, ਇੱਥੇ ਸੈਕਟਰ ਹੁੰਦੇ, ਤੇ ਸੈਕਟਰ ਉਹਨਾਂ ਨੇ 3 ਪਹਿਲੇ ਦਿਨ ਹੀ ਸੀਲ ਕਰਤੇ ਸੀ, ਜਿਹਦੇ ਨਾਲ ਆਈ ਥਿੰਕ ਬਹੁਤ ਜ਼ਿਆਦਾ ਕੰਟਰੋਲ ਹੋ ਗਿਆ ਸੀ ਸਿਚੁਏਸ਼ਨ। ਹੁਣ ਅਗਰ ਮੈਂ 2 ਅਪ੍ਰੈਲ ਦੀ ਗੱਲ ਕਰਾਂ, 2 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ 'ਚ ਕੋਈ ਵੀ ਕੇਸ ਨਹੀਂ ਹਾਲੇ ਪੋਜ਼ਿਟਿਵ ਆਇਆ, ਤੇ ਚੰਡੀਗੜ੍ਹ ਕੱਲਾ ਨਹੀਂ ਹੈ, ਮਤਲਬ ਚੰਡੀਗੜ੍ਹ ਦੇ ਨਾਲ ਇੱਕ ਮੋਹਾਲੀ ਸ਼ਹਿਰ ਹੈ, ਇੱਕ ਪੰਚਕੂਲਾ ਸ਼ਹਿਰ ਨਾਲ ਲੱਗਦਾ, ਟਰਾਈ ਸਿਟੀ ਏਰੀਆ ਕਹਿੰਦੇ ਆ, ਤੇ ਮੋਹਾਲੀ ਆਉਂਦਾ ਪੰਜਾਬ ਸਟੇਟ 'ਚ, ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ, ਤੇ ਜਿਹੜਾ ਪੰਚਕੂਲਾ ਹੈ ਉਹ ਹਰਿਆਣਾ ਹੈ। ਸੋ ਇਹਦੀ ਜਿਹੜੀ ਬਾਉਂਡਰੀ ਹੈ ਉਹ ਬਹੁਤ ਪੋਰਸ ਹੈ, ਜਿਹਨੂੰ ਆਪਾਂ ਕਹਿੰਦੇ ਵੀ ਬਹੁਤ ਖੁੱਲੀ ਡੁੱਲੀ ਬਾਉਂਡਰੀ ਹੈ, ਇਹਦੇ 'ਚ ਇਹਨੂੰ ਸੀਲ ਕਰਨਾ ਮੁਸ਼ਕਿਲ ਹੋ ਜਾਂਦਾ, ਤੇ ਪਰ ਇਹ ਬਹੁਤ ਵਧੀਆ ਸਿਚੁਏਸ਼ਨ ਹੈਂਡਲ ਹੋਈ ਹੈ। ਤੇ ਅਗਰ ਮੈਂ ਗੱਲ ਕਰਾਂ ਲੁਧਿਆਣੇ ਦੀ, ਜਿੱਥੇ ਮੈਂ ਹੈਗਾ, ਚੰਡੀਗੜ੍ਹ ਤੋਂ 2 ਘੰਟੇ ਦਾ ਰਸਤਾ, 1.5-2 ਘੰਟੇ ਦਾ ਰਸਤਾ ਲੁਧਿਆਣੇ ਤੋਂ, ਤੇ 100 ਕਿਲੋਮੀਟਰ ਦਾ, ਤੇ ਲੁਧਿਆਣੇ ਵੀ ਕਾਫੀ ਅੱਛਾ, ਮਤਲਬ ਮੈਂ ਦੇਖ ਰਿਹਾ ਵੀ ਲੋਕਡਾਊਨ ਤੋਂ ਬਾਅਦ ਲੋਕ ਆਪ ਹੀ ਡਿਸਿਪਲਿਨ 'ਚ ਕਾਫੀ ਨੇ, ਏਦਾਂ ਨਹੀਂ ਹੋ ਰਿਹਾ ਕਿ ਲੋਕਡਾਊਨ ਤੋੜ ਰਹੇ ਆ ਜਾਂ ਬਾਹਰ ਆ ਰਹੇ ਆ, ਲੋਕ ਆਪ ਹੀ ਬਹੁਤ ਕੌਨਸ਼ੀਅਸ ਹੈ ਇਸ ਚੀਜ਼ ਨੂੰ ਲੈ ਕੇ, ਡਰੇ ਵੀ ਹੋਏ ਆ, ਕਿਉਂਕਿ ਬਿਮਾਰੀ ਏਦਾਂ ਦੀ ਹੈ, ਪਹਿਲੀ ਵਾਰੀ ਹੋਈ ਹੈ। ਅੱਗੇ ਅਸੀਂ ਸਟੋਰੀਆਂ ਬਹੁਤ ਸੁਣੀਆਂ ਹੋਈਆਂ ਕਿ 47 ਵੇਲੇ ਏਦਾਂ ਹੋਇਆ ਸੀ ਜਾਂ 84 ਵੇਲੇ ਏਦਾਂ ਹੋਇਆ ਸੀ, ਪਰ ਇਹ ਤਾਂ ਸਿਚੁਏਸ਼ਨ ਹੀ ਐਸੀ ਹੋਈ ਹੈ ਕਿ ਜਿਹੜੇ ਸਾਡੇ ਪਿਓ ਦਾਦੇ ਕਿਸੇ ਨੇ ਵੀ ਨਹੀਂ ਦੇਖੀ, ਤੇ ਉਸ ਕਰਕੇ ਸਾਰੇ ਹੀ ਡਰੇ ਹੋਏ, ਕਿਸੇ ਨੂੰ ਐਕਸਪੀਰੀਅੰਸ ਹੈ ਨਹੀਂ ਇਸ ਸਿਚੁਏਸ਼ਨ ਦਾ। ਜਿਨ੍ਹਾਂ ਨਾਲ ਵੀ ਗੱਲ ਹੁੰਦੀ ਹੈ ਉਹ ਤਾਂ ਕੁਝ ਵੀ ਕਰਨ ਬਾਹਰ ਨਹੀਂ ਨਿਕਲਦੇ, ਬਟ ਐਡਮਿਨਿਸਟ੍ਰੇਸ਼ਨ ਨੇ ਬਹੁਤ ਅੱਛਾ ਮੈਨੇਜ ਕੀਤਾ ਹੋਇਆ। ਅਗਰ ਡੇਲੀ ਸਪਲਾਈਜ਼ ਦੀ ਗੱਲ ਕਰੀਏ ਜਾਂ ਫੂਡ ਐਸੈਂਸ਼ੀਅਲਸ ਦੀ ਗੱਲ ਕਰੀਏ ਤਾਂ ਉਹ ਸਾਰੇ ਡੋਰ ਸਟੈਪ ਤੇ ਡਿਲੀਵਰ ਹੋ ਰਹੇ ਸਨ, ਮਿਲਕ ਵੀ ਲੈਣ, ਦੁੱਧ ਲੈਣ ਬਾਹਰ ਨਹੀਂ ਜਾਣਾ ਪੈਂਦਾ, ਸਬਜ਼ੀ ਵਗੈਰਾ ਸਾਰਾ ਕੁਝ ਡਿਲੀਵਰ ਹੋ ਰਿਹਾ। ਹੁਣੇ ਹੀ ਮੈਂ ਇਨਫੈਕਟ ਕਰਿਆਨੇ ਦੀ, ਗਰੋਸਰੀ ਦੀ ਡਿਲੀਵਰੀ। ਇਹ ਜਿਹੜੀ ਸੂਰਤ ਹਾਲ ਹੈਗੀ ਇਹ ਸਿਰਫ ਲੁਧਿਆਣੇ 'ਚ ਹੈਗੀ ਹੈ ਜਾਂ ਕਿਤੇ ਆਸ-ਪਾਸ ਪੂਰੇ ਇੰਡੀਆ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਸਹੂਲਤ ਹੈਗੀ, ਘਰਾਂ 'ਚ ਚੀਜ਼ਾਂ ਪਹੁੰਚ ਰਹੀਆਂ ਨੇ? ਔਰ ਜੀ ਮੈਂ ਇਸ 'ਚ ਐਡ ਕਰਾਂਗਾ, ਪਰਮ ਭਾਜੀ ਜਿਹੜੀ ਗੱਲ ਕਹਿ ਰਹੇ ਸਨ ਉਸ 'ਚ, ਮੈਂ ਜਿੱਥੇ ਰਹਿੰਦਾ ਉਹ ਸ਼ਹਿਰ ਇੰਦੌਰ ਨਾਂ ਦਾ ਹੈ, ਐਂਡ ਜੇ ਤੁਸੀਂ ਸਾਰਿਆਂ ਨੇ ਆਈ ਥਿੰਕ ਸੁਣਿਆ ਹੋਣਾ, ਮੁੰਬਈ ਨਾਂ ਦਾ ਇੱਕ ਸ਼ਹਿਰ ਹੈ ਬੜਾ ਜਿਹਾ, ਇੰਡਸਟਰੀਅਲ ਕੈਪੀਟਲ ਜਿਹਨੂੰ ਆਪਾਂ ਕਹਿੰਦੇ ਨੇ, ਬਾਲੀਵੁੱਡ ਲਈ ਜਿਹੜਾ ਫੇਮਸ ਹੈ ਬੜਾ। ਤਾਂ ਇੰਦੌਰ ਜਿੱਥੇ ਮੈਂ ਰਹਿੰਦਾ ਉਹ ਕਹਿਲਾਂਦਾ ਮਿਨੀ ਬੰਬੇ। ਮਿਨੀ ਬੰਬੇ ਕਹਿਲਾਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਇੱਕ ਇੰਡਸਟਰੀਅਲ ਕੈਪੀਟਲ ਜਿਹਾ ਹੈਗਾ ਜਿਸ ਸਟੇਟ 'ਚ ਮੈਂ ਰਹਿੰਦਾ, ਹੋਰ ਮੁੰਬਈ ਦੇ ਲਾਗੇ ਤਾਂ ਨਹੀਂ ਹੈ ਬਟ 500-600 ਕਿਲੋਮੀਟਰ ਹੀ ਹੈਗਾ, ਤਾਂ ਕਲਚਰਲੀ ਵੀ ਬੜਾ ਕਾਮਨ ਜਿਹਾ ਹੈਗਾ ਮੁੰਬਈ ਦੇ ਨਾਲ, ਬੜਾ ਜਿਹਾ ਬਿਜ਼ਨਸ ਹੈਗਾ, ਸਪੈਸ਼ਲ ਇਕਨੋਮਿਕ ਜ਼ੋਨ ਨੇ ਇੱਥੇ, ਡਰਾਈ ਡੌਕਸ ਨੇ, ਤਾਂ ਉਸ ਕਰਕੇ ਇੰਡਸਟਰੀ ਬੜੀ ਡਿਵੈਲਪਡ ਹੈਗੀ ਇੱਥੇ। ਜਿਸ ਸਟੇਟ 'ਚ ਮੈਂ ਰਹਿੰਦਾ ਮੱਧ ਪ੍ਰਦੇਸ਼, ਉਸ ਦਾ ਕੈਪੀਟਲ ਭੋਪਾਲ ਹੈਗਾ, ਭੋਪਾਲ। ਇਨੀਸ਼ੀਅਲੀ ਨੰਬਰ ਆਫ ਕੇਸਿਸ ਜਿਹੜੇ ਭੋਪਾਲ 'ਚ ਸਨ ਉਹ ਘੱਟ ਸੀ, ਹੋਰ ਇੰਦੌਰ 'ਚ ਕੇਸਿਸ ਜ਼ਿਆਦਾ ਸਨ। ਹੁਣ ਅਨਫੋਰਚੂਨੇਟਲੀ ਕੀ ਹੋਇਆ ਕਿ ਨੰਬਰ ਆਫ ਕੇਸਿਸ ਸਾਡੇ ਸ਼ਹਿਰ ਇੰਦੌਰ 'ਚ ਵੀ ਇਨਕਰੀਜ਼ ਹੋਏ ਨੇ,
ਭੋਪਾਲ 'ਚ ਵੀ ਇੰਕਰੀਜ਼ ਹੋਏ ਨੇ। ਬਟ ਮੈਂ ਇੱਥੇ ਅਪਰੀਸ਼ੀਏਟ ਕਰਾਂਗਾ, ਮੈਂ ਕਹਾਂਗਾ ਜਿਵੇਂ ਕੰਮ ਕੀਤਾ ਐਡਮਿਨਿਸਟ੍ਰੇਸ਼ਨ ਨੇ, ਬਹੁਤ ਵਧੀਆ ਕੰਮ ਕੀਤਾ ਹੈ। ਐਡਮਿਨਿਸਟ੍ਰੇਸ਼ਨ ਸਮਝਦੀ ਹੈ ਕਿ ਘਰਾਂ 'ਚ ਬੈਠਣਾ ਬੜਾ ਔਖਾ ਹੋ ਜਾਂਦਾ ਹੈ। ਔਖਾ ਦੋ ਕਾਰਨ ਨਾਲ ਹੁੰਦਾ ਹੈ। ਇੱਕ ਤਾਂ ਬੰਦਾ ਘਰ ਬੈਠੇ ਬੈਠੇ ਜਿਹਾ ਬੋਰ ਜਿਹਾ ਹੁੰਦਾ, ਪਰੇਸ਼ਾਨ ਜਿਹਾ ਹੁੰਦਾ, ਉਸ 'ਚ ਤਾਂ ਐਡਮਿਨਿਸਟ੍ਰੇਸ਼ਨ ਕੁਝ ਨਹੀਂ ਕਰ ਸਕਦੀ। ਦੂਜਾ ਕਾਰਨ ਇਹ ਹੁੰਦਾ ਹੈ ਕਿ ਬੰਦੇ ਨੂੰ ਜ਼ਰੂਰਤ ਦੀ ਚੀਜ਼ਾਂ ਲੱਗਦੀਆਂ ਨੇ, ਉਹ ਜ਼ਰੂਰਤ ਦੀ ਚੀਜ਼ਾਂ ਨੂੰ ਲੱਭਣ ਲਈ ਉਹ ਘਰੋਂ ਨਿਕਲਦਾ ਹੈ। ਤਾਂ ਗਵਰਨਮੈਂਟ ਨੇ ਉਸ ਲਈ ਬੜਾ ਵਧੀਆ ਕੰਮ ਕੀਤਾ ਹੈ। ਜਿੰਨੇ ਵੀ ਸੁਸਾਇਟੀਆਂ ਨੇ ਇੱਥੇ, ਸੁਸਾਇਟੀ 'ਚ ਇੱਕ ਬੰਦਾ ਉਹਨਾਂ ਨੇ ਅਸਾਈਨ ਕੀਤਾ ਹੈ ਗਵਰਨਮੈਂਟ ਦਾ ਹੀ। ਉਹਨਾਂ ਨੂੰ ਇੱਕ PDF ਫਾਈਲ ਦਿੱਤੀ ਆ। ਉਹ PDF ਫਾਈਲ ਜਿਹਨੇ WhatsApp ਗਰੁੱਪ ਨੇ ਸੁਸਾਇਟੀਆਂ ਦੇ, ਉਸ 'ਚ ਉਹਨਾਂ ਨੇ ਫਾਰਵਰਡ ਕੀਤੀ ਹੋਈ ਆ। ਸਵੇਰੇ 11:15 ਵਜੇ ਤੱਕ ਤੁਸੀਂ ਉਸ PDF ਫਾਈਲ ਦੇ ਹੈਲਪ ਨਾਲ ਆਰਡਰ ਪਲੇਸ ਕਰ ਸਕਦੇ ਹੋ, ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ। ਐਂਡ ਗਵਰਨਮੈਂਟ ਇਨਸ਼ੋਰ ਕਰਦੀ ਹੈ ਕਿ ਉਹ ਸਮਾਨ ਤੁਹਾਡੇ ਘਰ ਦੇ ਦਰਵਾਜ਼ੇ ਦੇ ਕੋਲ ਆ ਜਾਏ, ਜਿਸ ਦੇ ਕਰਕੇ ਤੁਹਾਨੂੰ ਟਰੈਵਲ ਨਾ ਕਰਨਾ ਪਏ। ਤਾਂ ਸੋਸ਼ਲ ਡਿਸਟੈਂਸਿੰਗ ਜਿਹੜਾ ਇੱਕ ਮਾਤਰ ਉਪਾਅ ਜਿਹਾ ਲੱਗਦਾ ਹੈ ਇਸ ਬਿਮਾਰੀ ਤੋਂ ਬਚਣ ਲਈ, ਗਵਰਨਮੈਂਟ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਐਕਸਰਸਾਈਜ਼ ਕਰਾਉਣ ਲਈ ਇਹ ਚੀਜ਼ ਯੂਟਿਲਾਈਜ਼ ਕਰ ਰਹੀ ਹੈ, ਜਿਹਦੇ ਨਾਲ ਬੰਦੇ ਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਾ ਪਏ। ਤਾਂ ਇਹ ਚੀਜ਼ ਜਿਹੜਾ ਤੁਹਾਡਾ ਸਵਾਲ ਸੀ, ਮੈਂ ਉਹਨੂੰ ਆਨਸਰ ਕਰਨਾ ਚਾਹੁੰਦਾ ਸੀ ਭਾਜੀ। ਇਹੀ ਜੀ, ਅਸੀਂ ਆਪਣੇ ਲਾਹੌਰ ਹੱਬ ਤੋਂ ਜੁਆਇਨ ਕਰਨ ਵਾਲੇ ਬੰਦੇ ਵੇਦ ਸਾਹਿਬ ਨੇ, ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜਨਾਬ, ਤੁਸੀਂ ਥੋੜਾ ਜਿਹਾ ਆਪਣਾ ਤਾਰਫ ਕਰਵਾਓ ਜ਼ਰਾ। ਸਾਡੀ ਜਿਹੜੀ ਸੁਣਨ ਵਾਲੀ ਆਡੀਅנס ਸੀਗੀ, ਇਹ ਤੁਹਾਡੇ ਇੰਤਜ਼ਾਰ ਵਿੱਚ ਹੈਗੀ ਸੀ ਕਿ ਜੀ ਵੇਦ ਸਾਹਿਬ ਆ ਰਹੇ ਨੇ। ਅਸੀਂ 2-4 ਮਿੰਟ ਪਹਿਲੇ ਵੀ ਤੁਹਾਡੀ ਗੱਲ ਡਿਸਕਸ ਕਰ ਰਹੇ ਸੀ ਕਿ ਸਰ ਆ ਰਹੇ ਨੇ, ਬਸ ਇੰਤਜ਼ਾਰ ਹੈ, ਕੁਝ ਟੈਕਨੀਕਲ ਇਸ਼ੂਜ਼ ਦੀ ਵਜ੍ਹਾ ਤੋਂ ਜੁਆਇਨ ਨਹੀਂ ਕਰ ਪਾ ਰਹੇ ਸੀ। ਤੇ ਤੁਸੀਂ ਜ਼ਰਾ ਆਪਣਾ ਤਾਰਫ ਕਰਵਾਇਓ। बहुत शुक्रिया जी इनवाइट करने वास्ते। अज ते माज़र थोड़ा टेक्निकल इशू की वजह तो मैं लेट हो गया। जस्ट मैं थोड़ा अपना इंट्रोडक्शन करा दा। मेरा नाम मोहम्मद वाइज है, मैं लाहौर हब तो बिलोंग कर रहा ते लास्ट 1 ईयर तो लाहौर हब के नाल अटैच है। बेसिकली मैं लाहौर के नाल मेरा जो प्रोफेशनल एक्सपीरियंस है, मैं ज़मीन.com के नाल काम कर रहा एज सेल्स प्रोफेशनल। ते लाहौर के नाल मेरा मुख्तलिफ प्रोजेक्ट्स के अंदर पार्टिसिपेशन है। ਅਸੀਂ ਵਾਟਰ ਕੰਜ਼ਰਵੇਸ਼ਨ ਉੱਤੇ ਇੱਕ ਪ੍ਰੋਜੈਕਟ ਕੀਤਾ ਰੀਸੈਂਟਲੀ, ਤੇ ਰੈਵੋਲੂਸ਼ਨ ਉੱਤੇ ਪ੍ਰੋਜੈਕਟ ਕਰ ਰਹੇ ਹਾਂ ਰੀਸੈਂਟਲੀ। ਮੈਂ ਕਾਫੀ ਪ੍ਰੋਜੈਕਟਸ ਹੈ ਸਾਡੇ ਕੋਲ ਲਾਈਨਡ ਅਪ ਜਿਹੜੇ ਅਸੀਂ ਕਰ ਰਹੇ ਹਾਂ, ਤੇ ਨਾਲ ਜਸਟ ਇਸ ਸਿਚੁਏਸ਼ਨ ਦੇ ਅੰਦਰ ਕਿ ਜਰਾ ਥੋੜੀ ਜਿਹੀ ਇੱਕ ਦੂਸਰੇ ਵੱਲ ਰਾਬਤਾ बढ़ाया ਜਾਏ ਤੇ ਪਤਾ ਲੱਗੇ ਇੱਕ ਦੂਸਰੇ ਵਾਲੇ ਪਾਸੇ ਕੀ ਹੋ ਰਿਹਾ ਸਾਡਾ। ਇਸੇ ਤਰ੍ਹਾਂ ਜੀ ਆਇਆਂ ਜੀ। ਅਸੀਂ ਯਾਨੀ ਕਿ ਮੈਂ ਤੁਹਾਨੂੰ ਆਪਣਾ ਵੀ ਤਾਰਫ ਕਰਵਾ ਦਿਆਂ। ਤੁਹਾਨੂੰ ਮੈਂ ਅਵੈਸ ਇਰਫਾਨ ਮੇਰਾ ਨਾਮ ਹੈਗਾ, ਔਰ ਮੈਂ ਫੈਸਲਾਬਾਦ ਹਬ ਨੂੰ ਤਕਰੀਬਨ ਕੋਈ 6 ਮਾਹ ਪਹਿਲੇ ਜੁਆਇਨ ਕੀਤਾ, 6-7 ਮਾਹ ਹੋ ਗਏ ਨੇ। ਔਰ ਇਸ ਹਬ ਦੇ ਅੰਦਰ ਰਹਿੰਦੇ ਆਇਆ ਮੈਂ ਆਪਣੇ ਯਾਨੀ ਕਿ ਬਹੁਤ ਸਾਰੀ ਚੀਜ਼ਾਂ ਨੂੰ ਚੀਜ਼ਾਂ ਨੂੰ ਲੈ ਕੇ ਚੱਲ ਰਿਹਾ। ਲਾਈਕ ਐਸ ਕਿ ਮੇਰਾ ਇਸ ਟਾਈਮ ਡਿਜੀਟਲ ਲਿਟਰੇਸੀ ਦਾ ਪ੍ਰੋਜੈਕਟ ਚੱਲ ਰਿਹਾ, ਔਰ ਡਿਜੀਟਲ ਲਿਟਰੇਸੀ ਦੇ ਪ੍ਰੋਜੈਕਟ ਦੇ ਅੰਦਰ ਇਹੋ ਜਿਹੀ ਚੀਜ਼ਾਂ ਨੇ ਕਿ ਜਿਹਦੇ 'ਚ ਯਾਨੀ ਕਿ ਪੂਰੀ ਫੈਸਲਾਬਾਦ ਦੀ ਲੋਕਲ ਜਿਹੜੀ ਆਡੀਅנס ਹੈਗੀ ਉਹ ਸਾਰੀ ਕਵਰ ਹੋ ਰਹੀ। ਉਹਦੇ 'ਚ ਲੋਕਾਂ ਨੂੰ ਡਿਜੀਟਲ ਲਿਟਰੇਟ ਕੀਤਾ ਜਾ ਰਿਹਾ। ਔਰ ਇਹ ਹੁਣ ਕਰੋਨਾ ਦੀ ਸਿਚੁਏਸ਼ਨ ਦੇ ਵਿੱਚ ਸਾਡੇ ਕਾਫੀ ਸਾਰੇ ਯਾਨੀ ਕਿ ਪ੍ਰੋਜੈਕਟਸ ਜਿਹੜੇ ਹੈਗੇ ਨੇ ਉਹ ਇਹਨਾਂ ਚੀਜ਼ਾਂ ਤੇ ਚੱਲ ਰਹੇ ਨੇ। ਲੇਕਿਨ ਸਾਡੇ ਨਾਲ ਮੇਰੇ ਖਿਆਲ ਨਾਲ ਪਰਮ ਕਾਲਰਾ ਸਾਹਿਬ ਥੋੜਾ ਜਿਹਾ ਅੱਛਾ, ਮਾਸ਼ਾਅੱਲਾ। ਨਹੀਂ ਜੀ, ਆਨ ਹੈ। ਮੈਂ 1 ਸੈਕਿੰਡ ਵਾਸਤੇ ਵੀਡੀਓ ਆਫ ਕੀਤੀ ਯਾ ਜੀ। ਜੀ ਆਵਾਜ਼ ਆ ਰਹੀ? ਹਾਂਜੀ ਹਾਂਜੀ ਆ ਰਹੀ ਹੈ। ਅੱਛਾ ਜੀ, ਮੈਂ ਦੱਸ ਰਿਹਾ ਸੀ ਕਿ ਫੈਸਲਾਬਾਦ ਹੱਬ ਦੇ ਵਿੱਚ ਜਿਹੜਾ ਯਾਨੀ ਕਿ ਵਰਕਿੰਗ ਚੱਲ ਰਹੀ ਹੈ, ਔਰ ਮੈਂ ਇਹਦੇ ਨਾਲ ਨਾਲ ਮੈਂ ਇੱਕ ਯੂਨੀਵਰਸਿਟੀ ਆਫ ਐਗਰੀਕਲਚਰ ਦੇ ਵਿੱਚ ਡਿਵੈਲਪਰ ਸਟੂਡੈਂਟ ਕਲੱਬ ਨੂੰ ਚਲਾ ਰਿਹਾ। ਪਰਮ ਕਾਲਰਾ ਸਾਹਿਬ ਜਾਣਦੇ ਹੋਣਗੇ ਤੁਸੀਂ, IT ਦੇ ਫੀਲਡ ਦੇ ਵਿੱਚ ਹੈਗੇ ਹੋ। ਡਿਵੈਲਪਰ ਸਟੂਡੈਂਟ ਕਲੱਬ ਜਿਹੜਾ ਹੈਗਾ ਗੂਗਲ ਡਿਵੈਲਪਰਸ ਦਾ ਇੱਕ ਪ੍ਰੋਜੈਕਟ ਹੈਗਾ। ਉਹਦਾ ਜਿਹੜੀ ਹੱਬ ਹੈਗੀ ਹੈ ਉਹ ਮੈਂ ਆਪਣੀ ਯੂਨੀਵਰਸਿਟੀ ਦੇ ਅੰਦਰ ਚਲਾ ਰਿਹਾ, ਉਹਦਾ ਇੱਕ ਚੈਪਟਰ। ਔਰ ਇਹ ਜਿਹੜਾ ਸਾਲ ਯਾਨੀ ਕਿ ਖਤਮ ਹੋ ਰਿਹਾ 2020 ਦੇ ਵਿੱਚ, ਇਹਦੀ ਇਸ ਸੈਸ਼ਨ ਦੇ ਵਿੱਚ ਮੈਂ ਟੈਨਿਓਰ ਕੰਪਲੀਟ ਕੀਤਾ। ਔਰ ਇਹਦੇ ਅੰਡਰ ਮੈਂ ਤਕਰੀਬਨ ਕੋਈ 10 ਤੋਂ 12 ਇਵੈਂਟਸ ਜਿਹੜੇ ਹੈਗੇ ਨੇ ਉਹ ਟੈਕਨੀਕਲ ਵਰਕਸ਼ਾਪਸ ਆਰਗੇਨਾਈਜ਼ ਕੀਤੀਆਂ ਨੇ। ਮੈਂ ਜਾਣਦਾ ਕਿਉਂਕਿ ਗੂਗਲ ਬਿਜ਼ਨਸ ਗਰੁੱਪ ਹੈਗਾ ਇੱਥੇ ਸਾਡੇ ਚੰਡੀਗੜ੍ਹ, ਉਹਨੂੰ ਮੈਂ ਮੈਨੇਜ ਵੀ ਕਰਦਾ। ਸੋ ਗੂਗਲ ਡਿਵੈਲਪਰ ਗਰੁੱਪ ਵੀ ਹੈਗਾ ਸਾਡੇ ਇੱਥੇ।
ਜੀ ਬਿਲਕੁਲ ਉਹੀ ਨਾ ਕਿ ਜੀਡੀਜੀ ਸਾਡੇ ਕੋਲ ਜੀਡੀਜੀ ਜੀਪੀਜੀ ਇਹ ਗਰੁੱਪਸ ਵੀ ਸਾਡੇ ਕੋਲ ਇੱਥੇ ਐਗਜ਼ਿਸਟ ਕਰਦੇ ਲੇਕਿਨ ਫੈਸਲਾਬਾਦ ਵਿੱਚ ਤੇ ਇਹ ਗਰੁੱਪ ਲੇਕਿਨ ਨਹੀਂ ਹੈ ਲੇਕਿਨ ਜਿਹੜੇ ਇਸਲਾਮਾਬਾਦ ਲਾਹੌਰ ਕਰਾਚੀ ਤੇ ਜੀਡੀਜੀ ਜੀਪੀਜੀ ਜਿਹੜੇ ਹੈਗੇ ਨੇ ਬੜੇ ਅੱਛੀ ਤਰ੍ਹਾਂ ਕੰਮ ਕਰ ਰਹੇ ਨੇ। ਅੱਛਾ ਅਸੀਂ ਆਪਣੇ ਮੌਜੂ ਤੇ ਆਨੇ ਕਿ ਸਾਡਾ ਜਿਹੜਾ ਅਸੀਂ ਡਿਸਕਸ ਕਰਨਾ ਚਾਹ ਰਹੇ ਸੀ ਕਿ ਸਾਡੀ ਪਰਸਨਲ ਲਾਈਫ ਜਿਹੜੀ ਹੈਗੀ ਹੈ ਸਾਡੀ ਆਪਣੀ ਜ਼ਿੰਦਗੀ ਦੇ ਉੱਤੇ ਕਰੋਨਾ ਨੇ ਕੀ ਐਸੇ ਅਸਰਾਤ ਕੀਤੇ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਯਾਨੀ ਕਿ ਸਾਡੀ ਲਾਈਫ ਜਿਹੜੀ ਹੈਗੀ ਉਹ ਡਿਸਟਰਬ ਹੋਈ ਹੈ। ਅਸੀਂ ਜਾਣਨਾ ਚਾਹਾਂਗੇ ਪਰਮ ਕਾਲਰਾ ਸਾਹਿਬ ਜਿਹੜਾ ਸਾਡੀ ਪਰਸਨਲ ਲਾਈਫ ਹੈਗੀ ਹੈ ਇਹਦੇ ਤੇ ਤੁਸੀਂ ਜਰਾ ਦੱਸੋ ਕਿ ਸਾਨੂੰ ਕੀ ਸਾਡੇ ਅਸਰਾਤ ਹੈਗੇ ਨੇ ਕਰੋਨਾ ਦੀ ਵਜ੍ਹਾ ਤੋਂ। ਆਈ ਥਿੰਕ ਬਹੁਤ ਫਰਕ ਪਿਆ ਸਾਰਾ ਕੁਝ ਹੀ ਉੱਤੇ ਥੱਲੇ ਹੋ ਗਿਆ ਪਰਸਨਲ ਲਾਈਫ 'ਚ ਸਾਡਾ ਜੋ ਡੇਲੀ ਦਾ ਸ਼ੈਡਿਊਲ ਹੁੰਦਾ ਸੀ ਉਹ ਸਾਰਾ ਹੀ ਚੇਂਜ ਹੋ ਗਿਆ। ਕਿਤੇ ਅਸੀਂ ਸਵੇਰੇ ਆਫਿਸ ਜਾ ਕੇ ਆਈ ਥਿੰਕ 14 ਘੰਟੇ ਕੰਮ ਕਰਨਾ ਪੈਂਦਾ ਤੇ ਬਿਜ਼ੀ ਹੋ ਜਾਂਦੇ ਸੀ ਸਾਰਾ ਦਿਨ। ਇੱਕ ਸ਼ੈਡਿਊਲ ਪੂਰਾ ਡਿਸਾਈਡਡ ਹੁੰਦਾ ਸੀ ਇੱਕ ਦਿਨ ਪਹਿਲੇ ਵੀ ਇਹ ਕਰਨਾ ਕੱਲ ਇਹ ਕਰਨਾ ਤੇ ਉਹ ਸਾਰਾ ਹੀ ਜਿਵੇਂ ਅਚਾਨਕ ਹੀ ਹਾਲਟ ਤੇ ਆ ਗਿਆ, ਅਚਾਨਕ ਹੀ ਰੁਕਿਆ ਸਾਰਾ ਕੁਝ ਤੇ ਉਹਦੇ ਕਰਕੇ ਕਾਫੀ ਫਰਕ ਪਿਆ। ਅੱਜ ਮੈਂ ਦਿਨੇ ਰਿਅਲਾਈਜ਼ ਕਰ ਰਿਹਾ ਸੀ ਕਿ ਫਿਜ਼ੀਕਲ ਹੈਲਥ ਨੂੰ ਤਾਂ ਫਰਕ ਪੈ ਹੀ ਰਿਹਾ। ਫਿਜ਼ੀਕਲ ਹੈਲਥ ਹੈ ਹੁਣ ਸਾਡੇ ਪੰਜਾਬੀਆਂ ਦੇ ਜੀਨਸ ਵੀ ਇਹੋ ਜਿਹੇ ਹੁੰਦੇ ਕਿ ਘਰੇ ਬੈਠ ਕੇ ਮਾਵਾਂ ਦੇ ਹੱਥ ਦੀਆਂ ਪੱਕੀਆਂ ਖਾਈ ਜਾਓ ਤੇ ਫਿਰ ਬੰਦਾ ਵੈਸੇ ਹੀ ਭਾਰਾ ਹੋ ਜਾਂਦਾ ਘਰੇ ਬੈਠ ਕੇ ਤੇ ਮੈਂਟਲ ਫਿਟਨੈਸ ਤੇ ਵੀ ਬਹੁਤ ਫਰਕ ਪੈ ਰਿਹਾ। ਮੈਂ ਕਾਫੀ ਐਸੇ ਲੋਕ ਦੇਖ ਰਿਹਾ ਜਿਹੜੇ ਮੈਂਟਲੀ ਬਹੁਤ ਸਟ੍ਰੈਸਡ ਨੇ ਜਾਂ ਜਿਨ੍ਹਾਂ ਨੂੰ ਮੈਂਟਲੀ ਬਹੁਤ ਫਰਕ ਪੈ ਰਿਹਾ ਤੇ ਉਹ ਇਰੀਟੇਟ ਹੋ ਰਹੇ ਇਸ ਚੀਜ਼ ਤੋਂ ਕਿਉਂਕਿ ਲੋਕਡਾਊਨ ਜਿਹੜਾ ਕਰੋਨਾ ਵਾਇਰਸ ਕਰਕੇ ਹੋਇਆ ਉਹ ਜ਼ਰੂਰੀ ਵੀ ਹੈ ਕਿਤੇ ਨਾ ਕਿਤੇ ਤੇ ਉਹ ਹੁਣ ਸਾਰੀ ਤਰ੍ਹਾਂ ਦਾ ਸਟ੍ਰੈਸ ਬਣ ਕੇ ਵੀ ਆ ਰਿਹਾ। ਉਹਨੂੰ ਇੱਕ ਤਰ੍ਹਾਂ ਦਾ ਵਾਰ ਵਾਂਗੂ ਹੀ ਫਾਈਟ ਕਰਨ ਕੀਤਾ ਜਾ ਰਿਹਾ। ਜਦੋਂ ਆਪਾਂ ਵਾਰ 'ਚ ਹੁੰਦੇ ਆ ਉਦੋਂ ਲਾਈਫ ਨਾਰਮਲ ਤਾਂ ਨਹੀਂ ਰਹਿੰਦੀ, ਸਾਰਾ ਕੁਝ ਹੀ ਵਾਰ ਵਾਂਗੂ ਚੱਲ ਰਿਹਾ ਤੇ ਜੰਗ ਵਾਂਗੂ ਚੱਲ ਰਿਹਾ। ਬਿਲਕੁਲ ਇਸੇ ਤਰ੍ਹਾਂ ਹੀ ਜੀ। ਇਹ ਸਾਡੇ ਨਾਲ ਪ੍ਰੈਟਿਕ ਸਾਹਿਬ ਨੇ ਔਰ ਪ੍ਰੈਟਿਕ ਸਾਹਿਬ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਇੰਡੋਰ ਦੇ ਵਿੱਚ ਸਾਡੇ ਕੋਲ ਕਿਹੋ ਜਿਹੀਆਂ ਯਾਨੀ ਕਿ ਪਰਸਨਲ ਲਾਈਫ ਦੇ ਉੱਤੇ ਕੀ ਅਸਰਾਤ ਹੈਗੇ ਨੇ ਜਿਹੜੇ ਅਸੀਂ ਦੱਸਣਾ ਚਾਹਾਂਗੇ ਅਸੀਂ ਆਪਣੀ ਸੁਣਨ ਵਾਲੇ ਲੋਕਾਂ ਨੂੰ ਕਿ ਸਾਡੇ ਪਰਸਨਲ ਲਾਈਫ ਦੇ ਉੱਤੇ ਕੀ ਅਸਰਾਤ ਹੈ। ਜੀ ਭਾਜੀ ਮੈਨੂੰ ਲੱਗਦਾ ਕਿ ਬੰਦੇ ਨੂੰ ਇੱਕੋ ਹੀ ਚੀਜ਼ ਪਸੰਦ ਨਹੀਂ ਹੁੰਦੀ, ਬੰਦਿਸ਼ ਕਿਸੇ ਨੂੰ ਪਸੰਦ ਨਹੀਂ ਹੁੰਦੀ। ਜਦ ਬੰਦੇ ਦੇ ਉਹਦੇ ਉੱਤੇ ਬੰਦਿਸ਼ ਆ ਜਾਂਦੀ ਤਾਂ ਉਹਨੂੰ ਤੋੜਨਾ ਚਾਹੁੰਦਾ ਹੈ। ਜਿਹੜੀ ਚੀਜ਼ ਤੁਸੀਂ ਬੰਦੇ ਨੂੰ ਕਰਨ ਨੂੰ ਮਨਾ ਕਰ ਦਿਓ ਸਭ ਤੋਂ ਪਹਿਲਾਂ ਉਹੀ ਕਰਨਾ ਚਾਹੁੰਦਾ ਹੈ। ਤੇ ਜਿਵੇਂ ਲੋਕਡਾਊਨ ਇੰਪੋਜ਼ ਹੋਇਆ ਤੇ ਮੈਨੂੰ ਲੱਗਦਾ ਲੋਕਾਂ ਦੇ ਮਨ 'ਚ ਆਇਆ ਹੋਣਾ ਕਿ ਬਾਹਰ ਜਾਣਾ ਚਾਹੀਦਾ ਹੈ, ਘਰੋਂ ਬਾਹਰ ਜਾਣਾ ਚਾਹੀਦਾ ਹੈ। ਲੋਕਾਂ ਦਾ ਜਿਹੜਾ ਮਨ ਸੀਗਾ ਜਿਨ੍ਹਾਂ ਨੂੰ ਸੌਣ ਦਾ ਮਨ ਕਰਦਾ ਸੀ ਉਹਨਾਂ ਨੂੰ ਸੌਣ ਦਾ ਬੜਾ ਵੇਲਾ ਮਿਲ ਗਿਆ। ਬਟ ਮੈਨੂੰ ਐਵੇਂ ਲੱਗਦਾ ਕਿ ਤੁਹਾਨੂੰ ਜਿਸ ਚੀਜ਼ ਦੀ ਬੜੀ ਜ਼ਿਆਦਾ ਕੁਆਂਟੀਟੀ ਮਿਲ ਜਾਂਦੀ ਤੁਸੀਂ ਉਸ ਤੋਂ ਨਾਲ ਸਭ ਤੋਂ ਪਹਿਲਾਂ ਪਿੱਛੇ ਹਟਦੇ ਹੋ, ਤੁਸੀਂ ਉਸ ਚੀਜ਼ ਨੂੰ ਫਿਰ ਕਰਨਾ ਨਹੀਂ ਚਾਹੁੰਦੇ। ਮੈਨੂੰ ਲੱਗਦਾ ਹੈ ਕਿ ਇਸ ਟਾਈਮ ਨੂੰ ਆਪਾਂ ਦੋ ਅਲੱਗ-ਅਲੱਗ ਪੁਆਇੰਟ ਆਫ ਵਿਊਜ਼ ਤੋਂ ਦੇਖ ਸਕਦੇ ਹਾਂ। ਇੱਕ ਤਾਂ ਪੋਜ਼ਿਟਿਵ ਵੀ, ਇੱਕ ਨੈਗੇਟਿਵ ਵੀ। ਨੈਗੇਟਿਵ ਤਾਂ ਇਹ ਹੈ ਕਿ ਅਸੀਂ ਸਾਰੇ ਘਰ ਨੇ, ਸਾਡੀ ਪ੍ਰੋਡਕਟਿਵਿਟੀ ਦੇ ਉੱਤੇ ਇੰਪੈਕਟ ਜਿਹਾ ਆ ਗਿਆ। ਲੇਕਿਨ ਪੋਜ਼ਿਟਿਵ ਮੈਨੂੰ ਇਹ ਲੱਗਦਾ ਹੈ ਕਿ ਜਿੰਨੀਆਂ ਚੀਜ਼ਾਂ ਆਪਾਂ ਲਾਈਫ 'ਚ ਕਰਨਾ ਚਾਹੁੰਦੇ ਸੀ ਟਾਈਮ ਨਹੀਂ ਹੋਣ ਦੇ ਕਰਕੇ ਜਿਹੜੀ ਚੀਜ਼ ਆਪਾਂ ਨਹੀਂ ਕਰ ਸਕਦੇ ਸੀ, ਜਿਵੇਂ ਗਿਟਾਰ ਵਜਾਣਾ ਸਿੱਖਣਾ ਚਾਹੁੰਦੇ ਸੀ। ਮੇਰੇ ਇੱਕ ਫੈਮਿਲੀ ਮੈਂਬਰ ਉਹ ਕਹਿ ਰਹੇ ਨੇ ਕਿ ਮੈਂ ਗਿਟਾਰ ਸਿੱਖ ਲਾਉਂਗਾ ਘਰ ਬੈਠੇ ਬੈਠੇ YouTube ਦੇ ਨਾਲ। ਕਿਤਾਬਾਂ ਪੜ੍ਹਨ ਦਾ ਬੜਾ ਮਨ ਸੀ ਸਾਨੂੰ। ਮੈਂ ਥੋੜਾ ਜਿਹਾ ਪੋਜ਼ਿਟਿਵ ਹਾਂ, ਆਈ ਹੋਪ ਅਸੀਂ ਸਾਰੇ ਪੋਜ਼ਿਟਿਵ ਹੁੰਦੇ ਨੇ ਇੱਥੇ। ਤਾਂ ਮੈਂ ਉਸ 'ਚ ਨੈਗੇਟਿਵ ਚੀਜ਼ ਨੂੰ ਪਾਸੇ ਕਰਕੇ ਪੋਜ਼ਿਟਿਵ ਚੀਜ਼ ਜਾਂ ਦੇਖ ਰਿਹਾ। ਮੈਨੂੰ ਲੱਗਦਾ ਹੈ ਫੈਮਿਲੀ ਬੌਂਡਿੰਗ ਬੜੀ ਅੱਛੀ ਹੋ ਰਹੀ ਘਰੇ। ਪਹਿਲਾਂ ਤਾਂ ਖਾਣਾ ਡਾਈਨਿੰਗ ਟੇਬਲ ਤੇ ਹੋ ਜਾਂਦੇ ਸੀ, ਸਾਰੇ ਬੈਠ ਕੇ ਖਾ ਲੈਂਦੇ ਸੀਗੇ। ਕਦੇ ਕਦੇ ਤਾਂ ਟੀਵੀ ਦੇਖਦੇ ਹੋਏ ਖਾ ਲੈਂਦੇ ਸੀ। ਬਟ ਅੱਜ ਇਹੋ ਜਿਹਾ ਮੌਕਾ ਮਿਲ ਰਿਹਾ ਹੈ ਸਾਡੀ ਲਾਈਫ 'ਚ ਕਿ ਅਸੀਂ ਸਾਰੇ ਰਲ ਮਿਲ ਕੇ ਖਾਣਾ ਬਣਾ ਰਹੇ ਨੇ। ਉਸ ਤੋਂ ਬਾਅਦ ਜਿਵੇਂ ਉੱਪਰ ਵਾਲੇ ਨੇ ਐਕਸਪੈਕਟ ਕੀਤਾ ਸਾਰਾ ਕੰਮ ਆਪਾਂ ਆਪਣੇ ਆਪ ਕਰ ਰਹੇ ਨੇ, ਦੁਨੀਆ ਕੋਲੋਂ ਨਹੀਂ ਕਰਾ ਰਹੇ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕੀ ਸਾਡੇ ਘਰਾਂ ਆਉਂਦੇ ਸੀ ਕੰਮ ਕਰਨ ਲਈ ਉਹਨਾਂ ਦੀ ਬੜੀ ਵੈਲਿਊ ਸਾਨੂੰ ਸਮਝ ਆ ਰਹੀ ਹੈ ਕਿ ਉਹ ਜਿਹੜਾ ਕੰਮ ਕਰਦੇ ਸਨ ਉਹ ਵੀ ਬੜਾ ਔਖਾ ਕੰਮ ਹੁੰਦਾ ਸੀ। ਸਾਨੂੰ ਲੱਗਦਾ ਸੀ ਕਿ ਕੰਮ ਤਾਂ ਇਵੇਂ ਹੋ ਜਾਂਦਾ ਹੈ, ਬਟ ਉਹਨਾਂ ਦੇ ਐਬਸੈਂਸ ਸਾਨੂੰ ਉਹਨਾਂ ਦੀ ਵੈਲਿਊ ਵੀ ਸਮਝ ਆ ਰਹੀ ਹੈ, ਉਹਨਾਂ ਦੀ ਇੱਜ਼ਤ ਹੋਰ ਵੱਧ ਗਈ ਸਾਡੀਆਂ ਅੱਖਾਂ 'ਚ ਸਾਡੇ। ਤਾਂ ਮੈਨੂੰ ਲੱਗਦਾ ਹੈ ਕਿ ਪੋਜ਼ਿਟਿਵ ਚੀਜ਼ ਹੈਗੀ ਭਾਜੀ। ਇਹ ਤਾਂ ਟਾਈਮ ਸਪੈਂਡ ਕਰਨ ਨੂੰ ਮਿਲ ਰਿਹਾ, ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਰਿਹਾ। ਨੈਟਫਲਿਕਸ ਦਾ ਬੜਾ ਸ਼ੌਕ ਹੈ ਲੋਕਾਂ ਨੂੰ, ਉਹ ਨੈਟਫਲਿਕਸ ਤੇ ਜਾ ਰਹੇ ਨੇ। ਤਾਂ ਮੈਨੂੰ ਲੱਗਦਾ ਹੈ ਨੈਗੇਟਿਵਿਟੀ ਨੂੰ ਛੱਡ ਕੇ ਅਸੀਂ ਪੋਜ਼ਿਟਿਵਿਟੀ ਦੇ ਵੱਲ ਜਾਵੇਂ ਤਾਂ ਬੜਾ ਪੋਜ਼ਿਟਿਵ ਜਿਹਾ ਟਾਈਮ ਹੈ ਜੀ। ਕੀ ਕਰ ਸਕਦੇ ਹਾਂ ਆਪਾਂ? ਹੋਰ ਕੁਝ ਕਰ ਨਹੀਂ ਸਕਦੇ। ਵੀ ਹੈਵ ਟੂ ਸਟੇ ਇਨਡੋਰਸ, ਅੰਦਰ ਤਾਂ ਨਹੀਂ ਸਾਰਿਆਂ ਨੂੰ।
ਟਾਈਮ ਦਾ ਇਸੇ ਤਰ੍ਹਾਂ ਬੈਸਟ ਯੂਟਿਲਾਈਜੇਸ਼ਨ ਕਰਨਾ ਸਾਰਿਆਂ ਨੂੰ। ਮੈਂ ਨਾ ਕਿ ਤੁਹਾਡੇ ਖਿਆਲਾਤ ਜਿਹੜੇ ਨਾ ਬਹੁਤ ਅੱਛੇ ਕਿ ਯਾਨੀ ਕਿ ਅਸੀਂ ਬਹੁਤ ਚੀਜ਼ਾਂ ਸਿੱਖ ਰਹੇ ਹਾਂ ਇਹਨਾਂ ਚੀਜ਼ਾਂ ਇਸ ਟਾਈਮ ਦੇ ਵਿੱਚ। ਜਿਹੜਾ ਸਾਡਾ ਯਾਨੀ ਕਿ ਕਿਤਾਬਾਂ ਪੜ੍ਹਨ ਦੀ ਜਿਹੜੀ ਸਾਡੀ ਉਮੀਦ ਹੈਗੀ ਸੀ ਕਿ ਅਸੀਂ ਕਦੀ ਜ਼ਿੰਦਗੀ ਦੇ ਵਿੱਚ ਕਿਤਾਬ ਵੀ ਪੜ੍ਹਾਂਗੇ ਜਨਾਬ, ਸਾਡੀ ਟਾਈਮ ਮਿਲੇਗਾ ਅਸੀਂ ਆਪਣੀ ਕਿਤਾਬਾਂ ਪੜ੍ਹਾਂਗੇ, ਕੋਈ ਚੀਜ਼ ਸਿੱਖਾਂਗੇ ਜਿਹੜੀ ਕੋਈ ਇੰਟਰਸਟਿੰਗ ਚੀਜ਼ ਹੈਗੀ ਸੀ ਉਹ ਅਸੀਂ ਯਾਨੀ ਕਿ ਹੁਣ ਸਾਡੇ ਕੋਲ ਜਿਹੜਾ ਟਾਈਮ ਹੈਗਾ ਅਸੀਂ ਉਹ ਸਿੱਖ ਰਹੇ ਹਾਂ। ਮੈਂ ਆਪਣੇ ਯਾਨੀ ਕਿ ਅਗਰ ਮਿਸਾਲ ਦੇਵਾਂ, ਮੈਂ ਖੁਦ ਯਾਨੀ ਕਿ ਚਾਹੁੰਦਾ ਸੀ ਕਿ ਯਾਰ ਮੈਂ ਕਲਾਊਡ ਦੀ ਜਿਹੜੀ ਲੈਬਸ ਹੈਗੀਆਂ ਨਾ ਉਹ ਕੰਪਲੀਟ ਕਰਨੀਆਂ ਨੇ। ਤੇ ਮੈਂ ਤਕਰੀਬਨ ਕੋਈ ਪਿਛਲੇ 1 ਸਾਲ ਤੋਂ ਟਾਈਮ ਕੱਢ ਰਿਹਾ ਸੀ, ਲੇਕਿਨ ਇਹ ਲੈਬਸ ਨੂੰ ਮੈਂ ਕੰਪਲੀਟ ਨਹੀਂ ਸੀ ਕਰ ਪਾ ਰਿਹਾ। ਕਈ ਦਫਾ ਕਰਦਿਆਂ ਲੇਕਿਨ ਇਹ ਹੁਣ ਜਿਹੜਾ ਟਾਈਮ ਹੈਗਾ ਇਹਦੇ ਵਿੱਚ ਮੈਂ ਲੈਬਸ ਆਪਣੀ ਕੰਪਲੀਟ ਕਰ ਰਿਹਾ ਤੇ ਬੜਾ ਅੱਛਾ ਟਾਈਮ ਹੈਗਾ। ਯਾਨੀ ਕਿ ਇਹਦੇ ਵਿੱਚ ਇੱਕ ਪੋਜ਼ਿਟਿਵ ਸਾਈਡ ਵੀ ਹੈਗੀ, ਲੇਕਿਨ ਨੈਗੇਟਿਵ ਸਾਈਡ ਤੇ ਅਸੀਂ ਦੇਖਿਆ ਜਾਏ ਤੇ ਸਾਡੇ ਯਾਨੀ ਕਿ ਕਾਰੋਬਾਰ ਜਿਹੜੇ ਹੈਗੇ ਨੇ ਉਹ ਬੰਦ ਹੋਏ ਪਏ ਨੇ, ਔਰ ਯਾਨੀ ਕਿ ਸਾਡੇ ਜਿੰਨੀ ਵੀ ਟਰਾਂਸਪੋਰਟ ਹੈਗੀ ਹੈ ਉਹ ਬੰਦ ਹੈਗੀ ਹੈ, ਲੋਕ ਘਰਾਂ 'ਚ ਹੈਗੇ ਨੇ, ਔਰ ਬਹੁਤ ਜ਼ਿਆਦਾ ਯਾਨੀ ਕਿ ਇਹਦਾ ਨੁਕਸਾਨ ਵੀ ਹੈਗਾ ਔਰ ਬਹੁਤ ਜ਼ਿਆਦਾ ਇਹਦਾ ਫਾਇਦਾ ਵੀ ਹੈਗਾ। ਸਾਡੇ ਕੁਝ ਲੋਕਾਂ ਨੂੰ ਫਾਇਦਾ, ਕੁਝ ਲੋਕਾਂ ਨੂੰ ਨੁਕਸਾਨ। ਇਸ ਚੀਜ਼ 'ਚ ਇੱਕ ਗੱਲ ਐਡ ਕਰਨਾ ਚਾਹਾਂਗਾ ਜੇ ਤੁਸੀਂ ਮੈਨੂੰ ਅਲਾਉ ਕਰੋ। ਇਹਦਾ ਸੋਸ਼ੋ ਇਕਨੋਮਿਕ ਇੰਪੈਕਟ ਜਿਵੇਂ ਕਹਿੰਦੇ ਆਪਾਂ, ਜਿਹੜੀ ਸੁਸਾਇਟੀ 'ਚ ਆਪਾਂ ਰਹਿੰਦੇ ਨੇ ਉਹ ਅਲੱਗ-ਅਲੱਗ ਕੈਟੇਗਰੀ 'ਚ ਵੰਡੀ ਹੋਈ ਰਹਿੰਦੀ ਆ। ਸਭ ਤੋਂ ਉੱਤੇ ਜਿਹੜੇ ਹਾਈ ਇਨਕਮ ਗਰੁੱਪ ਵਾਲੇ ਹੁੰਦੇ ਨੇ, ਉਸ ਤੋਂ ਥੱਲੇ ਫਿਰ ਮਿਡਲ ਇਨਕਮ ਗਰੁੱਪ, ਸਭ ਤੋਂ ਥੱਲੇ ਜਿਹੜੇ ਲੋ ਇਨਕਮ ਗਰੁੱਪ ਵਾਲੇ ਹੁੰਦੇ ਨੇ, ਉਸ 'ਚ ਵੀ ਕੁਝ ਇਹੋ ਜਿਹੇ ਨੇ ਜਿਹੜੇ ਰੋਜ਼ ਕਮਾ ਕੇ ਖਾਂਦੇ ਨੇ। ਤਾਂ ਇੰਪੈਕਟ ਜਦੋਂ ਇਹੋ ਜਿਹੀ ਬਿਮਾਰੀ ਦਾ ਪੈਂਦਾ ਹੈ, ਜਦ ਲੋਕੀ ਕੰਮ ਨਹੀਂ ਕਰ ਸਕਦੇ, ਤਾਂ ਬਿਮਾਰੀ ਦਾ ਇੰਪੈਕਟ ਤਾਂ ਪੈਂਦਾ ਹੀ ਹੈਲਥ ਤੇ, ਬਟ ਪੈਸੇ ਦੀ ਜਿਹੜੀ ਕਮੀ ਹੁੰਦੀ ਹੈ, ਅਮਾਊਂਟ ਦੀ ਜਿਹੜੀ ਕਮੀ ਹੁੰਦੀ ਹੈ, ਸੇਵਿੰਗ ਦੀ ਜਿਹੜੀ ਕਮੀ ਹੁੰਦੀ ਹੈ, ਉਹ ਸਭ ਤੋਂ ਜ਼ਿਆਦਾ ਜਿਹੜਾ ਥੱਲੇ ਵਾਲਾ ਸੈਕਟ ਹੁੰਦਾ ਹੈ ਉਹਨੂੰ ਪੈਂਦੀ। ਤਾਂ ਸਾਡੇ ਲਈ ਤਾਂ ਰੱਬ ਦੀ ਮਿਹਰ ਹੈ ਕਿ ਸਾਡਾ ਸਾਰਾ ਕੁਛ ਰੱਬ ਨੇ ਸੈੱਟ ਕਰਕੇ ਰੱਖਿਆ। ਬਟ ਮੈਂ ਚਾਹੁੰਦਾ ਹਾਂ ਇਸ ਵੈਬੀਨਾਰ ਦੇ ਵੱਲੋਂ ਕਿ ਜਿਹੜੇ ਲੋਕ ਸਾਨੂੰ ਸੁਣ ਰਹੇ ਨੇ, ਜਿਨ੍ਹਾਂ ਦੀ ਇਹੋ ਜਿਹੀ ਕੈਪੈਸਿਟੀ ਹੈ ਕਿ ਉਹ ਹਲੇ ਵੀ ਘਰ ਬੈਠ ਕੇ ਸਾਰਾ ਕੁਝ ਨਾਰਮਲ ਲਾਈਫ ਜੀ ਸਕਦੇ ਨੇ, ਉਹ ਕਿਸੇ ਤਰੀਕੇ ਨਾਲ ਜਿਹੜੇ ਲੋਅਰ ਸੈਕਟ ਦੇ ਨੇ, ਸਾਡੇ ਭਰਾ ਸਾਡੀ ਭੈਣ, ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਹੈਲਪ ਕਰੇ। ਇਹਦਾ ਨਾ ਹੋਏ ਕਿ ਅਸੀਂ ਸਾਰੇ ਥੋੜੇ ਜਿਹੇ ਸੈਲਫਿਸ਼ ਜਿਹੇ ਹੋ ਜਾਏ। ਮੈਂ ਨਹੀਂ ਚਾਹੁੰਦਾ। ਮੈਂ ਚਾਹੁੰਦਾ ਅਸੀਂ ਸਾਰੇ ਅੱਗੇ ਜਾ ਕਰ ਕਿਸੇ ਵੀ ਪ੍ਰਕਾਰ ਨਾਲ, ਕਿਸੇ ਵੀ ਤਰੀਕੇ ਨਾਲ ਸਾਰਿਆਂ ਦੀ ਹੈਲਪ ਜੇ ਕਰ ਪਾਏ, ਕਿਉਂਕਿ ਅਸੀਂ ਤਾਂ ਘਰ ਬੈਠ ਕੇ ਕਿਤਾਬ ਪੜ੍ਹ ਰਹੇ ਨੇ, ਗਿਟਾਰ ਸਿੱਖ ਰਹੇ ਨੇ, ਸਾਡੇ ਭਰਾ ਨੇ, ਸਾਡੀ ਭੈਣਾਂ ਨੇ ਬਾਹਰ ਜਿਹਨੂੰ ਅੱਜ ਕਮੀ ਪੈ ਰਹੀ ਹੈ ਸੇਵਿੰਗ ਦੇ ਘੱਟ ਹੋਣ ਦੇ ਚੱਲਦੇ। ਤਾਂ ਆਈ ਜਸਟ ਮੈਂ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਉਹਨਾਂ ਦਾ ਵੀ ਬੜਾ ਉਹਨਾਂ ਹੀ ਧਿਆਨ ਰੱਖੇ। ਮੈਂ ਆਪਣੇ ਭਾਈ ਲਾਹੌਰ ਅਬ ਤੋਂ ਵੇਦ ਸਾਹਿਬ ਨੂੰ ਕਹਾਂਗਾ ਕਿ ਆਪਣੀ ਵੀਡੀਓ ਚਲਾਉਣ, ਤੇ ਅਸੀਂ ਆਪਣੇ ਲਾਹੌਰ ਦੇ ਬਾਰੇ 'ਚ ਅਸੀਂ ਜਾਣਨਾ ਚਾਹਾਂਗੇ ਕਿ ਸਾਡੇ ਲਾਹੌਰ ਸ਼ਹਿਰ ਦੇ ਵਿੱਚ ਸਾਡੇ ਕਰੋਨਾ ਦੀ ਕੀ ਸਿਚੁਏਸ਼ਨ ਹੈਗੀ ਹੈ, ਔਰ ਸਾਡੇ ਕਰੋਨਾ ਦੇ ਕੀ ਸਾਡੇ ਪਰਸਨਲ ਲਾਈਫ ਦੇ ਹਾਲਾਤ ਹੈਗੇ ਨੇ। ਵੇਦ ਸਾਹਿਬ ਸਾਡੇ ਨਾਲ ਹੈਗੇ ਨੇ। I think connectivity issue ਵੇਦ ਸਾਹਿਬ ਮੇਰੇ ਖਿਆਲ ਨਾਲ डिस्कनेक्ट हो गए। I think connectivity problem आ रही है प्रतीक। ਸਾਡੇ ਬਹੁਤ ਜ਼ਿਆਦਾ ਜਿਹੜੀ ਵਰਕਿੰਗ ਹੈਗੀ ਉਹ ਰੁਕ ਚੁੱਕੀ ਹੋਈ ਹੈ, ਔਰ ਸਾਡੇ ਜ਼ਿਆਦਾ ਅਸਰ ਜਿਹੜਾ ਹੈਗਾ ਸਾਡੀ ਟੈਕਸਟਾਈਲ ਇੰਡਸਟਰੀ ਨੂੰ ਹੈਗਾ, ਕਿਉਂਕਿ ਸਾਡਾ ਫੈਸਲਾਬਾਦ ਜਿਹੜਾ ਹੈਗਾ ਇੱਕ ਗਾਰਡ ਹੈਗਾ ਟੈਕਸਟਾਈਲ ਦਾ, ਔਰ ਟੈਕਸਟਾਈਲ ਇੰਡਸਟਰੀ ਬਿਲਕੁਲ ਬੰਦ ਹੋ ਗਈ ਸੀ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿ ਲੋਕਾਂ ਨੂੰ ਫੈਕਟਰੀ ਨਹੀਂ ਸੀ ਚੱਲ ਰਹੀਆਂ। ਬਿਜਲੀ ਦੇ ਬਿੱਲ ਜਿਹੜੇ ਹੈਗੇ ਨੇ ਲੋਕਾਂ ਨੇ ਤੇ ਉਹਨਾਂ ਦਾ ਰੌਲਾ ਪਾਤਾ ਜੀ ਕਿ ਜੀ ਸਾਡੇ ਬਿੱਲ ਮਾਫ ਕਰੋ, ਔਰ ਇਹ ਚੀਜ਼ਾਂ ਯਾਨੀ ਕਿ ਚੈਂਬਰ ਦੇ ਵਿੱਚ ਡਿਸਕਸ ਵੀ ਹੋ ਰਹੀਆਂ ਨੇ। ਲੇਕਿਨ ਇਹ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਅਗਰ ਲੈ ਕੇ ਚੱਲੀਏ ਆਪਣੇ ਲੈਵਲ ਦੇ ਵਿੱਚ, ਅਸੀਂ ਅਗਰ ਦੇਖੀਏ ਕਿ ਸਾਡੇ ਚੈਂਬਰ ਦੇ ਵਿੱਚ ਇਹ ਚੀਜ਼ਾਂ ਡਿਸਕਸ ਹੋ ਰਹੀਆਂ ਨੇ ਕਿ ਅਸੀਂ ਆਪਣੇ ਸੈਸ਼ਨਸ ਔਰ ਟੈਕਸਟਾਈਲ ਦੇ ਜਿੰਨੇ ਵੀ ਯਾਨੀ ਕਿ ਸੈਕਸ਼ਨਸ ਹੈਗੇ ਨੇ ਇਹਨਾਂ ਨੂੰ ਚਲਾ ਦਿੱਤਾ ਜਾਵੇ। ਹੁਣ ਯਾਨੀ ਕਿ ਗੌਰਮੈਂਟ ਨੇ ਇਸ ਚੀਜ਼ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਆਪਣੇ
ਇਹ ਜਿਹੜੇ ਟੈਕਸਟਾਈਲ ਦੇ ਯੂਨਿਟ ਹੈਗੇ ਨੇ ਇਹ ਚਲਾਓ। ਔਰ ਖਿਆਲ ਨਾਲ ਸਾਡੇ ਨਾਲ ਵੇਦ ਸਾਹਿਬ ਨਹੀਂ ਜੁਆਇਨ ਕਰ ਪਾ ਰਹੇ। ਵੇਦ ਸਾਹਿਬ ਦਾ ਇੰਤਜ਼ਾਰ ਹੈਗਾ, ਜਿਵੇਂ ਹੀ ਆਉਂਦੇ ਨੇ ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਕਿ ਜ਼ਰੂਰ ਸਾਨੂੰ ਲਾਹੌਰ ਦੇ ਬਾਰੇ 'ਚ ਆਗਾਹ ਕਰਨ ਕਿ ਲਾਹੌਰ ਦੇ ਵਿੱਚ ਕੀ ਸਿਚੁਏਸ਼ਨ ਚੱਲ ਰਹੀ ਹੈ। ਔਰ ਜ਼ਰੂਰ ਮੈਂ ਉਨੀ ਦੇਰ ਐਡ ਕਰਨਾ ਚਾਹਾਂਗਾ ਅਗਰ ਤੁਹਾਡੀ ਇਜਾਜ਼ਤ। ਦੱਸੋ ਜ਼ਰੂਰ, ਕਿਉਂ ਤੁਸੀਂ ਆਪਣੀ ਚੀਜ਼ਾਂ ਇਕਨੋਮਿਕ ਸਿਚੁਏਸ਼ਨ ਦੀ ਤੁਸੀਂ ਗੱਲ ਕਰ ਰਹੇ ਸੀ ਨਾ, ਮੈਂ ਵੀ ਕਨੈਕਟਡ ਆ PhD ਚੈਂਬਰ ਆਫ ਕਾਮਰਸ ਹੈ ਇੱਥੇ ਚੰਡੀਗੜ੍ਹ ਪੰਜਾਬ ਚੈਪਟਰ ਦੇ ਨਾਲ ਮੈਂ ਕਨੈਕਟਡ ਆ। ਅਸੀਂ ਵੀ ਇਹ ਚੀਜ਼ਾਂ ਕਾਫੀ ਦੇਰ ਤੋਂ ਡਿਸਕਸ ਕਰ ਰਹੇ ਹਾਂ ਕਿਉਂਕਿ ਸਾਰਿਆਂ ਨਾਲੋਂ ਜ਼ਿਆਦਾ ਅਗਰ ਹੈਲਥ ਕੇਅਰ ਤੋਂ ਬਾਅਦ ਕਿਸੇ ਸੈਗਮੈਂਟ ਤੇ ਪ੍ਰੋਬਲਮ ਆਈ ਹੈ ਤਾਂ ਉਹ ਇਕਨੋਮਿਕ ਸੈਗਮੈਂਟ ਹੈ, ਉਹ ਇੰਡਸਟਰੀਅਲ ਸੈਗਮੈਂਟ ਹੈ, ਕਿਉਂਕਿ ਲੋਕਾਂ ਦੇ ਕਾਰੋਬਾਰ ਸਾਰੇ ਬੰਦ ਹੋ ਗਏ। ਸੇਮ ਜਿਵੇਂ ਤੁਸੀਂ ਦੱਸਿਆ ਫੈਸਲਾਬਾਦ ਟੈਕਸਟਾਈਲ ਦਾ ਹੱਬ ਹੈ, ਲੁਧਿਆਣਾ ਵੀ ਪੰਜਾਬ 'ਚ ਟੈਕਸਟਾਈਲ ਦਾ ਹੱਬ ਹੈ। ਲੁਧਿਆਣੇ 'ਚ ਵੀ ਹੋਜ਼ਰੀ ਇੰਡਸਟਰੀ ਬਹੁਤ ਜ਼ਿਆਦਾ, ਸਾਈਕਲ ਇੰਡਸਟਰੀ ਬਹੁਤ ਹੈ। ਇੱਦਾਂ ਦੀ ਜਿੰਨੀ ਵੀ ਇੰਡਸਟਰੀਅਲ ਹੱਬ ਹੈ ਪੰਜਾਬ ਦਾ, ਇਹਨੂੰ ਮੈਨਚੈਸਟਰ ਆਫ ਇੰਡੀਆ ਵੀ ਕਹਿੰਦੇ ਲੁਧਿਆਣੇ। ਇੱਥੇ ਵੀ ਇਹੀ ਪ੍ਰੋਬਲਮਸ ਆ ਰਹੀਆਂ ਸੀ। ਜਿੰਨੇ ਵੀ ਚੈਂਬਰਸ ਹੈ ਉਹਨਾਂ 'ਚ ਸੇਮ ਸ਼ਿਕਾਇਤਾਂ ਆ ਰਹੀਆਂ ਕਿ ਫਾਈਨੈਂਸ਼ੀਅਲ ਪੈਕੇਜਸ ਚਾਹੀਦੇ ਆ ਸਰਕਾਰਾਂ ਵੱਲੋਂ, ਬਟ ਸਰਕਾਰਾਂ ਦਾ ਸਾਰਿਆਂ ਨਾਲ ਪਹਿਲਾ ਧਿਆਨ ਹੈ ਜਿਹੜਾ ਉਹ ਹੈਲਥ ਕੇਅਰ ਤੇ ਹੈ। ਉਹ ਲਾਜ਼ਮੀ ਵੀ ਹੈ ਵੀ ਪਹਿਲੇ ਜਾਨ ਹੋਊਗੀ ਤਾਂ ਸਾਰਾ ਕੁਝ ਬਚ ਜਾਏਗਾ। ਜੇ 2 ਮਹੀਨੇ 'ਚ ਜਾਨ ਬਚ ਗਈ ਸਾਰਿਆਂ ਦੀ ਤੇ ਜਿਹੜੀ ਮੈਂ ਸੋਚਦਾ ਕਿ ਜ਼ਰੂਰ ਹੋਏਗਾ ਤੇ ਉਸ ਤੋਂ ਬਾਅਦ ਕੰਮ ਵੀ ਚੱਲ ਪੈਣਗੇ। ਹਾਂ ਥੋੜਾ ਜਿਹਾ ਜ਼ੋਰ ਜ਼ਰੂਰ ਲੱਗੇਗਾ, ਥੋੜਾ ਜਿਹਾ ਸਾਡਾ ਐਫਰਟ ਜ਼ਿਆਦਾ ਲੱਗੇਗਾ ਉਸ ਤੋਂ ਬਾਅਦ ਕੰਮ ਤੋਰਨ ਲਈ, ਪਰ ਕੰਮ ਤਾਂ ਸਾਰਿਆਂ ਦੇ ਵਾਪਸ ਆਈ ਜਾਣ। ਉਹਦੇ ਵਾਸਤੇ ਵਿੱਚ ਕੁਝ ਇੰਡਸਟਰੀਅਲ ਪੈਕੇਜਸ ਸਰਕਾਰ ਨੇ ਦਿੱਤੇ ਆ, ਜਿਵੇਂ ਬਿਜਲੀ ਡਿਪਾਰਟਮੈਂਟ ਨੇ ਸਾਰਿਆਂ ਨਾਲ ਪਹਿਲੇ 10,000 ਤੱਕ ਦੇ ਬਿੱਲ ਤੁਸੀਂ ਲੇਟ ਪੇ ਕਰ ਸਕਦੇ। ਜਿਹਦਾ 10,000 ਰੁਪਏ ਤੱਕ ਦਾ ਬਿੱਲ ਆਉਂਦਾ ਉਹ ਤੁਸੀਂ ਪੰਜਾਬ 'ਚ ਲੇਟ ਪੇ ਕਰ ਸਕਦੇ ਹੋ, ਉਹਦੇ ਤੇ ਕੋਈ ਸਰਚਾਰਜ ਨਹੀਂ ਲੱਗੇਗਾ ਤੇ ਕੋਈ ਬਿਜਲੀ ਦਾ ਕਨੈਕਸ਼ਨ ਕੱਟਿਆ ਨਹੀਂ ਜਾਏਗਾ। ਤੇ ਕੱਲ ਜਾਂ ਪਰਸੋਂ ਇੱਕ ਇੰਡਸਟਰੀਅਲ ਪੈਕੇਜ ਵੀ ਆਇਆ ਹੈ ਬਿਜਲੀ ਦਾ, ਉਹ ਵੀ ਸੇਮ ਆਇਆ, ਤੁਸੀਂ ਲੇਟ ਪੇ ਕਰ ਸਕਦੇ ਹੋ, ਜਦੋਂ ਤੁਸੀਂ ਚਾਹੋ ਉਦੋਂ ਪੇ ਕਰ ਸਕਦੇ ਹੋ, ਕੋਈ ਸਰਚਾਰਜਸ ਜਿਹੜੇ ਉੱਤੇ ਸਰਚਾਰਜ ਲੱਗਦਾ ਹੈ ਉਹ ਨਹੀਂ ਲੱਗੇਗਾ। ਤੇ ਸੇਮ ਇੰਡਸਟਰੀਅਲ ਹੈ। ਹੁਣ ਜੇ ਆਪਾਂ ਜਿਵੇਂ ਪ੍ਰਤੀਕ ਭਾਜੀ ਕਹਿ ਰਹੇ ਸੀ ਵੀ ਇੱਕ ਲੋਅਰ ਇਨਕਮ ਗਰੁੱਪ ਸੈਗਮੈਂਟ ਹੁੰਦਾ ਹੈ, ਉਹਦੇ 'ਚ ਲੇਬਰ ਡਿਪਾਰਟਮੈਂਟ ਨੇ ਪਹਿਲੇ ਹੀ ਇਹ ਫੈਸਲਾ ਦੇ ਦਿੱਤਾ ਵੀ ਕੋਈ ਵੀ ਕਿਸੇ ਨੂੰ ਆਪਣੇ EMPLOYEES ਨੂੰ ਫਾਇਰ ਨਾ ਕਰੇ, ਲੇ ਆਫ ਨਾ ਕਰੇ, ਕਿਸੇ ਦੀ ਵੀ ਸੈਲਰੀ ਨਾ ਰੱਖੇ। ਜਿਹਦੇ ਕੋਲ ਹੋ ਸਕਦਾ ਉਹ ਸੈਲਰੀ ਥੋੜੀ ਜਿਹੀ ਐਡਵਾਂਸ ਹੀ ਦੇ ਕੇ ਰੱਖੇ, ਜਿਹੜਾ ਮੈਨੂੰ ਲੱਗਦਾ ਬਹੁਤ ਅੱਛਾ ਸਟੈਪ ਹੈ ਲੋਅਰ ਇਨਕਮ ਗਰੁੱਪ ਲਈ, ਜਿਹੜੇ ਸਾਡੇ EMPLOYEES ਹੈ, ਵਰਕਰ ਲੇਬਰਰ ਨੇ। ਬਟ ਇੱਕ ਜਿਹੜਾ ਪ੍ਰੈਸ਼ਰ ਹੈ ਉਹ ਆਈ ਥਿੰਕ ਜਿਹੜਾ ਮਿਡਲ ਇਨਕਮ ਗਰੁੱਪ ਉਹਦੇ ਤੇ ਬਹੁਤ ਜ਼ਿਆਦਾ ਬਣਦਾ ਹੈ, ਕਿਉਂਕਿ ਉਹਦੇ ਤੇ ਟੈਕਸਿਸ ਵੀ ਨੇ, ਉਹਦੇ ਤੇ ਚੈਰਿਟੀਜ਼ ਵੀ ਹੈ। ਹੁਣ ਅਗਰ ਚੈਰਿਟੀ ਵਾਸਤੇ ਕੋਈ ਆਉਂਦਾ ਤਾਂ ਉਹ ਵੀ ਮਿਡਲ ਇਨਕਮ ਗਰੁੱਪ ਤੇ ਬਹੁਤ ਪ੍ਰੈਸ਼ਰ ਪੈਂਦਾ, ਤੇ ਲੋਅਰ ਇਨਕਮ ਗਰੁੱਪ ਦਾ ਵੀ ਧਿਆਨ ਰੱਖਣਾ ਜਿਹੜਾ ਮਿਡਲ ਤੇ ਹਾਇਰ ਦਾ ਹੀ ਰਿਸਪੌਂਸਿਬਿਲਿਟੀ ਬਣ ਜਾਂਦੀ। ਤੇ ਉਹ ਪ੍ਰੈਸ਼ਰ ਹੁਣ ਆਈ ਥਿੰਕ ਨੈਕਸਟ ਸਟੈਪ 'ਚ ਸਰਕਾਰਾਂ ਕੋਸ਼ਿਸ਼ ਕਰ ਰਹੀਆਂ। ਹੁਣ ਸਰਕਾਰਾਂ ਫਾਈਨੈਂਸ਼ੀਅਲ ਵਾਲੀ ਸਾਈਡ ਤੇ ਆ ਰਹੀਆਂ, ਅਸੀਂ ਕਿਵੇਂ ਸਪੋਰਟ ਕਰੀਏ ਸਟਾਰਟਅਪਸ ਨੂੰ, ਕਿਵੇਂ ਸਪੋਰਟ ਕਰੀਏ ਛੋਟੇ ਬਿਜ਼ਨੈਸਿਸ ਨੂੰ, ਲੈਂਡਲॉर्ड्स ਦੀਆਂ ਜਿਨ੍ਹਾਂ ਦੀਆਂ ਕਿਸ਼ਤਾਂ ਜਾਂਦੀਆਂ। ਇੱਕ ਬਹੁਤ ਅੱਛਾ ਪੈਕੇਜ, ਅਗਰ ਮੈਨੂੰ ਇੱਕ ਅੱਧਾ ਮਿੰਟ ਹੋਰ ਦਿਓ ਤਾਂ, ਬਹੁਤ ਅੱਛਾ ਪੈਕੇਜ RBI ਨੇ, ਰਿਜ਼ਰਵ ਬੈਂਕ ਆਫ ਇੰਡੀਆ ਨੇ ਦਿੱਤਾ, ਜਿਨ੍ਹਾਂ ਦੀਆਂ ਵੀ ਲੋਨਸ ਦੀਆਂ ਕੋਈ ਵੀ ਕਿਸ਼ਤਾਂ ਇੰਸਟਾਲਮੈਂਟਸ ਚੱਲ ਰਹੀਆਂ ਉਹ 3-3 ਮਹੀਨੇ ਤੁਸੀਂ ਡਿਲੇ ਕਰ ਸਕਦੇ ਹੋ ਬਿਨਾਂ ਕਿਸੇ ਚਾਰਜ ਤੋਂ, ਬਿਨਾਂ ਤੁਹਾਡੇ ਪੈਨ ਕਾਰਡ ਤੇ ਜਿਹੜਾ ਸਾਡਾ ਫਾਈਨੈਂਸ਼ੀਅਲ ਕਾਰਡ ਹੁੰਦਾ ਉਹਦੇ ਤੇ ਕੋਈ ਅਸਰ ਨਹੀਂ ਪਏਗਾ, ਉਹਦੇ ਤੇ ਸਿਬਿਲ ਨਹੀਂ ਉਹਦੇ ਤੇ ਲੱਗੇਗਾ। ਤੇ ਉਹ 3-3 ਮਹੀਨੇ ਤੁਸੀਂ ਰਿਕੁਐਸਟ ਕਰਕੇ ਆਪਣੀਆਂ ਇੰਸਟਾਲਮੈਂਟਸ ਡਿਲੇ ਕਰ ਸਕਦੇ, ਜਿਹੜਾ ਹੈਗਾ ਬਹੁਤ ਵਧੀਆ ਇੱਕ ਸਟੈਪ ਹੈ। ਕਿਉਂਕਿ ਹੁਣ ਅਗਰ ਗੱਲ ਕਰੀਏ ਤਾਂ ਲੋਕਾਂ ਨੂੰ ਇੰਸਟਾਲਮੈਂਟਸ ਦੀ ਬਹੁਤ ਪ੍ਰੋਬਲਮ ਹੁੰਦੀ ਹੈ, ਹਰੇਕ ਨੇ ਘਰ ਲਏ ਹੁੰਦੇ ਆ, ਗੱਡੀਆਂ ਲਈ ਹੁੰਦੀਆਂ, ਬਿਜ਼ਨਸ ਲੋਨਸ ਲਏ ਹੁੰਦੇ ਆ, ਪਰਸਨਲ ਲੋਨ ਲਏ ਹੁੰਦੇ, ਉਹ ਸਾਰੀਆਂ ਚੀਜ਼ਾਂ 3-3 ਮਹੀਨੇ ਵਾਸਤੇ ਡਿਲੇ ਕੀਤੀਆਂ ਨੇ। ਨੋ ਡਾਊਟ ਉਹਦਾ ਅੱਗੇ ਜਾ ਕੇ ਇੰਟਰਸਟ ਜ਼ਰੂਰ ਪਏਗਾ ਕਿਉਂਕਿ ਤੁਸੀਂ ਆਪਣੀ ਇੰਸਟਾਲਮੈਂਟ ਲੇਟ ਦੇ ਰਹੇ ਹੋ, ਪਰ ਇਹ ਹੈ ਵੀ ਹਾਲ ਦੀ ਘੜੀ ਉਹ ਕੰਮ ਬਹੁਤ ਵਧੀਆ ਹੋ ਗਿਆ ਸਾਰਿਆਂ ਵਾਸਤੇ। ਤੁਹਾਡੀ ਆਵਾਜ਼ ਨਹੀਂ ਆ ਰਹੀ PSG, ਆਈ ਥਿੰਕ ਮਿਊਟ ਤੇ ਹੋ ਤੁਸੀਂ। ਜੀ ਹੁਣ ਆਵਾਜ਼ ਆ ਰਹੀ ਹੈ ਜੀ? ਹਾਂਜੀ।
ਚਲੋ ਬਿਹਤਰ ਹੋ ਗਿਆ ਜੀ। ਅਸੀਂ ਗੱਲ ਕਰਨਾ ਚਾਹਾਂਗੇ ਕਿ ਸਾਡੇ, ਮੈਂ ਗੱਲ ਕਰ ਰਹੀ ਸੀ ਫੈਸਲਾਬਾਦ ਦੀ, ਕਿ ਫੈਸਲਾਬਾਦ ਦੇ ਵਿੱਚ ਸਾਡੇ ਨਾ ਚੈਂਬਰ ਦੇ ਲੋਕ ਜਿਹੜੇ ਨੇ ਉਹ ਇਹ ਚੀਜ਼ਾਂ ਦੇ ਬਾਰੇ 'ਚ ਆਪਣੀ ਪੁਆਇੰਟਸ ਜਿਹੜੇ ਹੈਗੇ ਨੇ ਦੱਸ ਰਹੇ ਨੇ। ਚੈਂਬਰ ਦੇ ਵਿੱਚ ਗੱਲ ਡਿਸਕਸ ਹੋ ਰਹੀ ਸੀ, ਸਾਡੇ ਚੈਂਬਰ ਦੇ ਪ੍ਰੈਜ਼ੀਡੈਂਟ ਹੈਗੇ ਨੇ ਰਾਣਾ ਸਿਕੰਦਰ ਸਾਹਿਬ, ਉਹ ਗੱਲ ਕਰ ਰਹੇ ਸੀ ਕਿ ਸਾਡੇ ਲੋਕਲ ਜਿਹੜੇ ਆ ਛੋਟੇ ਤਾਜਰ ਹੈਗੇ ਨੇ, ਇਹਨਾਂ ਦੇ ਬਿੱਲ ਜਿਹੜੇ ਹੈਗੇ ਨੇ ਮਾਫ ਕੀਤੇ ਜਾਣ ਔਰ ਇਹਨਾਂ ਨੂੰ ਦੁਕਾਨਾਂ ਵਗੈਰਾ ਖੋਲ੍ਹਣ ਦਿੱਤੀਆਂ ਜਾਣ। ਲੇਕਿਨ ਇਹ ਸਾਡੇ ਜਿਹੜੇ ਯਾਨੀ ਕਿ ਛੋਟੇ ਤਾਜਰ ਨੇ ਇਸ ਚੀਜ਼ ਨੂੰ ਨਹੀਂ ਸਮਝਦੇ ਹੈਗੇ ਕਿ ਪ੍ਰੀਕਾਸ਼ਨਸ ਕੋਈ ਚੀਜ਼ ਹੁੰਦੀਆਂ ਨੇ ਕਰੋਨਾ ਦੇ ਬਾਰੇ 'ਚ। ਸਾਨੂੰ ਚਾਹੀਦਾ ਕਿ ਇਹ ਜਿਹੜੀਆਂ ਗੌਰਮੈਂਟ ਨੇ ਸਾਡੇ ਉੱਤੇ ਪਾਬੰਦੀਆਂ ਲਾਈਆਂ ਨੇ ਇਹਨਾਂ ਨੂੰ ਅਪਣਾਇਆ ਜਾਏ। ਲੇਕਿਨ ਸਾਡੇ ਜਿਹੜੇ ਲੋਕ ਹੈਗੇ ਨੇ, ਅਸੀਂ ਤੇ ਗੱਲ ਕਰਾਂਗੇ ਜੀ ਜੋ ਸਾਡੇ ਕੋਲ ਹੋ ਰਿਹਾ, ਅਸੀਂ ਤੇ ਯਾਨੀ ਕਿ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਅਵੇਅਰ ਕਰਦੇ ਹਾਂ ਜੀ ਕਿ ਤੁਸੀਂ ਆਪਣੀ ਇਹਤਿਆਤ ਕਰੋ, ਘਰੋਂ ਬਾਹਰ ਨਾ ਨਿਕਲੋ। ਅਸੀਂ ਬੜੇ ਯਾਨੀ ਕਿ ਮੈਸੇਜ ਵਗੈਰਾ ਵੀ ਚਲਾਉਂਦੇ ਹਾਂ, ਲੇਕਿਨ ਲੋਕ ਇਹਨਾਂ ਚੀਜ਼ਾਂ ਨੂੰ ਆਪਣੇ ਤੇ ਸੀਰੀਅਸ ਨਹੀਂ ਲੈ ਰਹੇ ਹੈਗੇ। ਜਿੰਨੀ ਦੇਰ ਤੱਕ ਇਹ ਸੀਰੀਅਸ ਨਹੀਂ ਲੈਣਗੇ ਉਨੀ ਦੇਰ ਤੱਕ ਅਸੀਂ ਇਸ ਕਰੋਨਾ ਦੀ ਲੜਾਈ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਾਂਗੇ, ਅਸੀਂ ਕਰੋਨਾ ਨੂੰ ਖਤਮ ਨਹੀਂ ਕਰ ਸਕਾਂਗੇ। ਲੇਕਿਨ ਸਾਡੇ ਜਿਹੜੇ ਚੈਂਬਰ ਦੇ ਲੋਕ ਹੈਗੇ ਨੇ ਉਹ ਵੀ ਇਸ ਚੀਜ਼ ਨੂੰ ਕਹਿ ਰਹੇ ਨੇ ਕਿ ਚਲੋ ਅਸੀਂ ਮੰਨ ਲੈਂਦੇ ਹਾਂ, ਲੇਕਿਨ ਇਹ ਕਿ ਸਾਡੇ ਬਿੱਲ ਮਾਫ ਕੀਤੇ ਜਾਣ। ਸਾਡੀ ਗੌਰਮੈਂਟ ਇਸ ਚੀਜ਼ ਦੇ ਬਾਰੇ 'ਚ ਲਾਜ਼ਮੀ ਦੇਖ ਰਹੀ ਹੈ ਕਿ ਤੁਸੀਂ ਸਾਡੇ ਬਿੱਲ ਵਗੈਰਾ ਜਿਹੜੇ ਹੈਗੇ ਨੇ ਉਹ ਮਾਫ ਕਰੋ ਔਰ ਸਾਡੇ ਯਾਨੀ ਕਿ ਡਿਫਰੈਂਟ ਸਾਨੂੰ ਸਰਵਿਸਿਜ਼ ਹੈਗੀਆਂ ਨੇ ਉਹ ਸਾਡੇ ਡੋਰ ਸਟੈਪ ਤੱਕ ਦਿਓ। ਲੇਕਿਨ ਇਹ ਹਾਲੇ ਤੱਕ ਸਾਡੀ ਗੌਰਮੈਂਟ ਇਸ ਚੀਜ਼ ਵਿੱਚ ਕਾਮਯਾਬ ਨਹੀਂ ਹੋ ਪਾ ਰਹੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਚੀਜ਼ਾਂ ਹੈਗੀਆਂ ਨੇ ਜਲਦ ਅਜ ਜਲਦ ਸਾਡੇ ਡੋਰ ਸਟੈਪ ਤੱਕ ਪਹੁੰਚਣਗੀਆਂ ਜਾਂ ਸਾਡੇ ਸਰਵਿਸਿਜ਼ ਸਾਨੂੰ ਪਹੁੰਚਣਗੀਆਂ। ਅਸੀਂ ਅਗਲਾ ਪੁਆਇੰਟ ਜਿਹੜਾ ਡਿਸਕਸ ਕਰਨਾ ਚਾਹ ਰਹੇ ਹਾਂ ਉਹ ਸਾਡੇ ਕੋਲ ਹੈਗਾ ਵੇ ਸਾਡੀ ਤਾਲੀਮ ਹੈਗੀ ਹੈ, ਜਿਹੜੀ ਸਾਰੇ ਯਾਨੀ ਕਿ ਇੱਕ ਪਹੀਆ ਹੈਗੀ ਸਾਡਾ ਇਕੋਨਮੀ ਦਾ, ਤੇ ਇਹ ਤਾਲੀਮ ਜਿਹੜੀ ਹੈਗੀ ਹੈ ਇਹਦੇ ਤੇ ਕਰੋਨਾ ਦੇ ਕੀ ਅਸਰਾਤ ਹੈਗੇ ਨੇ। ਅਸੀਂ ਜਾਣਨਾ ਚਾਹਾਂਗੇ ਪਰਮ ਕਾਲਰਾ ਸਾਹਿਬ ਕਿ ਸਾਨੂੰ ਇਸ ਚੀਜ਼ ਦੇ ਬਾਰੇ ਦੱਸੋ ਕਿ ਸਾਡੇ ਜਿਹੜੇ ਕਰੋਨਾ ਦੇ ਅਸਰਾਤ ਤਾਲੀਮ ਤੇ ਨੇ ਉਹ ਕੀ ਹੈਗੇ ਨੇ, ਕੋਈ ਇਹਦੇ ਤੇ ਜ਼ਰਾ ਰੋਸ਼ਨੀ ਪਾਓ। ਦਿਨ 'ਚ ਹਾਲੇ ਵੀ ਵਰਕ ਫਰੋਮ ਹੋਮ ਕਰ ਰਹੇ ਆ। ਮੈਨੂੰ ਇਹ ਲੱਗਦਾ ਕਿ ਬਹੁਤ ਅੱਛਾ ਚਾਂਸ ਮਿਲਿਆ ਇੱਕ ਐਜੂਕੇਸ਼ਨ ਇੰਡਸਟਰੀ ਨੂੰ, ਤਾਲੀਮ ਨੂੰ, ਕਿ ਸਾਰਾ ਕੁਝ ਹੁਣ ਆਈਟੀ ਦੇ ਸਪੋਰਟ ਨਾਲ ਆਨਲਾਈਨ ਹੋਣ ਲੱਗ ਗਿਆ। ਮੇਰੇ ਛੋਟੇ ਭਾਣਜਾ ਭਾਣਜੀ ਨੇ, ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਕੱਲ, ਉਹ ਵੀ ਕਹਿ ਰਹੇ ਸੀ ਕਿ ਸਾਰੀਆਂ ਕਲਾਸਿਸ ਹੁਣ ਆਨਲਾਈਨ ਲੱਗਦੀਆਂ ਜ਼ੂਮ ਦੇ ਥਰੂ। ਪਹਿਲੇ ਟੀਚਰ ਅਟੈਂਡੈਂਸ ਲੈਂਦੀ ਹੈ, ਫਿਰ ਆ ਕੇ ਐਕਟੀਵਿਟੀਜ਼ ਕਰਾਉਂਦੀ ਹੈ, ਫਿਰ ਕਲਾਸਿਸ ਲੈਂਦੀ ਹੈ, ਜਿਹੜਾ ਮੈਨੂੰ ਲੱਗਦਾ ਬਹੁਤ ਅੱਛਾ ਚੇਂਜ। ਅਗਰ ਇਹ ਵਾਲਾ ਵੈਸੇ ਨਾਰਮਲੀ ਇੰਪਲੀਮੈਂਟ ਕੀਤਾ ਜਾਂਦਾ ਨਾਰਮਲ ਕੰਡੀਸ਼ਨਸ 'ਚ, ਇਹ ਟੈਕਨੋਲੋਜੀ ਤੇ ਮੈਨੂੰ ਲੱਗਦਾ ਇਹਨੂੰ ਬਹੁਤ ਟਾਈਮ ਲੱਗ ਜਾਂਦਾ। ਇਹ ਤਾਂ ਹੁਣ ਮਜਬੂਰੀ 'ਚ ਬਹੁਤ ਅੱਛਾ ਇੰਪਲੀਮੈਂਟ ਹੋ ਗਿਆ ਐਂਡ ਅੱਗੇ ਬੱਚਿਆਂ ਵਾਸਤੇ ਬੈਨੀਫੀਸ਼ੀਅਲ ਵੀ ਹੈ, ਕਿਉਂਕਿ ਕਈ ਐਸੀਆਂ ਯੂਨੀਵਰਸਿਟੀਜ਼ ਹੈ, ਕਾਲਜਿਸ ਹੈ, ਸਕੂਲਸ ਹੈ। ਹੁਣ ਇੰਡੀਆ 'ਚ ਕੀ ਹੈ, ਹਰ ਜਗ੍ਹਾ ਤੇ ਇੰਟਰਨੈਟ ਤਾਂ ਪਹੁੰਚ ਗਿਆ, ਪਰ ਕਈ ਜਗ੍ਹਾ ਤੇ ਸੁਵਿਧਾਵਾਂ ਦੀ ਹੋਰ ਨਹੀਂ ਪਹੁੰਚੀ। ਬਾਕੀ ਇੰਟਰਨੈਟ ਹੁਣ ਆਲਮੋਸਟ ਹਰ ਜਗ੍ਹਾ ਤੇ ਇੰਡੀਆ 'ਚ ਹੈਗਾ ਹੀ ਹੈ, ਤੇ ਉਹਦੇ ਨਾਲ ਆਈ ਥਿੰਕ ਇਹ ਬਹੁਤ ਵਧੀਆ ਸਟੈਪ ਹੋ ਗਿਆ। ਬਾਕੀ ਮੈਨੂੰ ਲੱਗਦਾ ਪ੍ਰਤੀਕ ਜੀ ਜੋਬ ਬਹੁਤ ਵਧੀਆ ਦੱਸ ਸਕਣਗੇ ਤੁਹਾਨੂੰ ਇਹਦੇ ਬਾਰੇ। ਜੀ ਪ੍ਰਤੀਕ ਸਾਹਿਬ ਸਾਨੂੰ ਦੱਸੋ ਕਿ ਸਾਡੇ ਇੰਡੋਰ ਦੇ ਵਿੱਚ ਔਰ ਯਾਨੀ ਕਿ ਪੂਰੇ ਅਗਰ ਇੰਡੀਆ ਦੀ ਗੱਲ ਕਰੀਏ ਤੇ ਕਿਵੇਂ ਯਾਨੀ ਕਿ ਸਾਡੀ ਤਾਲੀਮ ਦੇ ਅਸਰਾਤ ਸਾਡੀ ਤਾਲੀਮ ਤੇ ਮੁਰਤਬ ਹੋ ਰਹੇ ਨੇ, ਕੋਈ ਪੋਜ਼ਿਟਿਵ ਇੰਪੈਕਟਸ ਵੀ ਹੈਗੇ ਨੇ, ਕੁਝ ਨੈਗੇਟਿਵ ਇੰਪੈਕਟਸ ਵੀ ਹੈਗੇ ਨੇ। ਜੀ ਪਹਿਲਾਂ ਦੀ ਸਾਰਿਆਂ ਨੂੰ ਥੋੜਾ ਜਿਹਾ ਸਰਪ੍ਰਾਈਜ਼ ਜਿਹਾ ਮਿਲਿਆ। ਸਰਪ੍ਰਾਈਜ਼ ਨੈਗੇਟਿਵ ਇਵੇਂ ਸੀ ਕਿ ਕਰੋਨਾ ਦੇ ਬਾਰੇ ਸਾਰਿਆਂ ਨੂੰ ਮਾਰਚ ਦੇ ਮਹੀਨੇ 'ਚ ਪਤਾ ਚੱਲਿਆ। ਤਾਂ ਮਾਰਚ ਦਾ ਜਿਹੜਾ ਮਹੀਨਾ ਹੁੰਦਾ ਉਹ ਐਗਜ਼ਾਮਸ ਦਾ ਮਹੀਨਾ ਹੁੰਦਾ ਹੈ, ਜਦੋਂ ਸਾਰਿਆਂ ਦੇ ਐਗਜ਼ਾਮਸ ਹੁੰਦੇ ਨੇ। ਹੋਰ ਜਿਸ ਵੇਲੇ ਲੋਕਡਾਊਨ ਨੂੰ ਅਨਾਊਂਸ ਕੀਤਾ ਗਿਆ ਉਸ ਟਾਈਮ ਸਾਰੇ ਐਗਜ਼ਾਮ ਆਪਣੇ ਲਾਸਟ ਪਾਰਟ 'ਚ ਸਨ। ਐਗਜ਼ਾਮ ਖਤਮ ਹੋਣੇ ਦਾ ਵੇਲਾ ਆ ਗਿਆ ਸੀ, ਪਰ ਲੋਕਡਾਊਨ ਦੇ ਕਰਕੇ ਇੰਡੀਆ 'ਚ ਹਾਲੇ ਤੱਕ ਐਗਜ਼ਾਮ 12th ਦੇ 12ਵੀਂ ਦੇ ਐਗਜ਼ਾਮ ਹਾਲੇ ਤੱਕ ਐਂਡ ਨਹੀਂ ਹੋਏ ਨੇ। ਔਰ ਮੈਨੂੰ ਲੱਗਦਾ ਬਿਲਕੁਲ ਸਹੀ ਮੂਵ ਹੈਗਾ ਗਵਰਨਮੈਂਟ ਦਾ। ਗਵਰਨਮੈਂਟ ਚਾਹੁੰਦੀ ਕਿ ਪਹਿਲਾਂ ਸਾਰੇ ਲੋਕੀ ਸੇਫ ਰਹਿਣ, ਉਸ ਤੋਂ ਬਾਅਦ ਐਗਜ਼ਾਮ ਮੈਨੇਜ ਕਰੇ ਜਾ ਸਕਦੇ ਨੇ। ਦੂਜੀ ਚੀਜ਼ ਜਿਹੜੀ ਬੜੀ ਚੰਗੀ ਕੀਤੀ ਆ, ਟਿਲ ਪਰਟੀਕੂਲਰ ਇੱਕ ਏਜ ਗਰੁੱਪ ਦੇ ਬੱਚਿਆਂ ਨੂੰ ਪ੍ਰਮੋਟ ਕਰਿਆ ਜਾਏਗਾ ਬਿਨਾਂ ਐਗਜ਼ਾਮ ਤੋਂ ਵੀ। 5ਵੀਂ ਕਲਾਸ ਤੱਕ, 8ਵੀਂ ਕਲਾਸ ਤੱਕ ਬਿਨਾਂ ਐਗਜ਼ਾਮ ਦੇ ਬੱਚਿਆਂ ਨੂੰ ਪ੍ਰਮੋਟ ਕਰਿਆ ਜਾਏਗਾ, ਜਿਸ ਦੇ ਕਰਕੇ ਉਹਨਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਏ। ਬਟ ਇੱਕ ਚੀਜ਼ ਹੈਗੀ, ਮੈਨੂੰ ਲੱਗਦਾ ਹੈ ਕਿ ਸੈਸ਼ਨਸ ਜਿਹੜੇ ਨੇ ਉਹ ਸਾਰੇ ਅੱਗੇ ਵੱਧ ਸਕਦੇ ਨੇ
ਕਿਉਂਕਿ ਹਾਲੇ ਤੱਕ ਐਗਜ਼ਾਮ ਨਹੀਂ ਹੋਏ। ਉਸ ਤੋਂ ਬਾਅਦ ਜਿਹੜੇ ਕਾਲਜਾਂ ਦੇ ਐਡਮਿਸ਼ਨ ਨੇ ਉਹ ਸਾਰੇ ਹੋਲਡ ਤੇ ਨੇ, ਹਾਂਜੀ ਤਾਂ ਚੀਜ਼ਾਂ ਹਾਲੇ ਥੋੜ੍ਹੀ ਜਿਹੀ ਰੁਕੀ ਹੋਈਆਂ ਨੇ। ਦੂਜੀ ਚੀਜ਼ ਬੜੀ ਚੰਗੀ ਮੈਨੂੰ ਲੱਗਦਾ ਹੈ, ਹਰ ਮੁਸ਼ਕਿਲਾਤ ਦੇ ਵਕਤ 'ਚ ਬੰਦੇ ਨੂੰ ਕੁਛ ਪੋਜ਼ੀਟਿਵਿਟੀ ਦਿਖਦੀ। ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਆਪ ਪ੍ਰੋਫੈਸਰ ਹਾਂ, ਮੈਂ ਆਪ ਪੜ੍ਹਾਉਂਦਾ, ਸਾਰੇ ਸੈਸ਼ਨ ਸਾਰੇ ਆਨਲਾਈਨ ਜਾ ਰਹੇ ਨੇ। ਜੇ ਨਾਰਮਲ ਸਰਕਮਸਟੈਂਸ ਹੁੰਦੇ ਤੇ ਮੈਨੂੰ ਲੱਗਦਾ ਹੈ ਲੋਕਾਂ ਨੂੰ ਥੋੜ੍ਹਾ ਜਿਹਾ ਰੈਜ਼ਿਸਟੈਂਸ ਜਿਹਾ ਰਹਿੰਦਾ, ਨਵੀਂ ਚੀਜ਼ ਸਿੱਖਣ ਨੂੰ ਥੋੜ੍ਹਾ ਜਿਹਾ ਪਿੱਛੇ ਹਟ ਸਕਦੇ ਸਨ। ਬਟ ਕਿਉਂਕਿ ਹੁਣੇ ਹੋਰ ਕੋਈ ਆਪਸ਼ਨ ਨਹੀਂ ਹੈਗਾ, ਬੱਚਿਆਂ ਨੂੰ ਵੀ ਪੜ੍ਹਨਾ ਹੀ ਹੈ, ਟੀਚਰਾਂ ਨੂੰ ਪੜ੍ਹਾਉਣਾ ਹੀ ਹੈ, ਤਾਂ ਟੀਚਰ ਤੇ ਬੱਚੇ ਨਾਲ ਟੀਮ ਵਰਕ ਜਿਹਾ ਕਰਕੇ ਸਿੱਖ ਰਹੇ ਨੇ ਕਿਵੇਂ ਆਨਲਾਈਨ ਜਾ ਸਕਦੇ ਨੇ। ਮੈਨੂੰ ਬੜੀ ਚੰਗੀ ਗੱਲ ਲੱਗਦੀ ਹੈ। ਮੈਂ ਪਰਸਨਲੀ ਜੇ ਆਪਣੀ ਯੂਨੀਵਰਸਿਟੀ ਦੇ ਬਾਰੇ ਗੱਲ ਕਰਾਂ ਤੇ ਸਾਰੀ ਫੈਕਲਟੀ ਬੜੀ ਚੰਗੀ ਤਰੀਕੇ ਨਾਲ ਅੱਗੋਂ ਆ ਕੇ ਉਹ ਚਾਹੁੰਦੇ ਨੇ ਕਿ ਸਾਰਿਆਂ ਨੂੰ ਪੜ੍ਹਾਉਣ ਦਾ ਮੌਕਾ ਮਿਲੇ, ਨਵੀਂ ਚੀਜ਼ਾਂ ਸਿੱਖ ਰਹੇ ਨੇ। ਤਾਂ ਤਾਲੀਮ ਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ, ਤੋਂ ਸਮਰਾਈਜ਼ ਕਰਨ ਲਈ ਪਹਿਲਾ ਐਗਜ਼ਾਮ ਹੋਲਡ ਤੇ ਨੇ, ਦੂਜੀ ਚੀਜ਼ ਇੱਕ ਪਾਰਟਿਕੂਲਰ ਏਜ ਗਰੁੱਪ ਤੱਕਨ ਬੱਚਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਤੀਜੀ ਚੀਜ਼ ਸੈਸ਼ਨ ਅੱਗੇ ਵਧ ਰਹੇ ਨੇ, ਔਰ ਚੌਥੀ ਚੀਜ਼ ਫੈਕਲਟੀ ਮੈਂਬਰ ਜਿਹੜੇ ਨੇ, ਯੂਨੀਵਰਸਿਟੀਆਂ ਜਿਹੜੀਆਂ ਨੇ, ਸਕੂਲਸ, ਉਹ ਨਵੀਆਂ ਚੀਜ਼ਾਂ ਸਿੱਖ ਰਹੇ ਨੇ, ਯਾਨੀ ਕਿ ਟੈਕਨੋਲੋਜੀ ਨੂੰ ਅਡਾਪਟ ਕਰ ਰਹੇ ਨੇ। ਕਿ ਜਿਵੇਂ ਯਾਨੀ ਕਿ ਸਾਡੇ ਕੋਲ ਪਹਿਲੇ ਲੋਕ ਜਿਹੜੇ ਸਨ ਉਹ ਆਨਲਾਈਨ ਨਹੀਂ ਸੀ ਆਉਂਦੇ ਹੈਗੇ, ਇਸ ਚੀਜ਼ ਦੇ ਬਾਰੇ ਰੈਜ਼ਿਸਟ ਕਰਦੇ ਸਨ, ਕਿ ਉਹ ਹੁਣ ਜਿਹੜਾ ਹੈਗਾ ਆਪਣੇ ਆਪ ਉਹਨ ਚੀਜ਼ ਨੂੰ ਕਬੂਲ ਕਰ ਰਹੇ ਨੇ ਕਿ ਜੀ ਸਾਨੂੰ ਇਸ ਤਰਫ ਮੂਵ ਕਰਨਾ ਹੈਗਾ, ਯਾਨੀ ਕਿ ਸਾਨੂੰ ਇਸ ਤੋਂ ਇਲਾਵਾ ਕੋਈ ਹੱਲ ਹੀ ਨਹੀਂ ਹੈਗਾ। ਇਹ ਚੀਜ਼ ਹੈ ਜੀ ਸਾਡੇ ਜਿਹੜਾ ਆਨਲਾਈਨ ਕਿ ਟੈਕਨੋਲੋਜੀ ਨੂੰ ਅਡਾਪਟ ਕਰਨਾ, ਜਿਹੜਾ ਅਸੀਂ ਅੱਜ ਤੋਂ ਬਾਅਦ ਵੀ ਕਰਨਾ ਸੀ, ਲੇਕਿਨ ਇਹ ਕਿ ਸਾਨੂੰ ਕਰੋਨਾ ਦੀ ਵਜ੍ਹਾ ਤੋਂ ਕਰਨਾ ਪੈ ਰਿਹਾ। ਇਹ ਵੀ ਇੱਕ ਅੱਛੀ ਚੀਜ਼ ਹੈਗੀ ਕਿ ਸਾਡੇ ਜਿਹੜੇ ਸਟੂਡੈਂਟ ਕੁਛ ਐਸੇ ਹੈਗੇ ਸਨ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਜਾ ਕੇ ਤਾਲੀਮ ਹਾਸਲ ਕਰਦੇ ਸਨ, ਔਰ ਉਹਨਾਂ ਦੇ ਖਰਚੇ ਵੱਧ ਸਨ, ਘਰਾਂ ਦੇ ਵਿੱਚ ਹੁਣ ਬੈਠ ਕੇ ਆਨਲਾਈਨ ਕਲਾਸਿਸ ਲੈ ਰਹੇ ਨੇ। ਇਹ ਬੜਾ ਅੱਛਾ ਜ਼ਰੀਆ ਹੈਗਾ ਜੀ ਕਿ ਆਨਲਾਈਨ ਕਲਾਸਿਸ ਹੋ ਸਕਣ। ਲੇਕਿਨ ਇਹਦੇ ਨਾਲ ਸਾਡੇ ਕੋਲ ਕੁਛ ਐਸੇ ਲੋਕ ਹੈਗੇ ਨੇ ਜਿਹੜੇ ਇਸ ਚੀਜ਼ ਦੇ ਖਿਲਾਫ ਹੈਗੇ ਨੇ। ਅਸੀਂ ਆਪਣੇ ਫੈਸਲਾਬਾਦ ਦੀ ਗੱਲ ਕਰੀਏ, ਸਾਡੇ ਕੋਲ ਇੱਥੇ ਤਕਰੀਬਨ 3-4 ਯੂਨੀਵਰਸਿਟੀਆਂ ਹੈਗੀਆਂ ਨੇ। ਸਾਡੇ ਕੋਲ ਐਗਰੀਕਲਚਰ ਯੂਨੀਵਰਸਿਟੀ ਹੈਗੀ ਬਹੁਤ ਵੱਡੀ, ਯਾਨੀ ਕਿ ਸਾਡੇ ਏਸ਼ੀਆ ਦੀ ਨੰਬਰ 1 ਯੂਨੀਵਰਸਿਟੀ ਦਾ ਨਾਮ ਇਹਨੂੰ ਦਰਜਾ ਦਿੱਤਾ ਜਾਂਦਾ। ਇਸ ਜ਼ਰੀ ਯੂਨੀਵਰਸਿਟੀ ਦੇ ਤਲਬਾ ਦੀ ਗੱਲ ਕਰੀਏ ਕਿ ਜ਼ਰੀ ਯੂਨੀਵਰਸਿਟੀ ਦੇ ਤਲਬਾ ਜਿਹੜੇ ਨੇ ਉਹ ਇਸ ਚੀਜ਼ ਦੇ ਬਾਰੇ ਇhtਜਾਜ ਕਰ ਰਹੇ ਨੇ ਕਿ ਅਸੀਂ ਆਨਲਾਈਨ ਕਲਾਸਿਸ ਨਹੀਂ ਲੈਣੀਆਂ ਹੈਗੀਆਂ। ਉਹ ਹੁਣ ਇਹਦਾ ਜਿਹੜਾ ਹੈਗਾ ਨਾ, ਉਹ ਇਸ ਚੀਜ਼ ਨੂੰ ਟੈਕਨੋਲੋਜੀ ਨੂੰ ਅਡਾਪਟ ਨਹੀਂ ਕਰ ਰਿਹਾ ਹੈਗੇ। ਇਹਦਾ ਬੜਾ ਲੈਕ ਪੁਆਇੰਟ ਹੈਗਾ ਕਿ ਸਾਡੇ ਜਿਹੜੇ ਲੋਕ ਹੈਗੇ ਨੇ ਇਹਨਾਂ ਨੂੰ ਇਸ ਚੀਜ਼ ਨੂੰ ਅਡਾਪਟ ਕਰਨਾ ਚਾਹੀਦਾ ਹੈਗਾ। ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਪੂਰੇ ਪਾਕਿਸਤਾਨ ਦੀ ਅਗਰ ਗੱਲ ਕਰੀਏ ਤਕਰੀਬਨ ਕੋਈ 99% ਲੋਕ ਜਿਹੜੇ ਇਸ ਚੀਜ਼ ਨੂੰ ਅਡਾਪਟ ਕਰ ਚੁੱਕੇ ਨੇ, ਟੈਕਨੋਲੋਜੀ ਨੂੰ ਅਡਾਪਟ ਕਰ ਚੁੱਕੇ ਨੇ। ਇਹਨਾਂ ਚੀਜ਼ਾਂ ਦੀ ਉਹ ਕਦਰ ਕਰਦੇ ਹੋਏ ਆ ਕਿ ਸਾਡਾ ਹੱਲ ਜਿਹੜਾ ਹੈਗਾ, ਆਖਰ ਅਸੀਂ ਤਾਲੀਮ ਨੂੰ ਚਲਾਉਣਾ ਵੇ ਤੇ ਤਾਲੀਮ ਨੂੰ ਅੱਗੇ ਲੈ ਕੇ ਚੱਲਣਾ। ਸਾਡੀ ਕਲਾਸਾਂ ਜਿਹੜੀਆਂ ਹੈਗੀਆਂ ਨੇ ਉਹ ਨਹੀਂ ਜ਼ਾਇਆ ਹੋਣਗੀਆਂ, ਸਾਡੇ ਦਿਨ ਜ਼ਾਇਆ ਨਹੀਂ ਹੋਣਗੇ। ਅਸੀਂ ਘਰਾਂ 'ਚ ਬੈਠੇ ਹੋਏ ਹਾਂ ਤੇ ਸਾਨੂੰ ਨਾਲ ਜਿਹੜੀ ਸਾਡੀ ਤਾਲੀਮ ਹੈਗੀ ਹੈ ਉਹ ਚੱਲਦੀ ਰਹੇਗੀ। ਸਾਡੇ HEC ਵਾਲਿਆਂ ਨੇ ਸਾਡੇ ਕੋਲ ਹਾਇਰ ਐਜੂਕੇਸ਼ਨ ਕਮਿਸ਼ਨ ਨੇ ਆਰਡਰ ਕੀਤਾ ਸੀ ਜਦੋਂ ਕਰੋਨਾ ਵਾਇਰਸ ਦਾ ਅਲਰਟ ਜਾਰੀ ਹੋਇਆ, ਤੇ ਫੌਰਨ ਯਾਨੀ ਕਿ ਸਾਡੇ ਸਾਰੇ ਇੰਸਟੀਚਿਊਟ ਜਿਹੜੇ ਹੈਗੇ ਨੇ ਉਹ ਬੰਦ ਹੋ ਗਏ। ਤੇ ਹੁਣ ਯਾਨੀ ਕਿ ਉਸ ਤੋਂ ਬਾਅਦ 31 ਮਈ ਨੂੰ ਫੌਰਨ ਜਿਹੜਾ ਹੈਗਾ ਨਾ ਆਨਲਾਈਨ ਦਾ ਉਹਦੇ ਜਿੰਨੇ ਵੀ ਇੰਤਜ਼ਾਮਾਤ ਹੈਗੇ ਸਨ ਉਹ ਮੁਕੰਮਲ ਕੀਤੇ, ਔਰ ਉਹ ਮੁਕੰਮਲ ਕਰਨ ਤੋਂ ਬਾਅਦ ਵਿੱਚ ਉਹਨਾਂ ਸਾਰੇ ਯਾਨੀ ਕਿ ਇੰਸਟੀਚਿਊਟ ਜਿਹੜੇ ਹੈਗੇ ਨੇ, ਅਦਾਰੇ ਜਿੰਨੇ ਵੀ ਕਾਲਜਿਸ, ਯੂਨੀਵਰਸਿਟੀ, ਸਕੂਲਸ, ਉਹਨਾਂ ਨੂੰ ਆਨਲਾਈਨ ਕਲਾਸਿਸ ਦਾ ਆਰਡਰ ਜਾਰੀ ਕਰ ਦਿੱਤਾ। ਤੇ ਇਹ ਜਿਹੜਾ ਬਹੁਤ ਇੱਕ ਅੱਛਾ ਯਾਨੀ ਕਿ ਗੌਰਮੈਂਟ ਦਾ ਜਿਹੜਾ ਹੈਗਾ ਨਾ ਕਦਮ ਹੈਗਾ ਕਿ ਆਨਲਾਈਨ ਕਲਾਸਿਸ ਲੈ ਕੇ ਸਟੂਡੈਂਟਸ ਨੂੰ ਕਮ ਸੇ ਕਮ ਇਹਨਾਂ ਦੇ ਇਮਤਿਹਾਨ ਵੀ ਆਨਲਾਈਨ ਹੋ ਰਹੇ ਨੇ, ਇਮਤਿਹਾਨਾਤ ਔਰ ਕਲਾਸਿਸ ਜਿਹੜੀਆਂ ਹੈਗੀਆਂ ਮੂਵ ਹੋਣਗੀਆਂ। ਇਹ ਬੜਾ ਅੱਛਾ ਕਦਮ ਹੈਗਾ ਜੀ ਸਾਡੇ ਯਾਨੀ ਕਿ ਗੌਰਮੈਂਟ ਦਾ, ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਡੇ ਕੋਲ ਇੰਡੋਰ ਦੇ ਵਿੱਚ ਵੀ ਯਾਨੀ ਕਿ ਇਸ ਤਰ੍ਹਾਂ ਦਾ ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈਗੇ। ਇਹ ਯਾਨੀ ਕਿ ਉਹਨਾਂ ਦੇ ਸਾਲ ਨਹੀਂ ਜ਼ਾਇਆ ਹੋ ਰਹੇ ਹੈਗੇ, ਤੇ ਬਹੁਤ ਅੱਛਾ ਕਦਮ ਹੈਗਾ ਜੀ। ਇਹਦੇ ਵਿੱਚ ਅਸੀਂ ਤੇ ਇਹਨੂੰ ਐਪਰੀਸ਼ੀਏਟ ਕਰਾਂਗੇ ਗੌਰਮੈਂਟ ਨੂੰ ਕਿ ਸਾਡੀ ਹੈਲਪ ਦੇ ਵਿੱਚ ਹੈਗੇ ਨੇ। ਲੇਕਿਨ ਅਸੀਂ ਨਾਲ ਐਪਰੀਸ਼ੀਏਸ਼ਨ ਦੇ ਨਾਲ ਅਸੀਂ ਉਹਨਾਂ ਲੋਕਾਂ ਨੂੰ ਵੀ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਯਾਨੀ ਕਿ ਲੋਕ ਇਸ ਚੀਜ਼ ਦੇ ਖਿਲਾਫ ਹੈਗੇ ਨੇ, ਟੈਕਨੋਲੋਜੀ ਨੂੰ ਅਡਾਪਟ ਕਰਨ ਦੇ ਖਿਲਾਫ ਹੈਗੇ ਨੇ ਕਿ ਅਸੀਂ ਆਨਲਾਈਨ ਕਲਾਸਾਂ ਨਹੀਂ ਲੈਣੀਆਂ ਹੈਗੀਆਂ, ਉਹਨਾਂ ਨੂੰ ਚਾਹੀਦਾ ਕਿ ਇਸ ਚੀਜ਼ ਨੂੰ ਸਮਝਣ ਔਰ ਇਹਨਾਂ ਚੀਜ਼ਾਂ ਨੂੰ ਅਡਾਪਟ ਕਰਨ। ਜ਼ਰੂਰ ਜੀ। ਅਸੀਂ ਇਸ ਤੋਂ ਬਾਅਦ ਸਾਡਾ ਜਿਹੜਾ ਯਾਨੀ ਕਿ ਤਾਲੀਮ ਤੋਂ ਇਲਾਵਾ ਸਾਡੇ ਨਾਲ ਅਗਰ ਇਕੋਨੋਮੀ ਤੇ ਅਸੀਂ ਵੇਖੀਏ ਕਿ ਸਾਡੀ ਇਕੋਨੋਮੀ ਜਿਹੜੀ ਹੈਗੀ ਨਾ ਉਹ ਬੜੀ ਅਸਰਅੰਦਾਜ਼ ਹੋਈ ਹੈ ਇਹਦੀ ਵਜ੍ਹਾ ਤੋਂ। ਤੁਸੀਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਪ੍ਰੇਟਿਕ ਸਾਹਿਬ ਕਿ ਸਾਡੀ ਜਿਹੜੀ ਇਕੋਨੋਮੀ ਇਹ ਕਿਸ ਤਰ੍ਹਾਂ ਅਸਰਅੰਦਾਜ਼ ਹੋਈ ਹੈ ਇਸ ਕਰੋਨਾ ਦੇ ਨਾਲ,
ਕਰੋਨਾ ਦੇ ਅਸਰਾਤ ਜਿਹੜੇ ਹੈਗੇ ਨੇ ਇਕਨੋਮੀ ਤੇ ਕੀ ਹੈਗੇ ਨੇ। ਜੀ ਭਾਜੀ, ਮੈਂ ਆਨਸਰ ਨੂੰ ਬ੍ਰੇਕ ਕਰਨਾ ਚਾਹਾਂਗਾ ਕੁਝ ਪਾਰਟਸ 'ਚ। ਇਕਨੋਮੀ ਦੇ ਉੱਤੇ ਜਿਹੜਾ ਇੰਪੈਕਟ ਆਏਗਾ ਉਹ ਸੈਕਟਰ ਵਾਈਜ਼ ਆਏਗਾ ਇੰਪੈਕਟ। ਕੁਝ ਸੈਕਟਰ ਨੇ ਜਿਨ੍ਹਾਂ ਦੇ ਉੱਤੇ ਇੰਪੈਕਟ ਜ਼ਿਆਦਾ ਰਹੇਗਾ, ਜ਼ਿਆਦਾ ਨੁਕਸਾਨ ਜਿਹਾ ਹੋ ਸਕਦਾ ਉਹਨੂੰ, ਔਰ ਕੁਛਾਂ ਨੂੰ ਘੱਟ ਨੁਕਸਾਨ ਹੋਏਗਾ। ਮੈਨੂੰ ਲੱਗਦਾ ਸਾਰਿਆਂ ਨੂੰ ਇਹ ਗੱਲ ਸਮਝ ਆ ਚੁੱਕੀ ਹੋਏਗੀ ਕਿ ਟਰੈਵਲ ਦੇ ਉੱਤੇ ਬੜਾ ਇੰਪੈਕਟ ਆਏਗਾ, ਟੂਰਿਜ਼ਮ ਦੇ ਉੱਤੇ ਬੜਾ ਇੰਪੈਕਟ ਆਏਗਾ, ਹੌਸਪਿਟੈਲਿਟੀ ਤੇ ਬੜੇ ਹੋਟਲਾਂ ਤੇ ਬੜਾ ਇੰਪੈਕਟ ਆਏਗਾ। ਲੋ ਮਾਰਜਨ ਆਪਰੇਸ਼ਨਸ ਜਿਨ੍ਹਾਂ ਦੇ ਹੁੰਦੇ ਨੇ, ਜਿਵੇਂ ਏਅਰਲਾਈਨਸ ਹੁੰਦੀਆਂ ਨੇ ਜੀ, ਬੜੇ ਘੱਟ ਮਾਰਜਨ ਤੇ ਕੰਮ ਕਰਦੀਆਂ ਨੇ, ਉਹਨਾਂ ਦੇ ਉੱਤੇ ਇੰਪੈਕਟ ਆਉਣ ਲੱਗਿਆ। ਇੰਟਰਨੈਸ਼ਨਲ ਨਿਊਜ਼ 'ਚ ਹੈਗਾ, ਜਿਵੇਂ ਐਮਿਰੇਟਸ ਨੇ ਆਪਣੇ EMPLOYEES ਨੂੰ ਵਿਦਆਊਟ ਪੇ ਲੀਵ ਦਿੱਤੀ ਹੋਈ ਆ। ਉਸ ਤਰ੍ਹਾਂ ਦੀ ਚੀਜ਼ਾਂ ਮੈਨੂੰ ਲੱਗਦਾ ਪੂਰੇ ਦੁਨੀਆ 'ਚ ਆ ਸਕਦੀਆਂ ਨੇ। ਮੈਨੂੰ ਲੱਗਦਾ ਇਨਐਵਿਟੇਬਲ ਹੈ, ਹੋਣਾ ਹੀ ਹੈ, ਉਹ ਕੋਈ ਰੋਕ ਨਹੀਂ ਸਕਦਾ ਉਹਨੂੰ ਹੋਣ ਤੋਂ। ਦੂਜੀ ਚੀਜ਼, ਇਹ ਉਹ ਟਾਈਮ ਹੈਗਾ ਜਦੋਂ ਗਵਰਨਮੈਂਟਸ ਨੂੰ ਆਪਣੀ ਇਕੋਨਮੀਜ਼ ਨੂੰ ਬਚਾਉਣ ਲਈ ਹੈਲਪ, ਜਿਹਨੂੰ ਕਹਿੰਦੇ ਆਪਾਂ ਟੈਕਨੀਕਲ ਟਰਮਸ ਸਟਿਮੂਲਸ ਪੈਕੇਜ ਰਿਲੀਜ਼ ਕਰਨੇ ਪੈਣਗੇ। ਖੁਸ਼ੀ ਮੈਨੂੰ ਇਸ ਚੀਜ਼ ਦੀ ਕਿ ਸਾਡੀ ਗਵਰਨਮੈਂਟ ਇਸ ਚੀਜ਼ ਨੂੰ ਸਮਝ ਰਹੀ ਹੈ। ਜਿਵੇਂ ਤੁਸੀਂ ਜਾਣਦੇ ਹੋਗੇ, ਇੰਟਰਨੈਸ਼ਨਲ ਨਿਊਜ਼ ਆਇਆ ਕਿ US ਨੇ $2 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਅਨਾਉਂਸ ਕੀਤਾ। ਉਸੇ ਤਰੀਕੇ ਦੇ ਨਾਲ ਸਾਡੀ ਗਵਰਨਮੈਂਟ ਨੇ ਵੀ ਸਟਿਮੂਲਸ ਪੈਕੇਜ ਅਨਾਉਂਸ ਕੀਤਾ ਹੈ। ਤੀਜੀ ਚੀਜ਼, ਕੁਝ ਸੈਕਟਰਸ ਨੇ ਜਿਨ੍ਹਾਂ ਦੇ ਉੱਤੇ ਇੰਪੈਕਟ ਘੱਟ ਜਿਹਾ ਆਏਗਾ, ਨਾਰਮਲ ਤੋਂ ਥੋੜਾ ਜਿਹਾ ਘੱਟ, ਜਿਵੇਂ ਐਂਟਰਟੇਨਮੈਂਟ ਇੰਡਸਟਰੀ ਹੈਗੀ, ਮੂਵੀਆਂ। ਪਾਕਿਸਤਾਨ 'ਚ ਮੈਨੂੰ ਲੱਗਦਾ ਹੈ ਹਾਲੀਵੁੱਡ ਬਾਲੀਵੁੱਡ ਮੂਵੀਆਂ ਨੂੰ ਬੜਾ ਪਸੰਦ ਕੀਤਾ ਜਾਂਦਾ। ਹੁਣੇ ਜਿੰਨੀ ਬਾਲੀਵੁੱਡ ਮੂਵੀਆਂ ਨੇ ਉਹਨਾਂ ਨੇ ਲਾਈਕ ਇਟ ਹੈਜ਼ ਬੀਨ ਪੁੱਟ ਔਨ ਹੋਲਡ, ਉਹਨਾਂ ਨੂੰ ਹਲੇ ਰਿਲੀਜ਼ ਨਹੀਂ ਕਰ ਰਹੇ ਨੇ ਕਿਉਂਕਿ ਮੂਵੀ ਹਾਲਸ ਨੂੰ ਵੀ ਬੰਦ ਕੀਤਾ ਹੋਇਆ ਹੈ। ਇੱਕ ਬੜਾ ਇੰਟਰਸਟਿੰਗ ਜਿਹਾ ਕੰਸੈਪਟ ਆਇਆ ਹੈ ਮਾਰਕੀਟ 'ਚ ਇਕਨੋਮਿਕਸ ਹੁਣੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਵਾਰੀ ਜਦੋਂ ਲੋਕਡਾਊਨ ਖੁੱਲ ਜਾਏਗਾ, ਇੱਕ ਵਾਰੀ ਜਦੋਂ ਚੀਜ਼ਾਂ ਨਾਰਮਲ ਹੋ ਜਾਣਗੀਆਂ, ਤਾਂ ਇਹ ਰਿਵੈਂਜ ਬਾਇੰਗ ਦਾ ਕੰਸੈਪਟ ਆਏਗਾ। ਰਿਵੈਂਜ ਬਾਇੰਗ ਦਾ ਮਤਲਬ ਬੰਦਾ ਰੰਜਿਸ਼ 'ਚ ਆ ਕੇ ਬਾਈ ਕਰੇਗਾ, ਕਿਉਂਕਿ ਇੰਨੇ ਦਿਨਾਂ ਤੋਂ ਘਰ 'ਚ ਬੰਦ ਹੈਗਾ, ਇਹਨਾਂ ਦਿਨਾਂ ਤੋਂ ਘਰੋਂ ਬਾਹਰ ਨਹੀਂ ਨਿਕਲ ਪਾ ਰਿਹਾ। ਤਾਂ ਜਦੋਂ ਉਹਨੂੰ ਮੌਕਾ ਮਿਲੇਗਾ ਘਰ ਤੋਂ ਬਾਹਰ ਜਾਣ ਦਾ, ਤਾਂ ਕੁਝ ਸੈਕਟਰਸ ਨੇ ਜਿਵੇਂ ਕੱਪੜੇ, ਟੈਕਸਟਾਈਲਸ, ਬ੍ਰਾਂਡਡ ਕਲੋਥਸ, ਤਾਂ ਉਸ 'ਚ ਮੈਨੂੰ ਲੱਗਦਾ ਇੱਕ ਸਰਜ, ਇੱਕ ਇੰਕਰੀਮੈਂਟ ਆਏਗਾ, ਬੰਦੇ ਜਾ ਕੇ ਉੱਥੇ ਬੜਾ ਪੈਸਾ ਸਪੈਂਡ ਕਰਨਗੇ। ਬਟ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਇੰਪੈਕਟ ਟੂਰਿਜ਼ਮ, ਹੌਸਪਿਟੈਲਿਟੀ ਸੈਕਟਰ ਤੇ ਆਉਣ ਵਾਲਾ ਹੈ। ਐਂਡ ਗਵਰਨਮੈਂਟ ਦੀ ਬੜੀ ਮਦਦ ਲੱਗੂਗੀ ਇਸ ਪਰਟੀਕੂਲਰ ਟਾਈਮ ਤੇ। ਗਵਰਨਮੈਂਟ ਨੂੰ ਬੜੀ ਮਦਦ ਕਰਨੀ ਪਏਗੀ ਸਾਰਿਆਂ ਦੀ। ਬਿਲਕੁਲ ਜੀ, ਇਸੇ ਤਰ੍ਹਾਂ ਗੱਲ ਹੈਗੀ ਹੈ। ਸਾਡੇ ਗੌਰਮੈਂਟ ਹੀ ਜਿਹੜੀ ਹੈਗੀ ਨਾ, ਇਹ ਇਸ ਚੀਜ਼ ਨੂੰ ਕਵਰ ਕਰ ਸਕਦੀ। ਸਾਡੇ ਜਿਹੜਾ ਹੈਗਾ ਨਾ, ਜਿਹੜੀ ਯਾਨੀ ਕਿ ਆਰਗੇਨਾਈਜੇਸ਼ਨ ਹੈਗਾ, ਅਸੀਂ ਆਪਣੀ ਗੱਲ ਕਰੀਏ ਤੇ ਅਸੀਂ ਆਪਣੀ ਕਪੈਸਿਟੀ ਤੱਕ ਰਹਿੰਦੇ ਆਏ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਕੁਝ ਸਪੋਰਟ ਕਰਾਂਗੇ। ਲੇਕਿਨ ਸਾਡੀ ਗੌਰਮੈਂਟ ਜਿਹੜੀ ਹੈਗੀ, ਉਹ ਇਹੀ ਇੱਕ ਯਾਨੀ ਕਿ ਜ਼ਰੀਆ ਹੈਗਾ ਕਿ ਜਿਹੜੀ ਸਾਨੂੰ ਪੂਰੀ ਤਰੀਕੇ ਨਾਲ ਇਸ ਚੀਜ਼ ਨੂੰ ਸਪੋਰਟ ਕਰ ਸਕਦੀ ਹੈ, ਸਾਡੀ ਇਕਨੋਮੀ ਨੂੰ। ਅਸੀਂ ਜਾਣਨਾ ਚਾਹਾਂਗੇ ਪਰਮ ਕਾਲਰਾ ਸਾਹਿਬ ਕੋਲੋਂ ਕਿ ਇਹ ਜਿਹੜਾ ਇਕਨੋਮੀ ਤੇ ਇੰਪੈਕਟ ਹੈਗਾ ਵੇ, ਤੁਸੀਂ ਇਸ ਬਾਰੇ ਕੀ ਖਿਆਲ ਰੱਖਦੇ ਹੋ ਕਿ ਸਾਡੀ ਇਕਨੋਮੀ ਕਿਸ ਤਰ੍ਹਾਂ ਤੇ ਮੁਅੱਸਰ ਹੋ ਰਹੀ ਹੈ? ਜਿਵੇਂ ਮੈਂ ਪਹਿਲੇ ਵੀ ਕਿਹਾ ਵੀ ਹੈਲਥ ਕੇਅਰ ਤੋਂ ਬਾਅਦ ਸਾਰਿਆਂ ਨਾਲੋਂ ਵੱਡਾ ਜਿਹੜਾ ਇੰਪੈਕਟ ਆ ਇਕਨੋਮੀ ਦਾ ਹੀ ਪਿਆ। ਤੇ ਪ੍ਰਤੀਕ ਭਾਜੀ ਠੀਕ ਹੀ ਕਹਿ ਰਹੇ ਸੀ ਵੀ ਇੱਕ ਐਸਾ ਸੈਗਮੈਂਟ ਵਾਈਜ਼ ਫਰਕ ਪਏਗਾ। ਅਗਰ ਆਪਾਂ ਡੇਲੀ ਐਸੈਂਸ਼ੀਅਲਸ ਦੀ ਗੱਲ ਦੇਖੀਏ ਤਾਂ ਉਹਨਾਂ ਦਾ ਕੰਮ ਉਲਟਾ ਚੱਲ ਪਿਆ ਹੁਣ। ਜਿਹੜਾ ਰਾਸ਼ਨ ਵਾਲਾ ਜਾਂ ਕਰਿਆਨੇ ਸਟੋਰ ਵਾਲਾ ਕਦੇ ਨਹੀਂ ਸੀ ਚੱਲਦਾ, ਉਹਨਾਂ ਦਾ ਵੀ ਹੁਣ ਲਾਈਨਾਂ ਲੱਗੀਆਂ ਪਈਆਂ, ਕਿਉਂਕਿ ਡੇਲੀ ਐਸੈਂਸ਼ੀਅਲਸ ਦੀ ਹੁਣ ਰਸ਼ ਪਿਆ ਹੋਇਆ। ਅਗਰ ਆਪਾਂ ਫੂਡ ਦੀ ਗੱਲ ਕਰੀਏ ਤਾਂ ਉਹ ਡੈਫੀਨਿਟਲੀ ਵਾਪਸ ਆਏਗਾ, ਕਿਉਂਕਿ ਫੂਡ ਇੱਕ ਐਸੀ ਚੀਜ਼ ਹੈ ਜਿਹੜੀ ਡੇਲੀ ਐਸੈਂਸ਼ੀਅਲ ਜਾਂਦੀ, ਭਾਵੇਂ ਕੋਈ ਕੁਕਡ ਫੂਡ ਹੈ, ਭਾਵੇਂ ਰॉ ਫੂਡ ਹੈ। ਜਿੱਦਾਂ ਵੀ ਜਦੋਂ ਵੀ ਕੋਈ ਦੁਨੀਆ ਨੇ ਡਿਪਰੈਸ਼ਨ ਦੇਖਿਆ, ਗ੍ਰੇਟ ਡਿਪਰੈਸ਼ਨ ਹੋਇਆ ਸੀ ਅਰਲੀ 1900s 'ਚ, ਤੇ ਰਿਸੈਸ਼ਨ ਆਇਆ ਸੀ 2008-9 ਦੇ ਕਰੀਬ। ਉਦੋਂ ਆਪਾਂ ਜਿੱਦਾਂ ਹੀ ਰਿਸੈਸ਼ਨ ਖਤਮ ਹੁੰਦਾ ਜਾਂ ਚੀਜ਼ਾਂ ਬੈਕ ਟੂ ਨਾਰਮਲ ਆਉਂਦੀਆਂ, ਤਾਂ ਪਹਿਲੇ ਜਿਹੜੀਆਂ ਡੇਲੀ ਐਸੈਂਸ਼ੀਅਲਸ ਕਮੋਡਿਟੀਜ਼, ਲੋ ਟਿਕਟ ਆਈਟਮਸ ਨੇ, ਉਹ ਜ਼ਿਆਦਾ ਵਿਕਣੀਆਂ ਸ਼ੁਰੂ ਹੁੰਦੀਆਂ। ਲੋ ਟਿਕਟ ਆਈਟਮਸ ਹੋ ਗਈਆਂ ਜਿਹੜੀਆਂ ਬਹੁਤ ਹੀ ਐਸੈਂਸ਼ੀਅਲ ਹੁੰਦੀਆਂ ਤੇ ਜਿਨ੍ਹਾਂ ਬਿਨਾਂ ਸਰ ਨਹੀਂ ਸਕਦਾ, ਜਾਂ ਜਿਨ੍ਹਾਂ ਨੂੰ ਲੋਕਾਂ ਨੇ ਹਾਲੇ ਹੋਲਡ ਕਰਕੇ ਰੱਖਿਆ ਕਿਉਂਕਿ ਉਹ ਬਾਹਰ ਨਹੀਂ ਨਿਕਲ ਸਕਦੇ ਤੇ ਉਹ ਖਰੀਦ ਨਹੀਂ ਸਕਦੇ। ਕੱਪੜੇ ਹੋ ਗਏ, ਬਹੁਤ ਸਹੀ ਕਿਹਾ ਪ੍ਰਤੀਕ ਭਾਜੀ ਨੇ, ਕੱਪੜੇ ਇੱਕ ਐਸੀ ਚੀਜ਼ ਹੈ ਜਿਹੜਾ ਹੁਣ ਲੋਕਾਂ ਨੂੰ ਵੈਸੇ ਵੀ ਜਿਹੜੀ ਫੈਸ਼ਨ ਇੰਡਸਟਰੀ ਹੈ, ਉਹ ਲੋਕਾਂ ਦਾ ਇੱਕ
ਬਿੰਜ ਬਾਇੰਗ ਦਾ ਸੈਂਟਰ ਹੈ। ਬਿੰਜ ਬਾਇੰਗ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਸ਼ੌਂਕ ਆਉਂਦਾ ਤੇ ਹਰ ਕੋਈ ਬਾਏ ਕਰ ਲੈਂਦਾ, ਤਾਂ ਉਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਕਰਕੇ ਹਾਈ ਟਿਕਟ ਆਈਟਮਸ ਵੱਲ, ਲਗਜ਼ਰੀ ਆਈਟਮਸ ਵੱਲ ਇੱਕ ਟ੍ਰੈਂਡ ਆਏਗਾ। ਲਗਜ਼ਰੀ ਆਈਟਮਸ ਜਿੰਨੀਆਂ ਵੀ ਨੇ, ਭਾਵੇਂ ਉਹ ਟਰੈਵਲ ਹੈ, ਹੌਸਪਿਟੈਲਿਟੀ ਹੈ, ਟੂਰਿਜ਼ਮ ਇੰਡਸਟਰੀ ਹੈ, ਕੋਈ ਵੀ ਹੋਰ ਲਗਜ਼ਰੀ ਜਿੰਨੀਆਂ ਹਾਈ ਟਿਕਟ ਆਈਟਮਸ ਹੈ, ਉਹਨਾਂ ਨੂੰ ਕਈ ਵਾਰੀ ਟਾਈਮ ਲੱਗ ਜਾਂਦਾ, ਕਿਉਂਕਿ ਸ਼ੋਰ ਸ਼ਾਟ ਉਹੀ ਲੋਕ ਖਰੀਦਦੇ ਆ ਜਿਹੜਾ ਹਾਈ ਇਨਕਮ ਗਰੁੱਪ ਹੈ। ਜਿਹੜਾ ਮਿਡਲ ਐਂਡ ਲੋ ਇਨਕਮ ਗਰੁੱਪ ਹੈ ਉਹ ਟਾਈਮ ਲਾ ਕੇ ਪਹੁੰਚਦਾ ਥੋੜਾ ਜਿਹਾ। ਅਗਰ ਮੈਂ ਕਰੰਟ ਸਿਚੁਏਸ਼ਨ ਦੀ ਗੱਲ ਕਰਾਂ ਤਾਂ ਆਲਮੋਸਟ ਸਾਰੀਆਂ ਇੰਡਸਟਰੀਜ਼ ਹੀ ਬਹੁਤ ਬੁਰੀ ਤਰ੍ਹਾਂ ਹਿੱਟ ਹੈ, ਸਿਰਫ ਗਰੋਸਰੀਜ਼ ਨੂੰ ਤੇ ਡੇਲੀ ਐਸੈਂਸ਼ੀਅਲਸ ਨੂੰ ਤੇ ਮੈਡੀਕਲਸ ਨੂੰ ਛੱਡ ਕੇ। ਸਟਾਕ ਮਾਰਕੀਟ ਮੈਂ ਆਲਮੋਸਟ ਡੇਲੀ ਫੋਲੋ ਕਰਦਾ, ਸਟਾਕ ਮਾਰਕੀਟਸ ਵਿੱਚ ਜਿੰਨਾ ਫਲਕਚੁਏਸ਼ਨ ਆ ਰਿਹਾ, ਉਹ ਜਿੰਨਾ ਅਪਰ ਫਲਕਚੁਏਸ਼ਨ ਆ ਰਿਹਾ, ਉੱਤੇ ਨੂੰ ਜਿੰਨੀ ਸਟਾਕ ਮਾਰਕੀਟ ਜਾ ਰਹੀ ਹੈ, ਉਹਦਾ ਸਾਰਾ ਕਾਰਨ ਹੀ ਮੈਡੀਕਲ ਇੰਡਸਟਰੀ ਹੈ, ਜਿਨ੍ਹਾਂ ਨੂੰ ਆਰਡਰਸ ਮਿਲੇ ਆ ਦਵਾਈਆਂ ਬਣਾਉਣ ਦੇ ਜਾਂ ਮਾਸਕ ਬਣਾਉਣ ਦੇ ਜਾਂ ਸੈਨੀਟਾਈਜ਼ਰ ਬਣਾਉਣ ਦੇ, ਸਪਿਰਿਟਸ ਫੈਕਟਰੀਜ਼ ਹੈ ਜਿੰਨੀਆਂ ਵੀ। ਤੇ ਪੈਕੇजेस ਦੀ ਡੈਫੀਨਿਟਲੀ ਲੋੜ ਪਏਗੀ, ਭਾਵੇਂ ਉਹ ਕੋਈ ਵੀ ਸਰਕਾਰ ਹੈ, ਭਾਵੇਂ ਪਾਕਿਸਤਾਨ ਸਰਕਾਰ ਹੈ ਜਾਂ ਇੰਡੀਆ ਸਰਕਾਰ ਹੈ। ਆਈ ਥਿੰਕ ਪੈਕੇजेस ਤੋਂ ਬਿਨਾਂ ਨਹੀਂ ਹੋਏਗਾ। ਪੈਕੇजेस ਬਹੁਤ ਜ਼ਰੂਰੀ ਹੈ, ਹਰ ਇੰਡਸਟਰੀ ਨੂੰ ਜ਼ਰੂਰੀ ਹੈ। ਜਿਵੇਂ ਮੈਂ ਕਿਹਾ ਵੀ ਮਿਡਲ ਸੈਗਮੈਂਟ ਹੈ ਜਿਹੜਾ ਉਹ ਫਸਿਆ ਪਿਆ ਇਸ ਟਾਈਮ। ਇੱਕ ਤਾਂ ਉਹਨੂੰ ਚੈਰਿਟੀ ਕਰਨੀ ਪੈ ਰਹੀ ਹੈ, ਉਤੋਂ ਹੀ ਹੈਜ਼ ਟੂ ਟੇਕ ਕੇਅਰ ਆਫ ਜਿਹੜਾ ਲੋਅਰ ਸੈਗਮੈਂਟ ਹੈ ਉਹਦਾ ਵੀ ਧਿਆਨ ਰੱਖਣਾ, ਤਾਂ ਕਿ ਸੈਲਫਿਸ਼ ਹੋ ਕੇ ਆਪਾਂ ਕਿਸੇ ਦਾ ਨੁਕਸਾਨ ਨਾ ਕਰ ਦਈਏ ਕੁਛ ਹੈ। ਤਾਂ ਇਹ ਚੀਜ਼ ਨੂੰ ਹੌਲੀ ਹੌਲੀ ਮੋਸ਼ਨ ਚ ਆਉਂਦੇ ਟਾਈਮ ਲੱਗੇਗਾ, ਪਰ ਇਹ ਹੈ ਵੀ ਦੁਆ ਕਰੋ ਕਿ ਮਹੀਨੇ 'ਚ ਜਾਂ 1.5 ਮਹੀਨੇ 'ਚ ਸਾਰੀਆਂ ਚੀਜ਼ਾਂ ਸੌਰਟ ਹੋ ਜਾਣ। ਸਪੈਸ਼ਲੀ ਜਿਹੜੀਆਂ ਆਪਣੀਆਂ ਕੰਟਰੀਜ਼ ਨੇ ਜਿਨ੍ਹਾਂ 'ਚ ਹੈਲਥ ਕੇਅਰ ਹਾਲੇ ਅਪ ਟੂ ਦ ਮਾਰਕ ਇੰਨਾ ਜ਼ਿਆਦਾ ਨਹੀਂ ਹੈ, ਜਿਵੇਂ ਆਪਾਂ US 'ਚ ਕਹਿ ਲਓ ਜਾਂ ਯੂਰਪੀਅਨ ਕੰਟਰੀਜ਼ ਕਹਿ ਲਓ, ਉੱਥੇ ਲੋਕ ਵੀ ਕੈਜੂਅਲ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਪਾਕਿਸਤਾਨ 'ਚ ਲੋਕ ਨਹੀਂ ਮੰਨ ਰਹੇ, ਆਈ ਥਿੰਕ ਇਹ ਸਾਨੂੰ ਆਪ ਨੂੰ ਸਮਝਣਾ ਪੈਣਾ ਹੈ ਕਿ ਸਾਡੀ ਹੈਲਥ ਪਹਿਲੇ ਹੈ। ਅਗਰ ਆਪਾਂ ਇਕਨੋਮੀ ਦੀ ਗੱਲ ਕਰਦੇ ਹਾਂ ਜਾਂ ਬਿਲਸ ਦੀ ਗੱਲ ਕਰਦੇ ਹਾਂ, ਕੁਛ ਹੈ ਉਹ ਵੀ ਜ਼ਰੂਰੀ ਹੈ, ਪਰ ਉਹ ਅਲੱਗ ਹੈ, ਉਹ ਇੰਟਰਡਿਪੈਂਡੈਂਟ ਨਹੀਂ ਹੈ। ਇਹ ਨਹੀਂ ਹੈ ਕਿ ਤੁਸੀਂ ਬਾਹਰ ਨਿਕਲੋਗੇ ਬਿੱਲ ਮਾਫ ਹੋ ਜਾਣਾ। ਤਾਂ ਸਾਡੀਆਂ ਕੰਟਰੀਜ਼ ਨੂੰ ਆਪ ਹੀ ਇਹ ਚੀਜ਼ ਦਾ ਪ੍ਰੀਕਾਸ਼ਨ ਲੈਣਾ ਪੈਣਾ, ਕਿਉਂਕਿ ਹੈਲਥ ਕੇਅਰ ਸਾਨੂੰ ਵੀ ਪਤਾ ਹੈ ਅਗਰ ਗਵਰਨਮੈਂਟ ਦੇ ਹੱਥ ਵਿੱਚ ਵੀ ਆ ਜਾਵੇ ਜਾਂ ਗਵਰਨਮੈਂਟ ਕਰਨਾ ਵੀ ਚਾਹੇ ਤਾਂ ਹੈਲਥ ਕੇਅਰ ਇੰਨਾ ਅਪ ਟੂ ਦ ਮਾਰਕ ਨਹੀਂ ਹੈਗਾ ਸਾਡੀ ਕੰਟਰੀ। ਬਿਲਕੁਲ ਜੀ, ਇਸੇ ਤਰ੍ਹਾਂ ਜੀ ਇਹ ਸਾਡੀ ਗੌਰਮੈਂਟ ਜਿਹੜੀ ਹੈਗੀ ਨਾ, ਇਹਨਾਂ ਦੇ ਵਾਸੀ ਹੈਗਾ ਜੀ। ਇਹ ਸਾਡੇ ਯਾਨੀ ਕਿ ਬਿੱਲ ਵਗੈਰਾ ਵੀ ਜਿਹੜੇ ਇਹਨਾਂ ਗੌਰਮੈਂਟ ਦੇ ਫੈਸਲੇ ਨੇ ਜਿਹੜੇ ਸਾਡੇ ਵਾਸਤੇ ਜਿਹੜੇ ਮੰਨਣ ਵਾਸਤੇ ਨੇ। ਅਸੀਂ ਦੇਖਾਂਗੇ ਕਿ ਸਾਡੀ ਜਿਹੜੀ ਇਕੋਨੋਮੀ ਜਿਹੜੀ ਹੈਗੀ ਨਾ, ਸਾਡੇ ਪਾਕਿਸਤਾਨ ਦੀ ਅਗਰ ਗੱਲ ਕੀਤੀ ਜਾਵੇ ਤੇ ਅਸੀਂ ਬਹੁਤ ਜ਼ਿਆਦਾ ਪਿੱਛੇ ਜਾ ਰਹੇ ਹਾਂ ਜੀ ਇਸ ਇਕੋਨੋਮੀ ਦੇ ਲਿਹਾਜ਼ ਦੇ ਨਾਲ, ਕਿਉਂਕਿ ਬਹੁਤ ਜ਼ਿਆਦਾ ਇਸ ਚੀਜ਼ ਦਾ ਬੁਹਰਾਨ ਆ ਰਿਹਾ। ਔਰ ਸਾਡੇ ਕੋਲ ਸੈਨੀਟਾਈਜ਼ਰ ਜਿਹੜਾ ਹੈਗਾ ਇਹ ਬੜਾ ਸ਼ਾਰਟ ਰਿਹਾ, ਔਰ ਮਾਸਕ ਬੜਾ ਸ਼ਾਰਟ ਰਿਹਾ ਹੈ। ਯਾਨੀ ਕਿ ਸਾਡੀ ਚੀਜ਼ਾਂ ਜਿਹੜੀਆਂ ਇਹਨਾਂ ਤੇ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਸਾਡੀ ਅਗਰ ਫੈਸਲਾਬਾਦ ਦੀ ਟੈਕਸਟਾਈਲ ਦੀ ਗੱਲ ਕੀਤੀ ਜਾਵੇ, ਲੋਕਾਂ ਨੇ ਟੈਕਸਟਾਈਲ ਇੰਡਸਟਰੀ ਸਾਰੀ ਬੰਦ ਕਰਕੇ, ਔਰ ਮਾਸਕ ਜਿਹੜਾ ਹੈਗਾ ਸੀ ਮਾਸਕ ਤਿਆਰ ਨਹੀਂ ਸੀ ਹੋ ਰਿਹਾ ਹੈਗਾ। ਔਰ ਐਮਰਜੈਂਸੀ ਦੇ ਵਿੱਚ ਮਾਸਕ ਜਿਹੜਾ ਹੈਗਾ ਉਹ ਲੋਕਾਂ ਨੇ ਘਰਾਂ 'ਚ ਬੈਠ ਕੇ ਤਿਆਰ ਕੀਤਾ। ਔਰ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਆਪਣੀ ਪਰਸਨਲ ਕੈਪੈਸਿਟੀ ਦੇ ਵਿੱਚ ਰਹਿੰਦੇ ਆਇਆ ਆਪਣੀ ਇੰਡਸਟਰੀ ਨੂੰ ਸਪੋਰਟ ਕੀਤਾ। ਅਸੀਂ ਦੇਖਿਆ ਜਾਏ ਕਿ ਸਾਡੀ ਜਿੰਨੀ ਵੀ ਯਾਨੀ ਕਿ ਸੈਨੀਟਾਈਜ਼ਰ ਦੀ ਜਿਹੜੀ ਫਾਰਮਾਂ ਹੈਗੀਆਂ ਨੇ ਇਹ ਵੀ ਸਾਰੀਆਂ ਬੰਦ ਹੋ ਗਈਆਂ ਸੀ। ਔਰ ਸਾਡੇ ਯਾਨੀ ਕਿ ਆਪਣੇ ਹੱਬ ਦੇ ਵੀ ਅਸੀਂ ਸੈਨੀਟਾਈਜ਼ਰ ਜਿਹੜੇ ਹੈਗੇ ਨੇ ਉਹ ਅਸੀਂ ਇਹਨਾਂ ਚੀਜ਼ਾਂ ਨੂੰ ਬਣਵਾਉਣ ਵਾਸਤੇ ਕਾਫੀ ਮਿਹਨਤ ਕਰਨੀ ਪਈ। ਯਾਨੀ ਕਿ ਇਹ ਚੀਜ਼ਾਂ ਸਾਰੀਆਂ ਇਫੈਕਟ ਹੋਈਆਂ। ਜਿੰਨੀਆਂ ਵੀ ਸਾਡੀ ਜ਼ਰੂਰੀ ਡੇਲੀ ਬੇਸਿਸ ਦੀਆਂ ਜਿਹੜੀ ਚੀਜ਼ਾਂ ਸਨ, ਉਹ ਚੀਜ਼ਾਂ ਜਿਹੜੀਆਂ ਯਾਨੀ ਕਿ ਡੇਲੀ ਜਿਹੜੀਆਂ ਅਸੀਂ ਲਿਆ ਨਾਲੇ ਜਿਹੜੀਆਂ ਅਸੀਂ ਬਾਜ਼ਾਰੋਂ ਖਰੀਦੀਆਂ ਔਰ ਇਹਨਾਂ ਨੂੰ ਅਸੀਂ ਇਸਤੇਮਾਲ ਕਰੀਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੰਦ ਹੋ ਗਈਆਂ ਇਸ ਕਰੋਨਾ ਦੀ ਵਜ੍ਹਾ ਤੋਂ। ਯਾਨੀ ਕਿ ਕਰਿਆਨੇ ਦੀ ਦੁਕਾਨਾਂ ਖੁੱਲੀਆਂ ਹੋਈਆਂ ਨੇ, ਲੇਕਿਨ ਐਸੀ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ, ਮਸਲਨ ਲੋੜ ਦੇ ਹੁਣ ਕਈਆਂ ਨੂੰ ਬੜੇ ਮਸਲੇ ਆ ਰਹੇ ਨੇ। ਇਸ ਤੋਂ ਇਲਾਵਾ ਲੋਕਾਂ ਨੂੰ ਇੱਥੇ ਜਿਹੜਾ ਮੋਬਾਈਲ ਸ਼ਾਪਸ ਜਿਹੜੀਆਂ ਹੈਗੀਆਂ ਨੇ, ਮੋਬਾਈਲਾਂ ਦੀਆਂ ਦੁਕਾਨਾਂ ਜਿੱਥੇ ਲੋਡ ਕੀਤਾ ਜਾ ਸਕਦਾ, ਉਹ ਵੀ ਦੁਕਾਨਾਂ ਬੰਦ ਹੈਗੀਆਂ ਨੇ। ਸਾਡੀ ਇੱਕ ਕੰਪਨੀਆਂ ਜਿਹੜੀਆਂ ਨੇ ਆਫਰਾਂ ਦੇ ਰਹੀਆਂ ਨੇ ਕਿ ਤੁਸੀਂ ਘਰ ਬੈਠੇ ਮੋਬਾਈਲ ਲੋਡ ਕਰ ਸਕਦੇ ਹੋ, ਮੁਖਤਲਿਫ ਯਾਨੀ ਕਿ ਪੈਕੇजेस ਫ੍ਰੀ ਕਰ ਰਹੀਆਂ ਨੇ। ਅਸੀਂ ਅਗਰ ਗੱਲ ਕਰੀਏ ਕਿ ਸਾਡੀ ਹੁਣ ਕੰਪਨੀ ਜੈਜ਼ ਦੀ ਮੋਬਿਲਿੰਗ ਦੀ ਗੱਲ ਕਰ ਲਈਏ, ਮੋਬਿਲਿੰਗ ਵਾਲਿਆਂ ਨੇ ਇਸ ਚੀਜ਼ ਦਾ ਕਿ ਬੜਾ ਇਸ ਟਾਈਮ ਆਪਣਾ ਰੋਲ ਪਲੇ ਕਰਦੇ ਆਇਆ। ਉਹਨਾਂ 1 ਅਰਬ ਔਰ 20 ਕਰੋੜ ਦਾ ਐਲਾਨ ਕੀਤਾ ਰਿਲੀਫ ਪੈਕੇਜ ਦਾ, ਜਿਹਦੇ ਵਿੱਚ ਉਹ ਇਸ ਚੀਜ਼ ਨੂੰ ਕਵਰ ਕਰ ਰਹੇ ਨੇ ਕਿ ਜਿੰਨੀ ਵੀ ਪਾਕਿਸਤਾਨ ਦੀ ਆਵਾਮ ਹੈਗੀ ਇਹਨਾਂ ਨੂੰ ਪੈਕੇजेस ਦੇ ਵਿੱਚ ਜਿੰਨਾ ਵੀ ਡਿਸਕਾਊਂਟ ਦਿੱਤਾ ਜਾ ਸਕੇ। ਕੁਝ ਸਰਵਿਸਿਜ਼ ਫ੍ਰੀ ਬਿਲਕੁਲ ਕਰ ਰਹੇ ਨੇ,
ਕੁਛ ਪੈਕੇजेस ਜਿਹੜੇ ਹੈਗੇ ਨੇ ਉਹਨਾਂ ਦੇ ਰੇਟ ਘਟਾ ਰਹੇ ਨੇ ਔਰ ਕੁਛ ਉਹਨਾਂ ਨੂੰ ਯਾਨੀ ਕਿ ਨਕਦੀ ਰਕਮ ਜਿਹੜੀਆਂ ਹੈਗੀਆਂ ਨੇ ਉਹ ਤਕਸੀਮ ਕਰਨ ਵਾਸਤੇ ਮੁਖਤਲਿਫ ਆਰਗੇਨਾਈਜੇਸ਼ਨਸ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਪਾਰਟਨਰਸ਼ਿਪ ਕਰਦੇ ਹੋਇਆ ਇਹਨਾਂ ਨੂੰ ਇੱਕ ਅੱਛੇ ਲੈਵਲ ਤੱਕ ਲੈ ਕੇ ਜਾਂਦੇ ਹੋਇਆ ਔਰ ਇਕਨੋਮੀ ਨੂੰ ਸਪੋਰਟ ਕਰਦੇ ਹੋਇਆ ਇਹਦਾ ਕਦਮ ਚੁੱਕਿਆ ਜਾਇਜ਼ਾ ਵਾਲਿਆਂ ਨੇ ਔਰ ਇਸੇ ਤਰ੍ਹਾਂ ਅਸੀਂ ਉਮੀਦ ਕਰ ਰਹੇ ਹਾਂ ਮੁਖਤਲਿਫ ਜਿਹੜੀਆਂ ਵੀ ਕੰਪਨੀਆਂ ਹੈਗੀਆਂ ਨੇ ਉਹ ਇਹੋ ਜਿਹੇ ਕਦਮ ਚੁੱਕ ਕੇ ਸਾਡੀ ਜਿੰਨੀ ਵੀ ਆਵਾਮ ਹੈਗੀ ਜਿਹੜੀ ਇਹਦੀ ਵਜ੍ਹਾ ਤੋਂ ਅਸਰ ਅੰਦਾਜ਼ ਹੋ ਰਹੀ ਹੈ ਮੁਖਤਲਿਫ ਸਾਡੇ ਕਰੋਨਾ ਦੀ ਵਜ੍ਹਾ ਤੋਂ ਸਾਡੀ ਜ਼ਿੰਦਗੀਆਂ ਤੇ ਅਸਰ ਹੋ ਰਿਹਾ ਇਕਨੋਮੀ ਤੇ ਸਾਡੀ ਐਜੂਕੇਸ਼ਨ ਤੇ ਉਹ ਇਹਨਾਂ ਦੇ ਵਿੱਚ ਆਪਣੀ ਪਰਸਨਲ ਕੈਪੈਸਿਟੀ ਦੇ ਵਿੱਚ ਰਹਿੰਦੇ ਹੋਇਆ ਬਹੁਤ ਸਪੋਰਟ ਕਰ ਰਹੀ ਹੈ ਇਸ ਚੀਜ਼ ਨੂੰ ਲੇਕਿਨ ਇਹਦੇ ਨਾਲ ਸਾਡੀ ਗੌਰਮੈਂਟ ਵੀ ਜਿਹੜੀ ਹੈਗੀ ਹੈ ਉਹਨੇ ਸਾਡੇ ਵਾਸਤੇ ਇਹੋ ਜਿਹੇ ਸਾਡਾ ਅਗਲਾ ਜਿਹੜਾ ਪੁਆਇੰਟ ਹੈਗਾ ਵੀ ਉਹ ਵੀ ਬਿਲਕੁਲ ਅਸੀਂ ਕਿ ਜਿਹੜੇ ਗੌਰਮੈਂਟ ਐਕਸ਼ਨਸ ਹੈਗੇ ਨੇ ਉਹ ਕੀ ਹੈਗੇ ਨੇ ਇਸ ਕਰੋਨਾ ਦੀ ਨਾਲ ਕਰੋਨਾ ਦੇ ਪੀਰੀਅਡ ਦੇ ਵਿੱਚ ਸਾਡੀ ਗੌਰਮੈਂਟ ਕੀ ਕੰਮ ਕਰ ਰਹੀ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਦੇ ਹਾਂ ਅਸੀਂ ਜਾਣਨਾ ਚਾਹਾਂਗੇ ਕਿ ਸਾਡੇ ਨਾਲ ਮੌਜੂਦ ਹੈ ਕਿ ਪ੍ਰੈਟਿਕ ਸਾਹਿਬ ਦੱਸੋ ਕਿ ਸਾਨੂੰ ਸਾਡੀ ਜਿਹੜੀ ਗੌਰਮੈਂਟ ਹੈਗੀ ਹੈ ਇੰਡੀਆ ਦੇ ਵਿੱਚ ਇੰਡੋਰ ਦੀ ਸਪੈਸ਼ਲ ਅਗਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਵੇ ਤੇ ਉਹਦੇ ਵਿੱਚ ਗੌਰਮੈਂਟ ਕੀ ਸਰਵਿਸਿਜ਼ ਦੇ ਰਹੀ ਹੈ ਕੀ ਇਹੋ ਜਿਹੀ ਆਵਾਮ ਨੂੰ ਸਹੂਲੀਅਤ ਦੇ ਰਹੀ ਹੈ ਨਹੀਂ ਜੀ ਸਭ ਤੋਂ ਪਹਿਲਾਂ ਤੇ ਮੈਨੂੰ ਲੱਗਦਾ ਹੈ ਗਵਰਨਮੈਂਟ ਏਜੰਸੀਜ਼ ਹੈਲਥ ਪ੍ਰੋਟੈਕਸ਼ਨ ਪੁਲਿਸ ਉਹ ਸਭ ਤੋਂ ਅੱਗੇ ਕੰਮ ਕਰ ਰਹੇ ਨੇ ਜਿਹਨੂੰ ਆਪਾਂ ਕਹਿੰਦੇ ਨੇ ਦ ਫਰਸਟ ਲਾਈਨ ਵਰਕਰਸ ਨੇ ਉਹ ਤਾਂ ਉਹ ਸਭ ਤੋਂ ਜ਼ਿਆਦਾ ਕੰਮ ਕਰ ਰਹੇ ਨੇ ਸਭ ਤੋਂ ਜ਼ਿਆਦਾ ਰਿਸਕ ਉਹਨਾਂ ਨੂੰ ਹੈ ਕਿ ਰਿਸਕ ਆਪਣੇ ਉੱਤੇ ਲੈ ਰਹੇ ਨੇ ਜਿਸ ਦੇ ਕਰਕੇ ਆਪਾਂ ਸਾਰੇ ਆਪਣੇ ਘਰ ਬੈਠ ਸਕਦੇ ਨੇ ਬਚ ਸਕਦੇ ਨੇ ਤਾਂ ਉਹ ਤਾਂ ਸਾਰੇ ਕੰਮ ਕਰ ਰਹੇ ਨੇ ਦੂਜੀ ਚੀਜ਼ ਗਵਰਨਮੈਂਟ ਇਨਸ਼ੋਰ ਕਰ ਰਹੀ ਕਿ ਜਿਹੜੀ ਜ਼ਰੂਰੀ ਚੀਜ਼ਾਂ ਨੇ ਐਸੈਂਸ਼ੀਅਲ ਸਰਵਿਸਿਜ਼ ਜਿਹਨੂੰ ਆਪਾਂ ਕਹਿੰਦੇ ਨੇ ਉਹ ਲੋਕਾਂ ਨੂੰ ਮਿਲ ਜਾਏ ਦੁੱਧ ਦੀ ਕਮੀ ਨਹੀਂ ਆਉਣ ਦੇ ਰਹੇ ਕਿਉਂਕਿ ਘਰਾਂ 'ਚ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਦੁੱਧ ਦੀ ਲੋੜ ਪੈਂਦੀ ਹੈ ਤਾਂ ਦੁੱਧ ਦੀ ਸਪਲਾਈ ਹੈਗੀ ਇੱਥੇ ਸਬਜ਼ੀਆਂ ਦੀ ਸਪਲਾਈ ਹੈਗੀ ਖਾਣੇ ਦੀ ਚੀਜ਼ਾਂ ਦੀ ਸਪਲਾਈ ਬਿਲਕੁਲ ਸਪਲਾਈ ਬਣੀ ਹੋਈ ਹੈ ਉਸ ਦੀ ਕੋਈ ਹਾਲੇ ਤੱਕ ਕਮੀ ਨਹੀਂ ਆਈ ਹੈਗੀ ਇੱਥੇ ਮੈਡੀਕਲ ਸਰਵਿਸਿਜ਼ ਦਵਾਈਆਂ ਦੀ ਦੁਕਾਨ ਜਿਹੜੀਆਂ ਨੇ ਉਹ ਸਾਰੀ ਅਵੇਲੇਬਲ ਨੇ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਨੇ ਉਹ ਸਾਰੇ ਅਵੇਲੇਬਲ ਨੇ ਬੈਂਕਿੰਗ ਸਰਵਿਸਿਜ਼ ਚਾਲੂ ਹੈਗੀ ਜਿਹੜੇ ਲੋਕ ਉੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਰਿਸਕ ਰਹਿੰਦੀ ਹੈ ਬਟ ਮੈਂ ਬੜਾ ਅਪਰੀਸ਼ੀਏਟ ਕਰਦਾ ਉਹਨਾਂ ਨੂੰ ਜਿਹੜੇ ਲੋਕੀ ਸਾਰੇ ਇਨੀ ਰਿਸਕ ਲੈ ਕੇ ਅੱਗੇ ਜਾ ਕੇ ਕੰਮ ਕਰਦੇ ਨੇ ਤਾਂ ਗਵਰਨਮੈਂਟ ਦਾ ਸਪੋਰਟ ਹੈਗਾ ਇੱਥੇ ਬੜਾ ਅਪਰੀਸ਼ੀਏਬਲ ਸਪੋਰਟ ਹੈਗਾ ਨੰਬਰ ਦਿੱਤੇ ਹੋਏ ਨੇ ਜਿਵੇਂ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਹੈਲਪਲਾਈਨ ਨੰਬਰਸ ਨੇ ਲੋਕਾਂ ਨੂੰ ਐਜੂਕੇਟ ਕਰ ਰਹੇ ਨੇ ਬੜੀ ਚੰਗੀ ਗੱਲ ਕੀਤੀ ਹੈ ਸਾਡੇ ਇੰਡੀਆ 'ਚ ਜਿਵੇਂ ਤੁਸੀਂ ਫੋਨ ਲਗਾਉਂਦੇ ਹੋ ਕਿਸੇ ਨੂੰ ਤਾਂ ਹੈਲੋ ਟਿਊਨ ਦਾ ਜਿਹੜਾ ਕਨਸੈਪਟ ਹੁੰਦਾ ਹੈ ਉਸ ਹੈਲੋ ਟਿਊਨ ਰਿੰਗਟੋਨ ਦੇ ਜਗ੍ਹਾ ਗਵਰਨਮੈਂਟ ਨੇ ਇੱਕ ਐਜੂਕੇਸ਼ਨਲ ਹੈਲੋ ਟਿਊਨ ਬਣਾਈ ਹੋਈ ਹੈ ਜਿੱਥੇ ਉਹ ਦੱਸਦੇ ਨੇ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਹੱਥ ਧੋਣ ਦਾ ਤਰੀਕਾ ਸਮਝਾਇਆ ਹੋਇਆ ਉਸ 'ਚ ਤਾਂ ਮੈਨੂੰ ਲੱਗਦਾ ਹੈ ਗਵਰਨਮੈਂਟ ਸਾਰੇ ਨੈਸੈਸਰੀ ਸਟੈਪਸ ਲੈ ਰਹੀ ਹੈਗੀ ਸਾਡੇ ਇੱਥੇ ਮੈਂ ਬੜਾ ਅਪਰੀਸ਼ੀਏਟ ਕਰਦਾ ਬਸ ਜ਼ਰੂਰੀ ਇਹ ਹੈਗਾ ਕਿ ਜਿਹੜੇ ਲੋਕ ਨੇ ਉਹ ਗਵਰਨਮੈਂਟ ਦੀ ਇੰਟੈਂਸ਼ਨ ਨੂੰ ਗਵਰਨਮੈਂਟ ਜਿਹੜੀ ਚੀਜ਼ ਚਾਹੁੰਦੀ ਉਹਨਾਂ ਦੇ ਕੋਲੋਂ ਉਹ ਸਮਝੇ ਔਰ ਆਪਣੇ ਆਪਣੇ ਘਰਾਂ 'ਚ ਬੈਠੇ ਰਹੇ ਕਿਉਂਕਿ ਉਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਅਸੀਂ ਹੋਰ ਕੁਝ ਵੀ ਨਹੀਂ ਕਰ ਸਕਦੇ ਕਰੋਨਾ ਨੂੰ ਘਟਾਉਣ ਲਈ ਗਵਰਨਮੈਂਟ ਜਿਹਨੇ ਸਟੈਪ ਲੈ ਸਕਦੀ ਉਹ ਸਟੈਪ ਲੈ ਰਹੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਇਕਨੋਮੀ ਨੂੰ ਰਿਵਾਈਵ ਕਰਨ ਲਈ ਸਟਿਮੂਲਸ ਪੈਕੇਜ ਗਵਰਨਮੈਂਟ ਦੇ ਰਹੀ ਨੇ ਇਕਨੋਮੀ ਨੂੰ ਪੈਸੇ ਦੀ ਜਿਹੜੀ ਕਮੀ ਪੈ ਰਹੀ ਹੈ ਉਹ ਪ੍ਰੋਵਾਈਡ ਕਰ ਰਹੀ ਹੈ ਤਾਂ ਮੈਂ ਬੜਾ ਖੁਸ਼ ਹਾਂ ਇਸ ਚੀਜ਼ ਤੋਂ ਜਿਵੇਂ ਗਵਰਨਮੈਂਟ ਸਾਡੀ ਇੱਥੇ ਕੰਮ ਕਰ ਰਹੀ ਹੈ ਚੰਗੀ ਗੱਲ ਹੈਗੀ ਕਿ ਗਵਰਨਮੈਂਟ ਨੇ ਇੱਕ ਕੰਮ ਬੜਾ ਵਧੀਆ ਕੀਤਾ ਹੈ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੋ ਸਕਦਾ ਜਿਹਨਾਂ ਨੂੰ ਡਰ ਹੈਗਾ ਤੇ ਉਹ ਹੁਣ ਗਵਰਨਮੈਂਟ ਲੈਬ 'ਚ ਵੀ ਜਾ ਸਕਦੇ ਨੇ ਆਪਣੇ ਆਪ ਨੂੰ ਚੈੱਕ ਕਰਾਉਣ ਲਈ ਪ੍ਰਾਈਵੇਟ ਲੈਬ 'ਚ ਵੀ ਜਾ ਸਕਦੇ ਨੇ ਹੋਰ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਇੰਡੀਆ ਤੇ ਜਿਹੜਾ ਹੈਗਾ ਉਹਨਾਂ ਨੇ ਬੜੀ ਚੰਗੀ ਪਹਿਲ ਕੀਤੀ ਹੈ ਔਰ ਉਹਨਾਂ ਨੇ ਇਹ ਕਿਹਾ ਹੈ ਕਿ ਤੁਸੀਂ ਚਾਰਜ ਨਹੀਂ ਕਰ ਸਕਦੇ ਬੰਦਿਆਂ ਨੂੰ ਅਗਰ ਉਹ ਕਰੋਨਾ ਦੇ ਟੈਸਟ ਕਰਾਉਣ ਲਈ ਆ ਰਹੇ ਨੇ ਐਂਡ ਹਰ ਜਗ੍ਹਾ ਹੁੰਦਾ ਥੋੜੇ ਜਿਹੇ ਕੈਪੀਟਲਿਜ਼ਮ ਭਾਜੀ ਗਵਰਨਮੈਂਟ ਨੇ ਨੋਟ ਕੀਤਾ ਹੈ ਕਿ ਅਗਰ ਇਸ ਵੇਲੇ ਕੋਈ ਗਲਤ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਪ੍ਰੋਫਿਟ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗਵਰਨਮੈਂਟ ਸਾਰੇ ਪੋਸੀਬਲ ਸਟੈਪ ਲਏਗੀ ਐਂਡ ਗਵਰਨਮੈਂਟ ਪੈਨਲਾਈਜ਼ ਕਰੇਗੀ ਪਨਿਸ਼ ਕਰੇਗੀ ਉਹਨਾਂ ਨੂੰ ਸਮਝਾਏਗੀ ਕਿ ਇਹ ਉਹ ਵਕਤ ਨਹੀਂ ਹੈ ਜਿਵੇਂ ਸਾਨੂੰ ਪੈਸਾ ਕਮਾਉਣਾ ਹੈ ਤਾਂ ਇਨਸਾਨੀਅਤ ਦਿਖਾਉਣ ਦਾ ਵਕਤ ਹੈਗਾ ਤਾਂ ਗਵਰਨਮੈਂਟ ਮੇਰੇ ਖਿਆਲ ਨਾਲ ਸਾਰੇ ਪੋਜ਼ਿਟਿਵ ਸਟੈਪਸ ਲੈ ਰਹੀ ਹੈ ਇੱਥੇ ਤਾਂ ਬਹੁਤ ਅੱਛੀ ਗੱਲ ਹੈ ਜੀ ਜਿਹਦੇ ਵਿੱਚ ਸਾਡੀ ਗਵਰਨਮੈਂਟ ਜਿਹੜੀ ਹੈਗੀ ਸਪੋਰਟ ਕਰ ਰਹੀ ਆ ਇੰਡੀਆ ਦੇ ਵਿੱਚ ਵੀ ਅਗਰ ਦੇਖਿਆ ਜਾਏ ਤਾਂ ਇਹ ਚੀਜ਼ਾਂ ਜਿਹੜੀਆਂ ਬਹੁਤ ਅੱਛੇ ਲੈਵਲ ਤੱਕ ਲੈ ਕੇ ਜਾ ਰਹੇ ਨੇ ਸਾਡੀ ਗਵਰਨਮੈਂਟ ਨੇ ਇਹਨਾਂ ਚੀਜ਼ਾਂ ਨੂੰ ਬੜੇ ਸਪੋਰਟ ਕਰ ਰਹੀ ਜਿਵੇਂ ਅਸੀਂ ਆਪਣੀ ਪਾਕਿਸਤਾਨ ਦੀ ਗੱਲ ਕਰ ਰਹੇ ਸੀ ਕਿ
ਗੌਰਮੈਂਟ ਲੋਕਾਂ ਵਾਸਤੇ ਬੜੇ ਇਹੋ ਜਿਹੇ ਪ੍ਰੋਗਰਾਮ ਕਰ ਰਹੀ ਹੈ ਜਿੰਦੇ ਵਿੱਚ ਲੋਕਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੀ ਹੈ ਮਾਸ਼ੀ ਤੌਰ ਤੇ। ਔਰ ਇਹਦੇ ਨਾਲ ਅਸੀਂ ਵੇਖੀਏ ਕਿ ਸਾਨੂੰ ਮੁਖਤਲਿਫ ਜਿਹੜੀਆਂ ਕੰਪਨੀਜ਼ ਹੈਗੀਆਂ, ਮੁਖਤਲਿਫ ਆਰਗੇਨਾਈਜੇਸ਼ਨ ਆਪਣੀ ਪਰਸਨਲ ਕੈਪੈਸਿਟੀ ਦੇ ਵਿੱਚ ਰਹਿੰਦੇ ਆਏ ਆ, ਆਪਣੇ ਹਰ ਜ਼ਿਲ੍ਹੇ ਹਰ ਇਲਾਕੇ ਦੇ ਵਿੱਚ ਰਾਸ਼ਨ ਦੀ ਤਕਸੀਮ ਕਰ ਰਹੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਬੜੀਆਂ ਅੱਗੇ ਲੈ ਕੇ ਜਾ ਰਹੀਆਂ ਨੇ। ਸਾਡੇ ਜਿਹੜੀ ਯਾਨੀ ਕਿ ਇਹੋ ਜਿਹੀ ਨਾਲ ਯਾਨੀ ਕਿ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਸਾਨੂੰ ਬੜਾ ਸਪੋਰਟ ਕਰ ਰਹੀਆਂ ਨੇ ਚੀਜ਼ਾਂ। ਅਸੀਂ ਜਾਣਨਾ ਚਾਹਾਂਗੇ ਪਰਮ ਕਲਾਰਾ ਸਾਹਿਬ ਕਿ ਸਾਨੂੰ ਦੱਸੋ ਕਿ ਇਹ ਜਿਹੜੀ ਕਿ ਗੌਰਮੈਂਟ ਦੇ ਐਕਸ਼ਨਸ ਹੈਗੇ ਨੇ, ਕੁਝ ਤੁਸੀਂ ਆਪਣੇ ਕੁਝ ਖਿਆਲਾਤ ਆਪਣੇ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਕਿ ਇਹ ਜਿਹੜੇ ਇੰਡੀਆ ਦੇ ਵਿੱਚ ਕੀ ਐਕਸ਼ਨਸ ਜਿਹੜੇ ਗੌਰਮੈਂਟ ਲੈ ਰਹੀ ਹੈ, ਸਾਨੂੰ ਜ਼ਰਾ ਇਹਦੇ ਬਾਰੇ ਆਗਾਹ ਕਰੋ। ਜਿਵੇਂ ਪ੍ਰਤੀਕ ਨੇ ਕਿਹਾ ਬਹੁਤ ਜ਼ਿਆਦਾ ਐਕਸ਼ਨ ਤਾਂ ਲਿਆ ਜਾ ਰਿਹਾ ਹੈ। ਇਦਾਂ ਨਹੀਂ ਹੈ ਕਿ ਕਿਸੇ ਚੀਜ਼ ਨੂੰ ਇਗਨੋਰ ਕੀਤਾ ਜਾ ਰਿਹਾ। ਲੋਕ ਤਾਂ ਦੇਖੋ ਸਾਰਾ ਕੁਝ ਡਿਮਾਂਡ ਕਰਦੇ ਆ, ਐਵਰੀਵਨ ਥਿੰਕਸ ਕਿ ਮੇਰਾ ਕੰਮ ਨਹੀਂ ਚੱਲ ਰਿਹਾ, ਕਿਸੇ ਦਾ ਕੰਮ ਨਹੀਂ ਚੱਲ ਰਿਹਾ, ਸਾਰੇ ਦੁਖੀ ਨੇ। ਬਟ ਗਵਰਨਮੈਂਟ ਡੈਫੀਨਿਟਲੀ ਇੱਕ ਇੱਕ ਕਰਕੇ ਸਟੈਪ ਲੈ ਰਹੀ ਹੈ। ਪਹਿਲੇ ਹੈਲਥ ਕੇਅਰ ਤੋਂ ਸ਼ੁਰੂ ਹੋਏ ਸੀ। ਪਹਿਲੇ ਉਹਨਾਂ ਨੇ ਪੂਰੀ ਤਸੱਲੀ ਕੀਤੀ ਕਿ ਜਿਹੜੇ ਡਾਕਟਰਸ ਨੇ ਜਾਂ ਨਰਸਿਸ ਹੈ ਉਹਨਾਂ ਨੂੰ ਪੂਰੀ ਡਿਵਾਈਸਿਸ ਵਗੈਰਾ, ਆਪਣੇ ਮਾਸਕ ਵਗੈਰਾ ਮਿਲਣ। ਉਹਦੇ ਕਰਕੇ ਫੰਡ ਇਕੱਠੇ ਹੋਏ, ਕਿੰਨੇ ਲੋਕਾਂ ਨੇ ਦਾਨ ਵੀ ਕੀਤਾ, ਜਿਨੇ ਆਈ ਥਿੰਕ ਅਗਰ ਮੈਂ ਰਾਜਸਥਾਨ ਸਟੇਟ ਦੀ ਗੱਲ ਕਰਾਂ, ਅੱਜ ਮੈਨੂੰ ਕੋਈ ਦੱਸ ਰਿਹਾ ਸੀ 1.5 ਲੱਖ ਕਰੋੜ ਰੁਪਏ ਇਕੱਠਾ ਕੀਤਾ ਉਹਨਾਂ ਨੇ ਚੰਦੇ 'ਚ। ਅਗਰ PM ਕੇਅਰਸ ਫੰਡ ਦੀ ਮੈਂ ਗੱਲ ਕਰਾਂ, ਜਿਹੜਾ ਨਵਾਂ ਫੰਡ ਸਟਾਰਟ ਕੀਤਾ ਪ੍ਰਾਈਮ ਮਿਨਿਸਟਰ ਮੋਦੀ ਨੇ, ਉਹਦੇ 'ਚ ਵੀ ਕਾਫੀ ਲੋਕਾਂ ਨੇ ਫੰਡ ਕੀਤਾ। 1500 ਕਰੋੜ ਟਾਟਾ ਕਾਰਪੋਰੇਸ਼ਨ ਨੇ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਹੈਲਥ ਕੇਅਰ ਵਾਸਤੇ ਹੀ ਇੱਦਾਂ ਸੋਚਿਆ ਜਾ ਰਿਹਾ ਵੀ ਹੈਲਥ ਕੇਅਰ ਵਾਸਤੇ ਹੀ ਯੂਜ਼ ਹੋਏਗਾ, ਤੇ ਲੋਕ ਵੀ ਸਾਰੇ ਤਾਂ ਹੀ ਦਾਨ ਕਰਦੇ। ਅਗਰ ਮੈਂ ਗੱਲ ਕਰਾਂ ਤਿਆਰੀਆਂ ਦੀ, ਤਾਂ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਜੌਬ ਹੈ ਬਹੁਤ ਜ਼ਬਰਦਸਤ ਹੋ ਰਿਹਾ। ਕਰਫਿਊ ਪਹਿਲੇ ਵੀ ਬਹੁਤ ਦੇਖੇ ਹੈ ਇੰਡੀਅਨ ਐਡਮਿਨਿਸਟ੍ਰੇਸ਼ਨ ਨੇ, ਕਿਸੇ ਵੀ ਹਿਸਟਰੀ 'ਚ ਕਿਸੇ ਵੀ ਟਾਈਮ ਦੀ ਗੱਲ ਕਰ ਲਈਏ, ਪਰ ਇਹ ਜਿਹੜਾ ਕਰਫਿਊ ਹੈ ਬਹੁਤ ਡਿਫਰੈਂਟ ਹੈ। ਇਹਦੇ 'ਚ ਤਾਂ ਤੁਸੀਂ ਅਲਾਓ ਵੀ ਨਹੀਂ ਕਰ ਸਕਦੇ ਕਿਸੇ ਨੂੰ ਬਾਹਰ ਨਿਕਲਣਾ, ਕਿਉਂਕਿ ਕੋਈ ਬਾਹਰੋਂ ਖਤਰਾ ਨਹੀਂ ਹੈ, ਖਤਰਾ ਅੰਦਰ ਹੀ ਹੈ। ਖਤਰਾ ਇਹ ਵੀ ਨਹੀਂ ਪਤਾ ਵੀ ਹੈ ਕਿਹਦੇ ਤੋਂ, ਕੋਈ ਵੀ ਬੰਦਾ ਇਨਫੈਕਟਡ ਹੋ ਸਕਦਾ, ਕਿਸੇ ਤੋਂ ਵੀ ਖਤਰਾ ਹੋ ਸਕਦਾ। ਸੋ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰੋਲ ਹੈ ਬਹੁਤ ਵਧੀਆ ਹੋ ਰਿਹਾ। ਹੋਰ ਸਪੋਰਟ ਦੀ ਅਗਰ ਮੈਂ ਗੱਲ ਕਰਾਂ, ਜਿੰਨੇ ਵੀ MPs ਨੇ, ਕੱਲ ਪਰਸੋਂ ਡਿਸੀਜਨ ਆਇਆ, ਜਿੰਨੇ ਵੀ MPs ਹੈ, ਮੈਂਬਰ ਆਫ ਪਾਰਲੀਮੈਂਟ ਨੇ, ਭਾਵੇਂ ਉਹ ਲੋਕ ਸਭਾ ਭਾਵੇਂ ਰਾਜ ਸਭਾ ਹੈ, ਸਾਰਿਆਂ ਨੇ ਆਪਣਾ 30% ਸੈਲਰੀ ਕੱਟ ਅਗਰੀ ਕਰ ਲਿਆ ਕਿ 30% ਅਸੀਂ ਸੈਲਰੀ ਨਹੀਂ ਲਵਾਂਗੇ ਆਪਣੀ, ਤੇ ਉਹ ਸਾਰੀ ਜਾਏਗੀ ਅਗੇਨ ਇਹ ਫੰਡ 'ਚ ਜਾਏਗੀ, ਤੇ ਜਿੰਨਾ ਵੀ ਹੈਲਥ ਕੇਅਰ ਦਾ ਕੰਮ ਹੈ ਜਾਂ ਸਪੋਰਟ ਦਾ ਕੰਮ ਹੈ ਉਹ ਉਹਦੇ ਨਾਲ ਕੀਤਾ ਜਾਏਗਾ। ਨੋ ਡਾਊਟ ਹੈਲਥ ਕੇਅਰ ਇਨੀਸ਼ੀਅਲ ਹੈ, ਪਰ ਇਕਨੋਮਿਕਲ ਪੈਕੇजेस ਦੀ ਵੀ ਜ਼ਰੂਰਤ ਹੈ, ਤੇ ਗਵਰਨਮੈਂਟ ਆਈ ਥਿੰਕ ਉਹਦੇ ਤੇ ਵੀ ਕੁਛ ਨਾ ਕੁਛ, ਜਿਵੇਂ RBI ਦਾ ਡਿਸੀਜਨ ਆਇਆ ਸੀ ਇੰਸਟਾਲਮੈਂਟਸ ਨੂੰ ਲੈ ਕੇ, ਜਾਂ ਹੋਰ ਰਿਲੈਕਸੇਸ਼ਨ GST ਇਨਕਮ ਟੈਕਸ ਦੇ ਜਿਨ੍ਹਾਂ ਦੇ ਰਿਫੰਡ ਖੜੇ ਸੀ ਇਨਕਮ ਟੈਕਸ, ਉਹ ਰਿਫੰਡ ਵੀ ਗਵਰਨਮੈਂਟ ਦੇ ਰਹੀ ਹੈ ਤਾਂ ਕਿ ਉਹਨਾਂ ਦਾ ਕੈਸ਼ ਫਲੋ ਨਾ ਰੁਕੇ। ਜਿਨ੍ਹਾਂ ਕੰਪਨੀਜ਼ ਨੇ ਇੰਡੀਵਿਜੂਅਲਸ ਨੇ ਇਨਕਮ ਟੈਕਸ ਭਰਿਆ ਸੀ, ਉਹਨਾਂ ਦਾ ਕੈਸ਼ ਫਲੋ ਨਾ ਰੁਕੇ। ਤੇ ਇਦਾਂ ਦੇ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਉੱਥੇ ਪਹੁੰਚ ਰਹੇ ਹਾਂ ਕਿ ਕੰਫਰਟੇਬਲ ਹੋ ਜਾਏ ਸਿਚੁਏਸ਼ਨ, ਤੇ ਸਾਰੀਆਂ ਚੀਜ਼ਾਂ ਦਾ ਮੈਨੂੰ ਲੱਗਦਾ ਬਹੁਤ ਚੰਗੀ ਤਰ੍ਹਾਂ ਧਿਆਨ ਦਿੱਤਾ ਜਾਏ। ਬਿਲਕੁਲ ਜੀ, ਇਸੇ ਤਰ੍ਹਾਂ ਇਹ ਸਾਡੀ ਜਿਹੜੀ ਗੌਰਮੈਂਟ ਹੈਗੀ ਇਹੀ ਚੀਜ਼ਾਂ ਨੂੰ ਯਾਨੀ ਕਿ ਸਪੋਰਟ ਕਰਦੇ ਆਏ ਆ, ਸਾਨੂੰ ਬੜਾ ਅੱਗੇ ਲੈ ਕੇ ਜਾ ਰਹੀ ਹੈ ਸਾਡੀ ਯਾਨੀ ਕਿ ਗੌਰਮੈਂਟ। ਯਾਨੀ ਕਿ ਜਿੰਨੇ ਵੀ ਸਟੈਪ ਲੈ ਰਹੀ ਹੈ, ਜਿੰਨੇ ਵੀ ਕਾਰਨਾਮੇ, ਹੁਣ ਗੌਰਮੈਂਟ ਇਸ ਟਾਈਮ ਜਿੰਨੀ ਐਕਸ਼ਨ ਵਿੱਚ ਹੈਗੀ ਹੈ, ਇਹ ਸਾਰੀ ਸਾਡੀ ਮਦਦ ਵਾਸਤੇ ਹੈਗੀ। ਸਾਡੀ ਜਿੰਨੀ ਵੀ ਯਾਨੀ ਕਿ ਆਡੀਅנס ਹੈਗੀ ਹੈ, ਅਸੀਂ ਉਹਨਾਂ ਨੂੰ ਇਹ ਪੈਗਾਮ ਦੇਣਾ ਚਾਹਾਂਗੇ ਕਿ ਉਹ ਇਹਨਾਂ ਚੀਜ਼ਾਂ ਨੂੰ ਯਾਨੀ ਕਿ ਐਕਨੋਲੇਜ ਕਰਦਿਆਂ ਹੋਇਆਂ, ਇਹਨਾਂ ਨੂੰ ਮੰਨਦਿਆਂ ਹੋਇਆਂ ਲਾਜ਼ਮੀ ਇਹਨਾਂ ਚੀਜ਼ਾਂ ਨੂੰ ਕੁਛ ਪ੍ਰੀਕਾਸ਼ਨਸ ਜਿਹੜੀਆਂ ਹੈਗੀਆਂ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ। ਅਸੀਂ ਪ੍ਰੀਕਾਸ਼ਨਸ ਦੇ ਵਿੱਚ ਯਾਨੀ ਕਿ ਸਾਡੇ ਕੋਲ ਜਿੰਨੀ ਵੀ ਅਸੀਂ ਦੇਖੀ ਨਾ ਸਾਡੀ ਲੋਕਲ ਆਡੀਅנס, ਉਹ ਪ੍ਰੀਕਾਸ਼ਨਸ ਨੂੰ ਬਹੁਤ ਕਮ ਫੋਲੋ ਕਰਦੀ। ਅਸੀਂ ਜਿਵੇਂ ਦੱਸ ਰਹੇ ਸੀ ਕਿ ਇੰਡੀਆ ਦੇ ਵਿੱਚ ਲੋਕ ਫੋਲੋ ਕਰ ਰਹੇ ਨੇ, ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹੈਗੇ, ਲੇਕਿਨ ਸਾਡੇ ਕੁਛ ਐਸੇ ਅਨਲਿਟਰੇਟ ਇਲਾਕੇ ਹੈਗੇ ਨੇ ਕਿ ਜਿਨ੍ਹਾਂ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਨੂੰ ਬੜਾ ਈਜ਼ੀ ਲੈ ਰਹੇ ਨੇ, ਕਿ ਉਹ ਹਾਲੇ ਵੀ ਜਿਹੜਾ ਨਾ ਉਹ ਯਾਨੀ ਕਿ ਕੁਛ ਤਾਜਰ ਬਰਾਦਰੀ ਜਿਹੜੀ ਸਾਡੀ ਉਹ ਬੜੀ ਇਹਦੇ 'ਚ ਯਾਨੀ ਕਿ ਕਾਲੀ ਹੈਗੀ, ਜਿਵੇਂ ਕਿ ਜੀ ਸਾਨੂੰ ਦੁਕਾਨਾਂ ਖੋਲ੍ਹਣ ਦਿਓ, ਸਾਡੇ ਕਾਰੋਬਾਰ ਜਿਹੜੇ ਹੈਗੇ ਨੇ ਉਹ ਤਾਜਰ ਜਿਹੜੇ ਨੇ ਇਸ ਚੀਜ਼ ਨੂੰ ਬਾਰ-ਬਾਰ ਯਾਨੀ ਕਿ ਪੁਆਇੰਟ ਨੂੰ ਰੇਜ਼ ਕਰ ਰਹੇ ਨੇ ਕਿ ਜੀ ਸਾਡੀ ਦੁਕਾਨਾਂ ਖੁੱਲ੍ਹਣ ਲਾਜ਼ਮੀ,
ਤੇ ਗਵਰਨਮੈਂਟ ਇਸ ਚੀਜ਼ ਦੇ ਵਿੱਚ ਬੜਾ ਆਪਣਾ ਕਿਰਦਾਰ ਅਦਾ ਕਰ ਰਹੀ ਹੈ ਇਹਦੇ 'ਚ, ਇਹਨੂੰ ਸਮਝਣ ਵਿੱਚ ਇਸ ਚੀਜ਼ ਨੂੰ ਕਾਰਨ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਇਸ ਚੀਜ਼ ਦੇ ਬਾਰੇ ਅਕਸਰ ਮੀਟਿੰਗ ਕਰਦੇ ਹੁੰਦੇ ਆ, ਦੱਸ ਸਾਰੇ ਪਲਾਨਸ ਜਿਹੜੇ ਹੈਗੇ ਨੇ ਉਹ ਡੇਲੀ ਇਹਨਾਂ ਮੀਟਿੰਗਸ ਦੇ ਵਿੱਚ ਡਿਸਕਸ ਕਰਦੇ ਆ ਕਿ ਇਹਨਾਂ ਨੂੰ ਕਿਵੇਂ ਅੱਛੇ ਤਰੀਕੇ ਨਾਲ ਲੈ ਕੇ ਚੱਲਣਾ, ਕਿਵੇਂ ਅਸੀਂ ਆਪਣੀ ਆਵਾਮ ਨੂੰ ਸਪੋਰਟ ਕਰਨਾ ਤੇ ਉਹ ਬੜੇ ਅੱਛੇ ਤਰੀਕੇ ਨਾਲ ਸਪੋਰਟ ਕਰਦੇ ਹੋਇਆ ਉਹਨਾਂ ਨੇ ਇਹੋ ਜਿਹੇ ਪ੍ਰੋਗਰਾਮ ਕੱਢੇ ਆ, ਅਹਿਸਾਸ ਪ੍ਰੋਗਰਾਮ ਦੇ ਵਿੱਚ ਜੀ ਉਹ ਸਾਨੂੰ ਯਾਨੀ ਕਿ ਮਾਸ਼ੀ ਸੂਰਤ ਹਾਲ ਦੇ ਦੇਖਿਆ ਜਾਏ ਤਾਂ ਸਾਨੂੰ 12,000 ਰੁਪਏ ਜਿਹੜੇ ਹੈਗੇ ਨੇ ਹਰ ਪਾਕਿਸਤਾਨੀ ਗਰੀਬ ਜਿਹੜੇ ਹੈਗੇ ਨੇ ਡੇਲੀ ਵੇਜਸ ਉਹਨਾਂ ਨੂੰ ਘਰ ਆ ਕੇ ਡਿਲੀਵਰ ਕਰਨਗੇ। ਔਰ ਇਹਦੇ ਨਾਲ ਨਾਲ ਉਹਨਾਂ ਨੇ ਇਹ ਜਿਹੜਾ ਰਾਸ਼ਨ ਹੈਗਾ ਔਰ ਇਹ ਜਿਹੜਾ ਅਹਿਸਾਸ ਪ੍ਰੋਗਰਾਮ ਦੀ ਜਿੰਨੀ ਵੀ ਡਿਲੀਵਰੀ ਹੈਗੀ ਲੋਕਾਂ ਨੂੰ ਘਰਾਂ ਦੇ ਵਿੱਚ ਇਹ ਚੀਜ਼ਾਂ ਦੇਣ ਵਾਸਤੇ ਉਹਨਾਂ ਨੇ ਇੱਕ ਟਾਈਗਰ ਫੋਰਸ ਤਿਆਰ ਕੀਤੀ ਹੈ। ਇਹ ਇਮਰਾਨ ਖਾਨ ਸਾਹਿਬ ਨੂੰ ਇਹਦਾ ਕ੍ਰੈਡਿਟ ਜਾਂਦਾ ਹੈ ਜੀ ਕਿ ਉਹਨਾਂ ਇਹ ਟਾਈਗਰ ਫੋਰਸ ਦਾ ਇਹਤਮਾਮ ਕੀਤਾ ਔਰ ਇਹਦੇ ਵਿੱਚ ਜਿੰਨੇ ਵੀ ਸਾਡੇ ਪਾਕਿਸਤਾਨ ਦੇ ਜਵਾਨ ਜਿਹੜੇ ਹੈਗੇ ਨੇ ਵਲੰਟੀਅਰਸ ਉਹਨਾਂ ਨੂੰ ਇਹ ਮੌਕਾ ਮਿਲੇਗਾ ਕਿ ਉਹ ਆਪਣੀ ਕਮਿਊਨਿਟੀ ਨੂੰ ਗਿਵ ਬੈਕ ਕਰ ਸਕਣਗੇ ਕਿ ਅਸੀਂ ਯਾਨੀ ਕਿ ਕੁਝ ਲੋਕ ਜਿਹੜੇ ਹੈਗੇ ਨੇ ਕਮਿਊਨਿਟੀ ਦੇ ਵਿੱਚ ਯਾਨੀ ਕਿ ਪਾਰਟਿਸਿਪੇਸ਼ਨ ਹੁੰਦੀ ਸੀ ਉਹਨਾਂ ਦਾ ਵਿੱਚ ਰੋਲ ਪਲੇ ਹੁੰਦਾ ਸੀ, ਲੇਕਿਨ ਹੁਣ ਇਸ ਟਾਈਮ ਹਰ ਜਵਾਨ ਨੂੰ ਮੌਕਾ ਮਿਲ ਰਿਹਾ ਕਿ ਉਹ ਆਪਣੀ ਕਮਿਊਨਿਟੀ ਨੂੰ ਆਪਣੇ ਜਿੰਨੀ ਵੀ ਉਹਦੇ ਕੈਪੈਸਿਟੀ ਹੈਗੀ ਉਹਨੂੰ ਯੂਜ਼ ਕਰਦੇ ਹੋਏ ਉਹ ਆਪਣੀ ਕਮਿਊਨਿਟੀ ਨੂੰ ਸਰਵ ਕਰ ਸਕੇਗਾ। ਇਹ ਇਮਰਾਨ ਖਾਨ ਸਾਹਿਬ ਦਾ ਜਿਹੜਾ ਕਦਮ ਹੈਗਾ, ਜਿਹੜਾ ਵਲੰਟੀਅਰ ਫੋਰਸ ਇਹਨੂੰ ਟਾਈਗਰ ਫੋਰਸ ਦਾ ਨਾਮ ਦਿੱਤਾ ਉਹਨੇ ਔਰ ਟਾਈਗਰ ਫੋਰਸ ਦੇ ਵਿੱਚ ਯਾਨੀ ਕਿ ਬੜਾ ਅੱਛਾ ਮੈਨੇਜਮੈਂਟ ਹੈਗੀ ਹੈ ਔਰ ਇਹਦੇ ਵਿੱਚ ਅਹਿਸਾਸ ਪ੍ਰੋਗਰਾਮ ਨੂੰ ਵੀ ਟ੍ਰੀਟ ਕੀਤਾ ਜਾਏਗਾ ਔਰ ਰਾਸ਼ਨ ਦੀ ਜਿਹੜੀ ਤਕਸੀਮ ਹੈਗੀ ਹੈ ਉਹ ਵੀ ਇਹਦੇ ਥਰੂ ਹੋਏਗੀ। ਔਰ ਜਿਹੜੀ ਯਾਨੀ ਕਿ ਸਾਡੀ ਲੋਕਲ ਅਗਰ ਅਸੀਂ ਗੱਲ ਕਰੀਏ ਸਾਡੇ ਫੈਸਲਾਬਾਦ ਦੇ ਵਿੱਚ ਗੌਰਮੈਂਟ ਨੇ ਯਾਨੀ ਕਿ ਅਸੀਂ ਕਰੰਟੀਨਾ ਸੈਂਟਰ ਵੀ ਜਿਹੜੇ ਹੈਗੇ ਨੇ ਉਹ ਕਾਇਮ ਕੀਤੇ ਹੋਏ ਨੇ। ਕਰੰਟੀਨਾ ਸੈਂਟਰ ਯਾਨੀ ਕਿ ਸਾਡੇ ਜ਼ਰੀ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਤਕਰੀਬਨ ਕੋਈ 250 ਲੋਕਾਂ ਦਾ ਅਹਿਤਮਾਮ ਹੋਇਆ ਹੈ ਔਰ ਸਾਡੇ ਜਿਹੜੇ ਹਸਪਤਾਲ ਹੈਗੇ ਨੇ ਜਿਹਦੇ ਵਿੱਚ ਅਲਾਈਡ ਹਸਪਤਾਲ ਸਾਡੇ ਫੈਸਲਾਬਾਦ ਦਾ ਬੜਾ ਵੱਡਾ ਹਸਪਤਾਲ ਹੈਗਾ ਉਹਦੇ ਵਿੱਚ ਵੀ ਤਕਰੀਬਨ ਕੋਈ 150 ਦੇ ਲਗਭਗ ਮਰੀਜ਼ਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਐਟ ਅ ਟਾਈਮ। ਔਰ ਇਸੇ ਤਰ੍ਹਾਂ ਸਾਡੇ ਕੋਲ ਲਾਹੌਰ ਦੇ ਵਿੱਚ, ਕਰਾਚੀ, ਇਸਲਾਮਾਬਾਦ ਮੁਖਤਲਿਫ ਸ਼ਹਿਰਾਂ ਦੇ ਵਿੱਚ ਮੁਖਤਲਿਫ ਹਸਪਤਾਲ ਜਿਹੜੇ ਹੈਗੇ ਨੇ ਉਹ ਇਹਦੇ ਤੇ ਵਰਕਿੰਗ ਕਰ ਰਹੇ ਨੇ ਯਾਨੀ ਕਿ ਫੁੱਲ ਜਿਹੜੀ ਹੈਗੀ ਨਾ ਹੈਲਥ ਇੰਡਸਟਰੀ ਔਰ ਹੈਲਥ ਸੈਂਟਰਸ ਜਿਹੜੇ ਹੈਗੇ ਨੇ ਉਹ ਯਾਨੀ ਕਿ ਕਰੋਨਾ ਤੇ ਗੌਰਮੈਂਟ ਦੇ ਹੈਲਥ ਸੈਂਟਰ ਜਿਹੜੇ ਹੈਗੇ ਨਾ ਉਹ ਕਰੋਨਾ ਨੂੰ ਬੜਾ ਅੱਛੇ ਤਰੀਕੇ ਨਾਲ ਟ੍ਰੀਟ ਕਰ ਰਹੇ ਨੇ, ਬੜੇ ਆਵਾਮ ਨੂੰ ਸਪੋਰਟ ਕਰ ਰਹੇ ਨੇ ਜੀ ਇਸ ਚੀਜ਼ ਨੂੰ। ਅਗਰ ਅਸੀਂ ਦੇਖੀਏ ਕਿ ਸਾਡੇ ਆਵਾਮ ਜਿਹੜੀ ਹੈਗੀ ਹੈ ਉਹ ਕਿੰਨਾ ਇਹਦੇ ਵਿੱਚ ਐਕਟਿਵ ਹੈਗੀ ਹੈ ਉਹ ਯਾਨੀ ਕਿ ਅਗਰ ਦੇਖੀਏ ਕਿ ਸਾਡੇ ਸੈਂਟਰ ਜਿਹੜੇ ਹੈਗੇ ਨਾ ਮੁਖਤਲਿਫ ਇਹਦੇ ਵਿੱਚ ਟੈਸਟ ਹੋਣ ਤੋਂ ਬਾਅਦ ਵਿੱਚ ਜਿਹੜੇ ਲੋਕਾਂ ਦੇ ਟੈਸਟ ਰਿਜ਼ਲਟ ਜਿਹੜੇ ਹੈਗੇ ਨੇ ਉਹ ਪੋਜ਼ਿਟਿਵ ਆਉਂਦੇ ਨੇ ਉਹ ਬੜੀ ਨਸਲ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਜਿਹੜੀ ਸਾਡੀ ਆਰਮੀ ਹੈਗੀ ਹੈ ਔਰ ਸਾਡੇ ਸਿਕਿਉਰਿਟੀ ਦੇ ਜਵਾਨ ਹੈਗੇ ਨੇ ਉਹ ਇਸ ਚੀਜ਼ ਨੂੰ ਬੜੇ ਅੱਛੇ ਤਰੀਕੇ ਨਾਲ ਕੰਟਰੋਲ ਕੀਤੇ ਹੋਏ ਨੇ ਕਿ ਉਹਨਾਂ ਲੋਕਾਂ ਨੂੰ ਉੱਥੇ ਕਰੰਟੀਨਾ ਦੇ ਵਿੱਚ ਉਹਨਾਂ ਨੂੰ ਬੜਾ ਬੰਦ ਕਰਕੇ ਰੱਖਦੇ ਨੇ, ਉਹਨਾਂ ਨੂੰ ਪ੍ਰੀਕਾਸ਼ਨਸ ਫਾਲੋ ਕਰਵਾਉਂਦੇ ਨੇ। ਲੇਕਿਨ ਸਾਡੀ ਜਿਹੜੀ ਅਨਲਿਟਰੇਟ ਆਵਾਮ ਹੈਗੀ ਉਹ ਬੜੀ ਨਸਲ ਦੌੜਨ ਦੀ ਕੋਸ਼ਿਸ਼ ਕਰਦੀ। ਤੁਸੀਂ ਖਬਰਾਂ ਵਿੱਚ ਵੀ ਸੁਣਿਆ ਹੋਏਗਾ ਕਿ ਆਵਾਮ ਜਿਹੜੀ ਹੈ ਨਾ ਉਹ ਕਰੰਟੀਨਾ ਸੈਂਟਰ ਤੋਂ ਦੌੜਨ ਦੀ ਕਰਦੀ ਹੈ। ਕਰੰਟੀਨਾ ਸੈਂਟਰ ਪਤਾ ਨਹੀਂ ਕੀ ਚੀਜ਼ ਹੈਗੀ ਹੈ, ਲੇਕਿਨ ਇਹ ਕਿ ਇਹ ਆਵਾਮ ਦੀ ਸਹੂਲਤ ਵਾਸਤੇ ਕਰੰਟੀਨਾ ਸੈਂਟਰ ਕਾਇਮ ਕੀਤੇ ਗਏ ਜਿਹਦੇ ਵਿੱਚ ਉਹਨਾਂ ਨੂੰ ਯਾਨੀ ਕਿ ਮੁਖਤਲਿਫ ਪ੍ਰੀਕਾਸ਼ਨਸ ਫਾਲੋ ਕਰਵਾਉਂਦਿਆਂ ਹੋਇਆਂ ਉਹਨਾਂ ਨੂੰ ਇਹੋ ਜਿਹੇ ਟਾਈਮ ਪੀਰੀਅਡ 'ਚ ਰੱਖਿਆ ਜਾਂਦਾ ਕਿ ਉਹ ਕਿਸੇ ਦੇ ਉਹਨਾਂ ਦੀ ਉਹ ਜਿਹੜੀ ਮਰਜ਼ ਹੈਗੀ ਉਹ ਅੱਗੇ ਨਾ ਫੈਲ ਸਕੇ, ਅੱਗੇ ਲੋਕਾਂ ਦੇ ਵਿੱਚ ਜਾ ਕੇ ਮਿਲਣਗੇ। ਇਹੀ ਕਰੋਨਾ ਜਿਹੜਾ ਹੈਗਾ ਉਹ ਅੱਗੇ ਤੋਂ ਅੱਗੇ ਫੈਲੇਗਾ ਔਰ ਯਾਨੀ ਕਿ ਇਹ ਕਰੋਨਾ ਦੇ ਮਰੀਜ਼ ਅਗਰ ਇੱਕ ਫੈਮਿਲੀ ਦਾ ਬੰਦਾ ਜਿਹੜਾ ਹੈਗਾ ਉਹ ਘਰ ਜਾਏਗਾ ਤੇ ਉਹ ਉਹਦੇ ਬਾਕੀ ਵੀ ਜਿਹੜੇ ਫੈਮਿਲੀ ਦੇ ਅਫਰਾਦ ਹੈਗੇ ਨੇ ਉਹ ਸਾਰੇ ਇਸੇ ਚੀਜ਼ ਦਾ ਸ਼ਿਕਾਰ ਹੋਣਗੇ। ਤੇ ਸਾਡੀ ਜਿਹੜੀ ਗੌਰਮੈਂਟ ਹੈਗੀ ਇਹਨੇ ਕਰੰਟੀਨਾ ਸੈਂਟਰ ਜਿਹੜਾ ਫੈਸਲਾਬਾਦ ਦੇ ਅੰਦਰ ਜਿਹੜਾ ਕਾਇਮ ਕੀਤਾ ਹੈ ਇਹਦੇ ਤਕਰੀਬਨ 250 ਮਰੀਜ਼ ਜਿਹੜੇ ਹੈਗੇ ਨੇ ਇਸ ਟਾਈਮ ਹੋਣ ਦੀ ਕੈਪੈਸਿਟੀ ਹੈਗੀ, ਲੇਕਿਨ ਇਹਦੇ 'ਚ 250 ਮਰੀਜ਼ ਜਿਹੜੇ ਨੇ ਇਸ ਟਾਈਮ ਮੌਜੂਦ ਹੈਗੇ ਨੇ ਔਰ ਇਹ ਜਿਹੜੇ ਪਾਰਸ ਕੈਂਪਸ ਵਿੱਚ ਇਸ ਤੋਂ ਇਲਾਵਾ ਸਾਡੇ GC ਯੂਨੀਵਰਸਿਟੀ ਉਹ ਵੀ ਜਿਹੜੀ ਕਰੰਟੀਨਾ 'ਚ ਤਬਦੀਲ ਹੋ ਚੁੱਕੀ ਹੈ, ਉਹ ਵੀ ਕਰੰਟੀਨਾ ਸੈਂਟਰ ਬਣ ਚੁੱਕਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਹਸਪਤਾਲ ਹੈਗੇ ਨੇ ਉਹ ਵੀ ਕਰੰਟੀਨਾ 'ਚ ਤਬਦੀਲ ਹੋ ਰਹੇ ਨੇ। ਲੇਕਿਨ ਇਹ ਜਿਹੜਾ ਯਾਨੀ ਕਿ ਸਟੈਪ ਹੈਗਾ ਬਹੁਤ ਅੱਛਾ ਹੈਗਾ, ਅਸੀਂ ਇਹਦੇ 'ਚ ਗੌਰਮੈਂਟ ਨੂੰ ਐਪਰੀਸ਼ੀਏਟ ਕਰਾਂਗੇ। ਮੁਖਤਲਿਫ ਅਸੀਂ ਜਿਹੜੇ ਜ਼ਾਇਰੀਨ ਈਰਾਨ ਤੋਂ ਆਉਣ ਵਾਲੇ ਜ਼ਾਇਰੀਨ ਜਿਹੜੇ ਹੈਗੇ ਨੇ ਉਹ ਸਾਰੇ ਫੈਸਲਾਬਾਦ ਲਿਆਏ ਜਾ ਰਹੇ ਨੇ, ਉਹਨਾਂ ਨੂੰ ਕਰੰਟੀਨਾ ਸੈਂਟਰ ਦੇ ਵਿੱਚ ਉਹਨਾਂ ਨੂੰ ਸਰਵ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਜਿੰਨਾ ਵੀ ਟ੍ਰੀਟਮੈਂਟ ਹੋ ਰਿਹਾ ਉਹ ਸਾਰਾ ਗੌਰਮੈਂਟ ਉਹਨਾਂ ਨੂੰ ਟ੍ਰੀਟ ਕਰ ਰਹੀ ਹੈ। ਔਰ ਸਾਡੀ ਜਿਹੜੀ ਆਰਮੀ, ਪੁਲਿਸ ਔਰ ਡੋਲਫਨ ਫੋਰਸ ਇਹ ਸਾਰੀ ਫੋਰਸਿਸ ਜਿਹੜੀਆਂ ਹੈਗੀਆਂ ਨੇ ਇਹ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਸਿਕਿਉਰ ਕੀਤੇ ਹੋਏ ਨੇ ਔਰ ਇਹਨਾਂ ਚੀਜ਼ਾਂ ਨੂੰ ਉਹ ਬੜਾ ਯਾਨੀ ਕਿ ਸਿਕਿਉਰ ਕਰਵਾ ਰਹੇ ਨੇ ਲੋਕਾਂ ਨੂੰ ਲਾਕਡਾਊਨ ਦੇ ਵਿੱਚ ਰੱਖਦਿਆਂ ਹੋਇਆਂ।
ਲੋਕਾਂ ਨੂੰ, ਦੁਕਾਨਦਾਰਾਂ ਨੂੰ, ਤਾਜਰਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਨੂੰ ਦੁਕਾਨਾਂ ਨਹੀਂ ਖੋਲਣ ਦਿੰਦੇ ਹੈਗੇ, ਔਰ ਬੜੇ ਅੱਛੇ ਤਰੀਕੇ ਨਾਲ ਯਾਨੀ ਕਿ ਨਾ ਕਾਬੂ ਪਾਇਆ ਹੋਇਆ ਇਸ ਚੀਜ਼ ਤੇ ਇਹਦੇ 'ਚ ਬੜੇ ਯਾਨੀ ਕਿ ਪੋਜ਼ਿਟਿਵ ਰਿਜ਼ਲਟਸ ਜਿਹੜੇ ਹੈਗੇ ਨੇ ਉਹ ਹੁਣ ਇਹਦੇ 'ਚ ਕਰੋਨਾ ਦੇ ਪੋਜ਼ਿਟਿਵ ਰਿਜ਼ਲਟਸ ਕੰਮ ਹੋਣਾ ਸ਼ੁਰੂ ਹੋ ਗਏ ਨੇ। ਫੈਸਲਾਬਾਦ ਦੀ ਅਗਰ ਗੱਲ ਕਰੀਏ ਤਾਂ ਫੈਸਲਾਬਾਦ 'ਚ ਸਾਡੇ ਕੋਲ ਤਕਰੀਬਨ ਇਸ ਟਾਈਮ 51 ਮਰੀਜ਼ ਹੈਗੇ ਨੇ ਪੂਰੀ ਡਿਵੀਜ਼ਨ ਦੇ ਵਿੱਚ, ਔਰ ਤਕਰੀਬਨ ਕੋਈ 21 ਜਿਹੜੇ ਹੈਗੇ ਨੇ ਸਾਡੇ ਡਿਸਟ੍ਰਿਕਟ ਵਿੱਚ ਹੈਗੇ ਨੇ ਮਰੀਜ਼, ਯਾਨੀ ਕਿ ਫੈਸਲਾਬਾਦ ਦੇ ਵਿੱਚ ਸਾਡੇ 21 ਮਰੀਜ਼ ਜਿਹੜੇ ਨੇ ਉਹ ਕਰੰਟੀਨਾ ਦੇ 'ਚ ਕਰੋਨਾ ਦਾ ਸ਼ਿਕਾਰ ਹੈਗੇ ਨੇ, ਔਰ ਕਰੰਟੀਨਾ ਸੈਂਟਰਸ ਦੇ ਵਿੱਚ ਉਹ ਟ੍ਰੀਟ ਹੋ ਰਹੇ ਨੇ। ਤੇ ਸਾਡੇ ਇਹ ਚੀਜ਼ ਜਿਹੜੀ ਹੈਗੀ ਨਾ ਯਾਨੀ ਕਿ ਬਹੁਤ ਰੇਸ਼ੋ ਘੱਟ ਹੈਗੀ। ਬਾਕੀ ਅਗਰ ਓਵਰਆਲ ਪੰਜਾਬ ਦੀ ਗੱਲ ਕਰੀਏ ਤੇ ਯਾਨੀ ਕਿ ਬਾਕੀ ਇਲਾਕਿਆਂ ਦੇ ਵਿੱਚ ਇਹ ਨੰਬਰ ਜਿਹੜੇ ਹੈਗੇ ਨੇ ਇਹ ਬਹੁਤ ਜ਼ਿਆਦਾ ਹੈਗੇ ਨੇ, ਕਿ ਸਾਡੇ ਮਰੀਜ਼ ਜਿਹੜੇ ਨੇ ਬਹੁਤ ਜ਼ਿਆਦਾ ਜਾ ਰਹੇ ਨੇ। ਲੇਕਿਨ ਅਸੀਂ ਦੇਖੀਏ ਕਿ ਸਾਡੇ ਕੋਲ ਜਿੰਨੇ ਵੀ ਯਾਨੀ ਕਿ ਬਾਹਰੋਂ ਜ਼ਾਇਰੀਨ ਆਉਣ ਵਾਲੇ ਨੇ, ਇਰਾਨ ਤੋਂ ਆਉਣ ਵਾਲੇ ਜ਼ਾਇਰੀਨ ਜਿਹੜੇ ਨੇ ਉਹ ਵੀ ਇੱਥੇ ਯਾਨੀ ਕਿ ਟ੍ਰੀਟ ਹੋ ਰਹੇ ਨੇ, ਉਹਨਾਂ ਨੂੰ ਕਰੰਟੀਨਾ ਦੇ ਵਿੱਚ ਸਿਕਿਉਰ ਕੀਤਾ, ਉਹਨਾਂ ਨੂੰ ਟ੍ਰੀਟ ਕੀਤਾ, ਔਰ ਇਸ ਮਰਜ਼ ਨੂੰ ਅੱਗੇ ਨਾ ਫੈਲਣ ਤੋਂ ਰੋਕਿਆ ਗਿਆ। ਤੇ ਇਹ ਬੜਾ ਅੱਛਾ ਕਦਮ ਹੈਗਾ ਸਾਡੀ ਗੌਰਮੈਂਟ ਦਾ ਕਿ ਇਹਨਾਂ ਕਰੰਟੀਨਾ ਸੈਂਟਰਸ ਕਾਇਮ ਕਰਕੇ ਸਾਡੀ ਮਰੀਜ਼ਾਂ ਨੂੰ ਜਿਹੜੇ ਹੈਗੇ ਨੇ, ਜਿਹੜੇ ਕਰੋਨਾ ਦੇ ਸ਼ਿਕਾਰ ਹੈਗੇ ਨੇ, ਉਹਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਹੈ। ਔਰ ਕਾਫੀ ਸਾਰੇ ਮਰੀਜ਼ ਐਸੇ ਹੈਗੇ ਨੇ ਜਿਨ੍ਹਾਂ ਦੀ ਨੈਗੇਟਿਵ ਰਿਪੋਰਟ ਆਉਣ ਦੇ ਬਾਅਦ ਉਹਨਾਂ ਨੂੰ ਘਰਾਂ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਮਿਲ ਚੁੱਕੀ ਹੈ। ਤੇ ਅਸੀਂ ਜ਼ਰੂਰ ਜੀ। ਹੋਰ ਜੀ ਤੁਸੀਂ ਪੋਲੀਟਿਕ ਸਾਹਿਬ ਆਪਣੇ ਤੁਸੀਂ ਕੁਝ ਖਿਆਲਾਤ ਦਾ ਇਜ਼ਹਾਰ ਕਰਨਾ ਚਾਹੋ ਇਹਦੇ ਬਾਰੇ ਚ, ਕੁਝ ਗਵਰਨਮੈਂਟ ਐਕਸ਼ਨਸ ਦੇ ਬਾਰੇ ਕੁਝ? ਗਵਰਨਮੈਂਟ ਐਕਸ਼ਨ ਤੋਂ ਅੱਗੋਂ ਮੈਂ ਕਹਿਣਾ ਚਾਹੁੰਦਾ, ਜਿੱਦਾਂ ਤੁਸੀਂ ਕਹਿ ਰਹੇ ਸਨ ਕਿ ਇਲਿਟਰੇਟ ਪਾਰਟ ਆਫ ਦ ਕਮਿਊਨਿਟੀ ਜਿਹੜੀ ਹੈ ਉਹਨੂੰ ਸਮਝਾਉਣ 'ਚ ਬੜੀ ਮੁਸ਼ਕਿਲਾਤ ਆਉਂਦੀ ਨੇ, ਔਖਾ ਹੋ ਜਾਂਦਾ ਹੈ ਕੰਮ। ਮੈਂ ਯੂਨੀਵਰਸਲ ਚੀਜ਼ ਇਹ ਕਹਿਣਾ ਚਾਹੁੰਦਾ ਸਾਰੇ ਦੇਸ਼ਾਂ ਲਈ, ਕਰੋਨਾ ਜਿਹੜਾ ਵਾਇਰਸ ਹੈਗਾ ਉਹਨੂੰ ਕਹਿੰਦੇ ਨੇ ਨੋਵਲ ਕਰੋਨਾ ਵਾਇਰਸ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਕਿਹੜੀ ਚੀਜ਼ ਹੁੰਦੀ ਹੈ। ਇਸ ਕਰਕੇ ਮੈਨੂੰ ਲੱਗਦਾ ਜਿਹੜਾ ਗਰੀਬ ਬੰਦਾ ਹੈ ਉਹਨੂੰ ਤਾਂ ਪਤਾ ਨਹੀਂ ਕਿ ਕਰੋਨਾ ਹੈ ਕੀ, ਬਟ ਉਹਨੂੰ ਇਹ ਜ਼ਰੂਰ ਪਤਾ ਹੈ ਗਰੀਬੀ ਕੀ ਹੁੰਦੀ ਹੈ। ਉਹਨੂੰ ਇਹ ਤਾਂ ਨਹੀਂ ਪਤਾ ਕਿ ਕਰੋਨਾ ਹੋ ਜਾਣ ਤੋਂ ਕੀ ਹੋ ਜਾਊਗਾ, ਬਟ ਉਹਨੂੰ ਇਹ ਜ਼ਰੂਰ ਪਤਾ ਹੈ ਕਿ ਜੇ ਉਸਦੇ ਘਰ 'ਚ ਪੈਸੇ ਨਹੀਂ ਆਉਣਗੇ, ਜੇ ਉਹਦੇ ਢਿੱਡ 'ਚ ਖਾਣਾ ਨਹੀਂ ਜਾਊਗਾ ਤਾਂ ਕੀ ਹੋ ਸਕਦਾ। ਤਾਂ ਮੇਰੇ ਖਿਆਲ ਨਾਲ ਆਪਾਂ ਘਰੇ ਬੈਠ ਕੇ ਨਿਊਜ਼ ਦੇਖਦੇ ਹੋਏ ਕਹਿ ਸਕਦੇ ਨਹੀਂ ਕਿ ਲੋਕੀ ਸੜਕਾਂ ਤੇ ਕਿਉਂ ਜਾ ਰਹੇ ਨੇ, ਬਟ ਇਹ ਟਾਈਮ ਹੈਗਾ ਜਿੱਥੇ ਸਾਨੂੰ ਥੋੜਾ ਜਿਹਾ ਕੰਪੈਸ਼ਨੇਟ ਹੋਣਾ ਚਾਹੀਦਾ ਹੈ, ਦੂਜੇ ਦੇ ਪੁਆਇੰਟ ਆਫ ਵਿਊ ਤੋਂ ਇੱਕ ਵਾਰੀ ਸੋਚਣਾ ਚਾਹੀਦਾ ਹੈ ਕਿ ਹੋ ਸਕਦਾ ਸਾਹਮਣੇ ਵਾਲੇ ਨੂੰ ਕੋਈ ਮਜਬੂਰੀ ਹੋਏ। ਉੱਪਰ ਵਾਲੇ ਤੋਂ ਆਪਾਂ ਇਹ ਕਹਿ ਸਕਦੇ ਨਹੀਂ ਕਿ ਸਾਰਿਆਂ ਨੂੰ ਸੁਮਤ ਬਖਸ਼ੇ ਹੋ, ਔਰ ਸਾਰਿਆਂ ਨੂੰ ਸਮਝ ਆਏ ਇਹ ਗੱਲ ਕਿ ਕਰ ਰਹਿਣਾ ਬੜਾ ਜ਼ਰੂਰੀ ਜਿਹਾ ਹੈਗਾ। ਬੇਸ਼ੱਕ ਬੜਾ ਅਪਰੀਸ਼ੀਏਟ ਕਰਦਾ ਮੈਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਗਵਰਨਮੈਂਟ ਐਫਰਟਸ ਲੈ ਰਹੀ ਹੈ, ਬਟ ਮੈਂ ਪ੍ਰੇ ਕਰਦਾ ਕਿ ਇਹ ਵਕਤ ਸਾਰਿਆਂ ਦਾ ਬੜਾ ਜਿਹੜਾ ਮੁਸ਼ਕਿਲ ਜਿਹਾ ਵਕਤ ਹੈ, ਜਲਦੀ ਜੋ ਅੱਛਾ ਵਕਤ ਆਏ ਸਾਰਿਆਂ ਲਈ। ਬਿਲਕੁਲ ਜੀ, ਸਾਨੂੰ ਨਿਜਾਤ ਮਿਲੇ ਇਸ ਵਕਤ ਤੋਂ ਜੀ, ਇਸ ਵਬਾ ਤੋਂ ਅਸੀਂ ਜਾਨ ਛੁਡਾ ਸਕੀਏ। ਅੱਛਾ, ਅਸੀਂ ਕੁਝ ਡਿਸਕਸ ਕਰਨਾ ਚਾਹ ਰਹੇ ਸੀ ਕਿ ਸਾਡੇ ਜਿਹੜੇ ਯਾਨੀ ਕਿ ਚੰਡੀਗੜ੍ਹ ਹੱਬ ਦੀ ਗੱਲ ਕਰੀਏ ਕਿ ਅਸੀਂ ਚੰਡੀਗੜ੍ਹ ਹੱਬ ਦੀ ਯਾਨੀ ਕਿ ਅਗਰ ਇਸ ਕੋਈ ਲੋਕਲੀ ਕਿਹੜੇ ਪ੍ਰੋਜੈਕਟ ਹੈਗੇ ਨੇ ਜਿਹੜੇ ਚੱਲ ਰਹੇ ਨੇ, ਮਸਲਨ ਅਸੀਂ ਕਰੋਨਾ ਦੇ ਵਜ੍ਹਾ ਤੋਂ ਕੋਈ ਇਨਫੈਕਸ਼ਨ ਹੋਵੇ ਪ੍ਰੋਜੈਕਟਸ ਤੇ, ਜਾਂ ਕੋਈ ਪ੍ਰੋਜੈਕਟ ਐਸੇ ਹੋਣ ਜਿਹੜੇ ਕਰੋਨਾ ਦੀ ਵਜ੍ਹਾ ਤੋਂ ਇਨੀਸ਼ੀਏਟ ਕੀਤੇ ਹੋਣ, ਕੋਈ ਇਸ ਤਰ੍ਹਾਂ ਦਾ ਕੋਈ ਹੋਣ ਤੇ ਜੀ ਅਸੀਂ ਜਾਣਨਾ ਚਾਹਾਂਗੇ। ਪਰਮ ਕਲਾਰਾ ਸਾਹਿਬ ਕੋਈ ਆਪਣੇ ਇਸ ਤਰ੍ਹਾਂ ਦੇ ਪੁਆਇੰਟ ਜਿਹੜੇ ਨੇ? ਜੀ ਜੀ, ਅਸੀਂ ਪਰਸੋਂ ਹੀ ਇੱਕ ਵੈਬੀਨਾਰ ਕੀਤਾ 7 ਤਰੀਕ ਨੂੰ। ਕਰੋਨਾ ਦਾ ਲੋਕਡਾਊਨ ਦੇ ਚਲਦੇ ਔਨ ਗਰਾਊਂਡ ਤਾਂ ਨਿਕਲਣਾ ਬਹੁਤ ਮੁਸ਼ਕਿਲ ਹੈ, ਪਲੱਸ ਔਨ ਗਰਾਊਂਡ ਇੱਥੇ ਸਾਡੇ ਰੀਜਨ 'ਚ, ਸਾਡੇ ਏਰੀਆ 'ਚ ਕਾਫੀ NGOs ਨੇ। ਅਗਰ ਆਪਾਂ ਲੰਗਰ ਦੀ ਗੱਲ ਕਰੀਏ ਜਾਂ ਰੋਟੀ ਪਾਣੀ ਖਵਾਉਣ ਦੀ ਗੱਲ ਕਰੀਏ ਤਾਂ ਓਵਰ ਚੱਲ ਰਿਹਾ, ਮਤਲਬ ਜਿੰਨੇ ਖਾਣ ਵਾਲੇ ਆ ਉਸ ਤੋਂ ਵੱਧ ਖਵਾਉਣ ਵਾਲੇ ਫਿਰਦੇ ਇੱਥੇ। ਸੋ ਉਹ ਚੀਜ਼ ਤਾਂ ਪੋਸੀਬਲ ਹੈ ਨਹੀਂ ਇੱਥੇ। ਸੋ ਅਸੀਂ ਇੱਕ ਵੈਬੀਨਾਰ ਆਰਗੇਨਾਈਜ਼ ਕੀਤਾ ਸੀ ਪਰਸੋਂ 7 ਤਰੀਕ ਨੂੰ, ਇਕੋਨਮੀ ਤੇ ਫਾਈਨੈਂਸ਼ੀਅਲ ਸਿਚੁਏਸ਼ਨ ਦੀ, ਪ੍ਰੀ ਕਰੋਨਾ, ਡਿਊਰਿੰਗ ਕਰੋਨਾ ਐਂਡ ਪੋਸਟ ਕਰੋਨਾ ਈਰਾ ਵਾਸਤੇ ਅਸੀਂ ਡਿਸਕਸ਼ਨਸ ਕੀਤੀਆਂ ਸੀ ਵੀ ਕੀ ਹੋਣਾ ਚਾਹੀਦਾ ਹੈ, ਬਿਜ਼ਨਸਿਸ ਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ, ਅਗਰ ਕੁਝ ਮਾੜਾ ਹੋ ਰਿਹਾ ਤਾਂ ਕੁਝ ਚੰਗਾ ਵੀ ਹੋ ਰਿਹਾ। ਇਟਸ ਟਾਈਮ ਟੂ ਸ਼ਾਰਪਨ ਆਰ ਐਕਸਸ। ਹੁਣ ਅਸੀਂ ਤਿਆਰੀ ਕਰ ਲਈਏ, ਆਪਣੇ ਸਕਿੱਲ ਸਿੱਖ ਲਈਏ ਜਾਂ ਕੁਝ ਕਰ ਲਈਏ ਤਾਂ ਕਿ ਆਉਣ ਵਾਲਾ ਸਮਾਂ ਅਸੀਂ ਉਹਨੂੰ ਅੱਛੀ ਤਰ੍ਹਾਂ ਮੈਨੇਜ ਕਰ ਸਕੀਏ। ਸੋ ਵੀ ਡਿਡ ਦਿਸ ਵੈਬੀਨਾਰ, ਅਸੀਂ ਵੈਬੀਨਾਰ ਕੀਤਾ। ਵੈਬੀਨਾਰ 'ਚ ਅਰਾਊਂਡ 70 ਲੋਕ ਪਾਰਟਿਸਿਪੇਟ ਕੀਤੇ ਸੀ।
ਤੇ ਅਸੀਂ ਹੁਣ ਸੋਚ ਰਹੇ ਹਾਂ ਸੀਰੀਜ਼ ਆਫ ਵੈਬਿਨਾਰ ਕਰਨ ਲਈ, ਕਿਉਂਕਿ ਲੋਕਾਂ ਨੂੰ ਕਾਫੀ ਚੀਜ਼ਾਂ ਬਾਰੇ ਨੌਲੇਜ ਜ਼ਰੂਰੀ ਹੈ ਦੇਣੀ। ਅਗਰ ਮੈਂਟਲ ਹੈਲਥ ਦੀ ਗੱਲ ਕਰੀਏ ਉਹ ਬਹੁਤ ਜ਼ਰੂਰੀ ਹੈ। ਨੈਕਸਟ ਜਿਹੜਾ ਵੈਬਿਨਾਰ ਹੈ ਉਹ ਅੱਜ ਹੀ ਅਸੀਂ ਅੱਜ ਹੀ ਇਨਸੈਪਸ਼ਨ 'ਚ ਆਇਆ। ਅਸੀਂ ਅੱਜ ਹੀ ਸੋਚ ਰਹੇ ਸੀ ਕਿ ਇੱਕ ਵੈਬਿਨਾਰ ਕਰੀਏ ਵਿਦ ਆਲ ਦ ਫਰੰਟ ਲਾਈਨ ਵਾਰੀਅਰਸ, ਜਿਹੜੇ ਨੇ ਪੁਲਿਸ ਵਾਲੇ ਨੇ ਜਾਂ ਡਾਕਟਰ ਨੇ ਜਾਂ ਨਰਸਿਸ ਨੇ। ਵੈਬਿਨਾਰ ਜਾਂ ਫੇਸਬੁੱਕ ਲਾਈਵ ਕਰੀਏ, ਉਹਨਾਂ ਨੂੰ ਇੰਸਪਾਇਰ ਕਰੋ, ਕਿਉਂਕਿ ਉਹਨਾਂ ਦਾ ਹਾਰਡਸ਼ਿਪ ਦੇਖੋ। ਮੈਂ ਪਰਸਨਲੀ 1-2 ਡਾਕਟਰਸ ਨੂੰ ਜਾਣਦਾ, ਮੇਰੇ ਬਹੁਤ ਕਲੋਜ਼ ਨੇ, ਜਿਹੜੇ ਸਾਰਾ ਦਿਨ ਹਸਪੀਟਲਸ ਲਾ ਕੇ ਆਉਂਦੇ ਆ। ਕੋਰੋਨਾ ਵਾਇਰਸ ਵਾਲੇ ਉੱਥੇ ਮਰੀਜ਼ ਵੀ ਆਉਂਦੇ ਆ, ਪੋਜ਼ਿਟਿਵ ਮਰੀਜ਼ ਵੀ ਆਉਂਦੇ ਆ 1-2, ਤੇ ਉਸ ਤੋਂ ਬਾਅਦ ਘਰਦਿਆਂ ਨਾਲ ਲਾਈਫ ਕਿਵੇਂ ਹੈ, ਕਿਵੇਂ ਉਹ ਦੂਰੀ ਬਣਾ ਕੇ ਰੱਖਦੇ ਆ ਘਰਦਿਆਂ ਨਾਲ, ਤੇ ਉਹਨਾਂ ਦਾ ਵੀ ਬਹੁਤ ਹਾਰਡ ਹੋਇਆ ਪਿਆ। ਸੋ ਅਸੀਂ ਉਹ ਚੀਜ਼ ਨੂੰ ਲੈ ਕੇ ਇੱਕ ਸੋਚ ਰਹੇ ਹਾਂ ਵੈਬਿਨਾਰ ਜਾਂ ਫੇਸਬੁੱਕ ਲਾਈਵ ਕਰਨ ਲਈ, ਜਿਹਦੇ ਨਾਲ ਅਸੀਂ ਕਿਸੇ ਇੰਸਪੀਰੇਸ਼ਨਲ ਪਰਸਨੈਲਿਟੀ ਨੂੰ, ਫੇਮਸ ਪਬਲਿਕ ਫਿਗਰ ਨੂੰ ਅਸੀਂ ਲੈ ਕੇ ਆਵਾਂਗੇ, ਤਾਂ ਕਿ ਉਹ ਉਹਨਾਂ ਨੂੰ ਇੰਸਪਾਇਰ ਕਰਨ, ਉਹਨਾਂ ਨਾਲ ਗੱਲਬਾਤ ਕਰਨ, ਤੇ ਸਾਰਿਆਂ ਨਾਲ ਅਸੀਂ ਇੱਕ ਮਤਲਬ ਕਾਮੇਡੀ ਟਾਈਪ ਸਿਚੁਏਸ਼ਨ ਬਣਾਈਏ, ਤਾਂ ਕਿ ਇਹਨੂੰ ਹੱਸ ਖੇਡ ਕੇ ਆਪਾਂ ਲੰਘਾ ਦਈਏ। ਕਿਉਂਕਿ ਕਾਮੇਡੀ ਇੱਕ ਐਸੀ ਚੀਜ਼ ਹੈ ਜਿਹੜੀ ਲਾਈਫ 'ਚ ਕਦੇ ਵੀ ਕੋਈ ਵੀ ਪ੍ਰੋਬਲਮ ਆਈ ਹੋਵੇ ਤੇ ਕਾਮੇਡੀ ਮੈਂਟਲ ਹੈਲਥ ਨੂੰ 2 ਮਿੰਟ 'ਚ ਆਈ ਥਿੰਕ ਸੈੱਟ ਕਰ ਦਿੰਦੀ ਹੈ। ਤੇ ਉਸ ਚੀਜ਼ ਨੂੰ ਅਸੀਂ ਲੈ ਕੇ ਇੱਕ ਵੈਬਿਨਾਰ ਪਲਾਨ ਕਰ ਰਹੇ ਹਾਂ। ਇਹ ਤਾਂ ਜੀ ਬਹੁਤ ਅੱਛਾ ਕਦਮ ਹੈਗਾ ਜੀ ਕਿ ਤੁਸੀਂ ਫਰੰਟ ਲਾਈਨ ਵਾਲੇ ਬੰਦਿਆਂ ਨੂੰ ਤੁਸੀਂ ਸਪੋਰਟ ਕਰਨ ਵਾਸਤੇ, ਉਹਨਾਂ ਨੂੰ ਐਪਰੀਸੀਏਸ਼ਨ ਦੇਣ ਵਾਸਤੇ ਇਹ ਜਿਹੜਾ ਲਾਈਵ ਸੈਸ਼ਨ ਜਿਹੜਾ ਕਰ ਰਹੇ ਤੁਸੀਂ, ਬਹੁਤ ਅੱਛਾ ਕਦਮ ਹੈਗਾ ਜੀ। ਤੇ ਅਸੀਂ ਇਸ ਚੀਜ਼ ਨੂੰ ਅਗਰ ਦੇਖੀਏ ਕਿ ਸਾਡੇ ਕੋਲ ਜਿਹੜੇ ਯਾਨੀ ਕਿ ਲਾਈਵ ਸੈਸ਼ਨ ਜਿਹੜੇ ਅਸੀਂ ਕੀਤੇ ਆ ਉਹ ਯਾਨੀ ਕਿ ਬਹੁਤ ਅੱਛੇ ਰਹੇ। ਇਹਦੇ 'ਚ ਮਾਸ਼ਾਅੱਲਾ ਜੀ ਪਹਿਲੇ ਸਾਡੇ ਮੁਖਤਲਿਫ ਸੈਸ਼ਨਸ ਜਿਹੜੇ ਹੈਗੇ ਨੇ ਉਹ ਕਰੋਨਾ ਦੇ ਬਾਰੇ 'ਚ ਮੁਖਤਲਿਫ ਟਾਕਸ ਹੋਈਆਂ, ਮੁਖਤਲਿਫ ਟੌਪਿਕਸ ਤੇ ਡਿਸਕਸ਼ਨਸ ਹੋਈਆਂ, ਤੇ ਕਰੋਨਾ ਨੂੰ ਯਾਨੀ ਕਿ ਬਹੁਤ ਜ਼ਿਆਦਾ ਇਹਦੇ ਵਿੱਚ ਸਾਡੀ ਯਾਨੀ ਕਿ ਗਲੋਬਲ ਸ਼ੇਪਰਸ ਦਾ ਬੜਾ ਪਾਰਟ ਰਿਹਾ ਇਸ ਚੀਜ਼ ਦੇ ਵਿੱਚ। ਔਰ ਸਹੀ ਦੇਖੀਏ ਕਿ ਸਾਡੀ ਓਵਰਆਲ ਜਿਹੜੀ ਨਾ ਗਲੋਬਲ ਸ਼ੇਪਰਸ ਉਹ ਬੜਾ ਇਸ ਕਰੋਨਾ ਦੀ ਇਸ ਸਿਚੁਏਸ਼ਨ ਦੇ ਵਿੱਚ ਇਹ ਜਿਹੜੇ ਪਲਾਨਸ ਹੈਗੇ ਨੇ ਆਪਣੇ ਰੋਲ ਪਲੇ ਕਰ ਰਹੀ। ਬੜਾ ਮੈਂ ਕਹਿੰਦਾ ਕਿ ਇਸ ਚੀਜ਼ ਨੂੰ ਅਗਰ ਦੇਖਿਆ ਜਾਏ, ਮੁਖਤਲਿਫ ਹਬਸ ਜਿਹੜੀਆਂ ਹੈਗੀਆਂ ਨੇ ਆਪਣੇ ਆਪਣਾ ਰੋਲ ਪਲੇ ਕਰ ਰਹੀਆਂ ਨੇ। ਹਰ ਤਰ੍ਹਾਂ ਹਰ ਹੱਬ ਨੂੰ ਦੇਖੀਏ ਕਿ ਉਹ ਬੜੀ ਮੁਤਹਰਕ ਹੈਗੀ ਇਸ ਚੀਜ਼ ਦੇ ਬਾਰੇ 'ਚ, ਕਿ ਉਹ ਆਪਣਾ ਜਿਹੜਾ ਜਿੱਥੇ ਵੀ ਉਹਦੀ ਕੈਪੈਸਿਟੀ ਹੈਗੀ ਹੈ ਉਹ ਉਹਨੂੰ ਯੂਜ਼ ਕਰ ਰਹੇ ਹੋਏ ਆ, ਲੋਕਾਂ ਨੂੰ ਸਪੋਰਟ ਕਰ ਰਹੀ ਹੈ ਇਸ ਚੀਜ਼ ਤੇ ਅਸੀਂ ਜਾਣਨਾ ਚਾਹਾਂਗੇ ਜੀ ਪ੍ਰਟਿਕ ਸਾਹਿਬ ਕਿ ਤੁਸੀਂ ਆਪਣੇ ਇੰਡੋਰ ਹੱਬ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਯਾਨੀ ਕਿਹੜੀ ਐਕਟੀਵਿਟੀਜ਼ ਹੈਗੀਆਂ ਨੇ ਜਿਹੜੀਆਂ ਕਰ ਰਹੇ ਹੋ ਜਾਂ ਕਰਨਾ ਚਾਹ ਰਹੇ ਹੋ, ਤੇ ਅਸੀਂ ਯਾਨੀ ਕਿ ਐਜ਼ ਅ ਗਲੋਬਲ ਸ਼ੇਪਰ ਜਿਹੜਾ ਹੈਗਾ ਜੀ ਤਾਂ ਲੋਕਡਾਊਨ ਅਨਾਉਂਸ ਹੋਣ ਤੋਂ ਪਹਿਲਾਂ ਸਾਡੇ ਹੱਬ ਨੇ ਇੱਕ ਔਨ ਗਰਾਊਂਡ ਐਕਟੀਵਿਟੀ ਕੀਤੀ ਸੀ, ਜਿੱਥੇ ਇੰਦੌਰ ਦਾ ਸਭ ਤੋਂ ਪ੍ਰੋਮੀਨੈਂਟ ਸਪੌਟ ਜਿਹੜਾ ਹੈਗਾ ਉੱਥੇ ਸਾਰੇ ਸਾਡੇ ਹੱਬ ਮੈਂਬਰਸ ਗਏ, ਲੋਕਾਂ ਨੂੰ ਐਜੂਕੇਟ ਕੀਤਾ ਕਰੋਨਾ ਵਾਇਰਸ ਦੇ ਕਰਕੇ ਕਿ ਕਿਵੇਂ ਪ੍ਰੀਕਾਸ਼ਨਸ ਪ੍ਰੈਕਟਿਸ ਕਰਨੀ ਚਾਹੀਦੀਆਂ ਨੇ ਸਾਰਿਆਂ ਨੂੰ। ਨਾਲ ਸੈਨੀਟਾਈਜ਼ਰ ਦੀ ਬੜੀ ਮਾਰਾਮਾਰੀ ਹੋ ਗਈ ਸੀ, ਕਿਉਂਕਿ ਸਾਰੇ ਲੋਕੀ ਸੈਨੀਟਾਈਜ਼ਰ ਦੇ ਪਿੱਛੇ ਭੱਜ ਰਹੇ ਸਨ, ਤਾਂ ਉੱਥੇ ਆਪਾਂ ਸੈਨੀਟਾਈਜ਼ਰ ਅਵੇਲੇਬਲ ਕਰਾਇਆ ਸਾਰਿਆਂ ਨੂੰ। ਨਾਲ ਮਾਸਕ ਦੀ ਬੜੀ ਮਾਰਾਮਾਰੀ ਹੋ ਗਈ ਸੀ, ਕਿਉਂਕਿ ਉਸਦੀ ਡਿਮਾਂਡ ਵੱਧ ਗਈ ਸੀ, ਸਪਲਾਈ ਹੋ ਨਹੀਂ ਪਾ ਰਹੀ ਸੀ ਪੂਰੀ, ਤਾਂ ਉੱਥੇ ਲੋਕਾਂ ਨੂੰ ਅਸੀਂ ਉਹ ਡਿਸਟਰੀਬਿਊਟ ਕੀਤੇ ਨੇ ਫ੍ਰੀ ਆਫ ਕਾਸਟ। ਤਾਂ ਇੱਕ ਐਕਟੀਵਿਟੀ ਸਾਡੇ ਹੱਬ ਨੇ ਕੀਤੀ ਸੀ। ਹੁਣ ਅਸੀਂ ਵੀ ਅਜ਼ਿਊਮ ਕਰ ਰਹੇ ਨੇ ਸਾਨੂੰ ਇੱਕ ਵੈਬਿਨਾਰ ਕਰਨਾ ਹੈ, ਬਟ ਜਿਵੇਂ ਪਰਮ ਭਾਜੀ ਨੇ ਦੱਸਿਆ ਕਿ ਇੱਕ ਬੜਾ ਨਵਾਂ ਜਿਹਾ ਐਂਗਲ ਦਿੱਤਾ ਕਿ ਫਨ ਜਿਹਾ ਇੱਕ ਵੈਬਿਨਾਰ ਕਰਨਾ ਚਾਹੀਦਾ ਹੈ, ਤਾਂ ਬੜਾ ਅਪਰੀਸ਼ੀਏਟ ਕਰਦਾ ਮੈਂ ਜਿਹੜਾ ਪੁਆਇੰਟ ਉਹਨਾਂ ਨੇ ਰੇਜ਼ ਕੀਤਾ ਹੈ। ਤਾਂ ਬਿਲਕੁਲ ਜੀ ਅੱਛੀ ਗੱਲ ਹੈ ਜੀ ਬਹੁਤ। ਫਿਰ ਇੱਕ ਇਹ ਕਿ ਸਪੈਸ਼ਲ ਇਹ ਗੱਲ ਹੈਗੀ ਕਿ ਫਰੰਟ ਲਾਈਨ ਵਾਲੇ ਬੰਦਿਆਂ ਨੂੰ ਐਪਰੀਸ਼ੀਏਸ਼ਨ ਵਾਸਤੇ, ਔਰ ਫਰੰਟ ਲਾਈਨ ਵਾਲੇ ਬੰਦੇ ਜਿਹੜੇ ਹੈਗੇ ਨੇ ਇਹ ਹੀ ਸਾਡੇ ਯਾਨੀ ਕਿ ਮੇਨ ਡਾਕਟਰਸ ਹੈਗੇ ਨੇ, ਪੁਲਿਸ ਵਾਲੇ ਨੇ, ਜਿਹੜੇ ਇਹ ਵੀ ਮਰੀਜ਼ਾਂ ਨੂੰ ਟਰੀਟ ਕਰ ਰਹੇ ਨੇ ਔਰ ਲੋਕਲ ਪਬਲਿਕ ਨੂੰ ਆਪਣੇ ਰਿਸਕ 'ਚ ਲੈਂਦੇ ਹੋਏ ਆ ਲੋਕਲ ਪਬਲਿਕ ਦੇ ਵਿੱਚ ਮੂਵ ਕਰ ਰਹੇ ਨੇ, ਸਾਨੂੰ ਸਿਕਿਉਰ ਕਰਨ ਵਾਸਤੇ, ਸਾਨੂੰ ਸਪੋਰਟ ਕਰਨ ਵਾਸਤੇ, ਸਾਡੀ ਹੈਲਪ ਵਾਸਤੇ ਜਿਹੜੀਆਂ ਚੀਜ਼ਾਂ ਕਰ ਰਹੇ ਨੇ, ਜਿੰਨੇ ਵੀ ਕਦਮ ਉਠਾ ਰਹੇ ਨੇ ਇਹ ਆਪਣੇ ਆਪ ਨੂੰ ਬੜਾ ਰਿਸਕ 'ਚ ਲੈ ਕੇ ਚੱਲ ਰਹੇ ਨੇ, ਕਿਉਂਕਿ ਜਿੰਨਾ ਵੀ ਯਾਨੀ ਕਿ ਪ੍ਰੀਕਾਸ਼ਨਸ ਹੈਗੀਆਂ ਨੇ ਇਹਨਾਂ ਨੂੰ ਫਾਲੋ ਕਰਦੇ ਹੋਏ ਆ। ਲੇਕਿਨ ਇਹ ਕਿ ਹੁਣ ਸਾਡੀ ਆਵਾਮ ਨੂੰ ਵੀ ਚਾਹੀਦਾ ਕਿ ਉਹ ਘਰਾਂ 'ਚੋਂ ਬਾਹਰ ਨਾ ਨਿਕਲੇ। ਔਰ ਸਾਡੇ ਯਾਨੀ ਕਿ ਅਗਰ ਅਸੀਂ ਗੱਲ ਕਰੀਏ ਫੈਸਲਾਬਾਦ ਦੀ ਆਡੀਅנס ਨੂੰ ਅਗਰ ਅਸੀਂ ਦੱਸੀਏ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਬਾਹਰ ਨਾ ਨਿਕਲਣ, ਔਰ ਜਿੰਨੇ ਵੀ ਜਿਹੜੇ ਪ੍ਰੀਕਾਸ਼ਨਸ ਹੈਗੇ ਨੇ ਐਜ਼ ਅ ਗਲੋਬਲ ਸ਼ੇਪਰ ਫੈਸਲਾਬਾਦ, ਮੈਂ ਇਹਨਾਂ ਨੂੰ ਪੈਗਾਮ ਦੇਣਾ ਚਾਹਾਂਗਾ ਕਿ ਇਹ ਇਹਨਾਂ ਪ੍ਰੀਕਾਸ਼ਨਸ ਮਸਲਨ ਹੱਥ ਧੋਣ ਨੂੰ ਫਰੋਗ ਦੇਣ, ਸੈਨੀਟਾਈਜ਼ਰ ਦਾ ਇਸਤੇਮਾਲ ਕਰਨ,
ਬਾਹਰ ਨਾ ਨਿਕਲਣ, ਬਾਹਰ ਨਿਕਲਦੇ ਆਇਆ ਅਗਰ ਕੋਈ ਜ਼ਰੂਰੀ ਕੰਮ ਹੁੰਦਾ ਤਾਂ ਬੰਦਾ ਮਾਸਕ ਲਗਾ ਕੇ ਜਾਵੇ। ਲੇਕਿਨ ਮਾਸਕ ਇਸਤੇਮਾਲ ਕਰਨ ਦੇ ਵੀ ਕੁਛ ਲੋਕਾਂ ਨੂੰ ਤਰੀਕਾ ਨਹੀਂ ਹੁੰਦਾ ਹੈਗਾ। ਮਾਸਕ ਦਾ ਇਸਤੇਮਾਲ ਜਿਹੜਾ ਉਹ ਵੀ ਅਸੀਂ ਅਗਰ ਆਪਣੀ ਹੱਬ ਦੀ ਮੈਂ ਗੱਲ ਕਰਾਂ, ਅਸੀਂ ਐਜ਼ ਅ ਯਾਨੀ ਕਿ ਹੱਬ ਅਸੀਂ ਮਾਸ਼ਾਅੱਲਾ ਬੜੇ ਅੱਛੇ ਪ੍ਰੋਜੈਕਟਸ ਜਿਹੜੇ ਹੈਗੇ ਨੇ ਸਾਡੇ ਇਨੀਸ਼ੀਏਟ ਹੋ ਰਹੇ ਨੇ ਔਰ ਇਹਨਾਂ ਤੇ ਵਰਕਿੰਗ ਚੱਲ ਰਹੀ ਹੈ, ਜਿਨ੍ਹਾਂ ਦੇ ਵਿੱਚ ਅਸੀਂ ਸਾਡੇ ਪਬਲਿਕ ਸਰਵਿਸਿਜ਼ ਮੈਸੇजेस ਚੱਲ ਰਹੇ ਨੇ। ਪਬਲਿਕ ਸਰਵਿਸ ਮੈਸੇजेस ਦੇ ਵਿੱਚ ਅਸੀਂ FM ਤੇ ਆਪਣੇ ਮੈਸੇजेस ਜਿਹੜੇ ਹੈਗੇ ਨੇ ਉਹ ਚਲਾ ਰਹੇ ਹਾਂ। ਅਸੀਂ ਆਪਣੇ ਫੇਸਬੁੱਕ ਤੇ, YouTube ਤੇ ਔਰ ਲਿੰਕਡਇਨ ਤੇ ਔਰ ਇੰਸਟਾਗ੍ਰਾਮ ਤੇ ਹਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਨੇ ਅਸੀਂ ਆਪਣੇ ਪਬਲਿਕ ਸਰਵਿਸ ਮੈਸੇजेस ਨੂੰ ਅੱਗੇ ਪੈਗਾਮ ਨੂੰ ਨਸ਼ਰ ਕਰ ਰਹੇ ਹਾਂ। ਜਿੱਥੇ ਵੀ ਇੰਗਲਿਸ਼ ਦੇ ਵਿੱਚ, ਉਰਦੂ ਦੇ ਵਿੱਚ, ਇਹ ਦੋਵਾਂ ਜ਼ਬਾਨਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਪੈਗਾਮਾਤ ਹੈਗੇ ਨੇ ਲੋਕਾਂ ਤੱਕ ਪਹੁੰਚਾ ਰਹੇ ਹਾਂ। ਲੋਕਾਂ ਨੂੰ ਇਹਨਾਂ ਨੂੰ ਪੂਰੀ ਤਰ੍ਹਾਂ ਦੱਸਣਾ ਚਾਹ ਰਹੇ ਹਾਂ ਕਿ ਕਰੋਨਾ ਕੀ ਚੀਜ਼ ਹੈਗੀ ਹੈ ਔਰ ਕਰੋਨਾ ਤੋਂ ਬਚਣ ਲਈ ਅਸੀਂ ਕਿਹੜੇ ਇਹੋ ਜਿਹੇ ਇੰਤਜ਼ਾਮਾਤ ਹੈਗੇ ਜਿਹੜੇ ਅਸੀਂ ਕਰ ਸਕਦੇ ਹਾਂ। ਅਸੀਂ ਆਪਣੇ ਘਰਾਂ ਨੂੰ ਕਿਵੇਂ ਅਸੀਂ ਸਿਕਿਉਰ ਕਰਨਾ ਹੈ, ਅਸੀਂ ਆਪਣੇ ਕੰਮ ਕਰਨ ਵਾਲੀ ਜਗ੍ਹਾ ਨੂੰ ਕਿਵੇਂ ਅਸੀਂ ਤਿਆਰ ਕਰਨਾ ਹੈ ਕਰੋਨਾ ਵਾਇਰਸ ਵਾਸਤੇ। ਪੰਜਾਬੀ ਦੇ ਵਿੱਚ ਮੈਂ ਖੁਦ ਯਾਨੀ ਕਿ ਮੈਸੇਜ ਜਿਹੜੇ ਹੈਗੇ ਨੇ ਆਪਣੇ YouTube ਤੇ ਔਰ ਇੰਸਟਾਗ੍ਰਾਮ ਤੇ ਮੁਖਤਲਿਫ ਆਪਣੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਨਸ਼ਰ ਕਰ ਰਹੇ ਹਾਂ ਅਸੀਂ। ਤੇ ਇਹਨਾਂ ਚੀਜ਼ਾਂ ਨੂੰ ਯਾਨੀ ਕਿ ਅਸੀਂ ਚਾਹੁੰਦੇ ਕਿ ਸਾਡੀ ਜਿੰਨੀ ਵੀ ਸੁਣਨ ਵਾਲੀ ਆਵਾਮ ਹੈਗੀ ਹੈ ਉਹਨਾਂ ਨੂੰ ਸਪੋਰਟ ਹੋ ਸਕੇ। ਜਿਹੜੇ ਉਰਦੂ ਸਮਝਦੇ ਨੇ ਉਹ ਇਹਨੂੰ ਉਰਦੂ ਸਮਝ ਸਕਣ, ਜਿਹੜੇ ਇੰਗਲਿਸ਼ ਸਮਝਦੇ ਨੇ ਇੰਗਲਿਸ਼ ਸਮਝ ਸਕਣ। ਇਹ ਪੰਜਾਬੀ ਦੇ ਵਿੱਚ ਵੀ ਸੈਸ਼ਨ ਜਿਹੜੇ ਨੇ ਉਹ ਵੀ ਟਰਾਂਸਲੇਟ ਹੋ ਰਹੇ ਨੇ, ਪੰਜਾਬੀ 'ਚ ਵੀ ਅਸੀਂ ਮੈਸੇਜ ਦੱਸ ਰਹੇ ਹਾਂ ਜੀ ਕਿ ਆਵਾਮ ਨੂੰ ਚਾਹੀਦਾ ਕਿ ਕਰੋਨਾ ਤੋਂ ਬਚਣ ਲਈ ਉਹ ਹੱਥ ਧੋਣ ਨੂੰ ਫਰੋਗ ਦੇਣ, ਜਾਂ ਜਿਨ੍ਹਾਂ ਨੂੰ ਕੋਈ ਸਾਹ ਦਾ ਮਸਲਾ ਹੈਗਾ, ਸਾਹ ਔਖਾ ਆ ਰਿਹਾ, ਬੁਖਾਰ ਹੈਗਾ, ਖਾਂਸੀ ਹੈਗੀ ਹੈ, ਉਹ ਬਾਹਰ ਨਾ ਨਿਕਲਣ ਔਰ ਉਹ ਆਪਣੀ ਸੋਸ਼ਲ ਡਿਸਟੈਂਸਿੰਗ ਨੂੰ ਫਾਲੋ ਕਰਨ। ਆਪਣੇ ਕਿਸੇ ਕਰੀਬੀ ਯਾਨੀ ਕਿ ਲੋਕਾਂ ਦੇ ਕੋਲ ਕਰੀਬ ਜਾਣ ਤੋਂ ਗੁਰੇਜ਼ ਕਰਨ, ਆਵਾਮ ਵਿੱਚ ਚੁੱਕਣ ਤੋਂ ਗੁਰੇਜ਼ ਕਰਨ। ਇਵੇਂ ਚੀਜ਼ਾਂ ਜਿਹੜੀਆਂ ਨੇ ਇਹ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਨੇ ਔਰ ਲੋਕਾਂ ਵਾਸਤੇ ਬੜਾ ਯਾਨੀ ਕਿ ਮੌਕਾ ਹੈਗਾ। ਇਹ ਜਿਹੜਾ ਗਲੋਬਲ ਸ਼ੇਪਰਸ ਦਾ ਪਲੇਟਫਾਰਮ ਹੈਗਾ ਬਹੁਤ ਜ਼ਿਆਦਾ ਅਲਹਮਦੁਲਿਲਾ ਸਪੋਰਟ ਕਰ ਰਿਹਾ। ਆਪਣੀ ਹਰ ਹੱਬ ਜਿਹੜੀ ਕਿ ਉਹ ਆਪਣੇ ਲੈਵਲ ਤੱਕ ਸਪੋਰਟ ਕਰ ਰਹੀ ਹੈ ਸਾਡੀ। ਇਹਦੇ ਨਾਲ ਅਗਰ ਅਸੀਂ ਗੱਲ ਕਰੀਏ ਫੈਸਲਾਬਾਦ ਹੱਬ ਦੇ ਵਿੱਚ ਅਸੀਂ ਰਾਸ਼ਨ ਦੀ ਜਿਹੜੀ ਡਰਾਈਵ ਚਲਾ ਰਹੇ ਹਾਂ ਅਲਹਮਦੁਲਿਲਾ, ਉਹਦੇ ਵਿੱਚ ਸਾਡੇ ਤਕਰੀਬਨ 2000 ਲੋਕ ਜਿਹੜੇ ਨੇ ਉਹ ਟਰੀਟ ਹੋ ਚੁੱਕੇ ਹੋਏ ਨੇ। ਉਹਦੇ 'ਚ ਯਾਨੀ ਕਿ 2000 ਫੈਮਲੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਰਾਸ਼ਨ ਡਿਲੀਵਰ ਕਰ ਚੁੱਕੇ ਹਾਂ। ਇਹ ਜੀ ਹਰ ਜਿਹੜੇ ਘਰ ਤੇ ਇੱਕ ਫਰਦ ਨੂੰ ਇੱਕ ਪੈਕਟ ਜਿਹੜਾ ਨਾ ਉਹ ਡਿਲੀਵਰ ਕੀਤਾ ਜਾਂਦਾ ਹੈ ਔਰ ਇਸੇ ਤਰ੍ਹਾਂ ਇੱਕ ਜਿੰਨੇ 2000 ਖਾਨਦਾਨ ਜਿਹੜੇ ਹੈਗੇ ਨੇ ਇਹ ਟਰੀਟ ਹੋ ਚੁੱਕੇ ਨੇ ਹੁਣ ਤੱਕ। ਜਿੰਨੇ ਵੀ ਯਾਨੀ ਕਿ ਅਗਰ ਹੁਣ ਤੱਕ ਦੀ ਰਿਪੋਰਟ ਦੇਖੀ ਹੈ 2000 ਘਰਾਂ ਨੂੰ ਅਸੀਂ ਖਾਣਾ ਜਿਹੜਾ ਹੈਗਾ ਨਾ ਰਾਸ਼ਨ ਦੇ ਵਿੱਚ ਘਿਓ, ਚੀਨੀ, ਦਾਲਾਂ ਵਗੈਰਾ, ਆਟਾ, ਇਹ ਚੀਜ਼ਾਂ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਡਿਲੀਵਰ ਕਰਕੇ ਆਏ ਹਾਂ। ਔਰ ਇਹਦੇ ਨਾਲ ਅਸੀਂ ਦੇਖੀਏ ਸਾਡੇ ਕੋਲ ਅਸੀਂ ਸੈਨੀਟਾਈਜ਼ਰ ਦੀਆਂ ਬੋਤਲਾਂ ਜਿਹੜੀਆਂ ਹੈਗੀਆਂ ਨੇ ਉਹ ਤਕਰੀਬਨ 1000 ਬੋਤਲਾਂ ਜਿਹੜੀਆਂ ਨੇ ਉਹ ਡਿਸਟਰੀਬਿਊਟ ਕੀਤੀਆਂ ਨੇ। ਅਸੀਂ ਇਹ ਲੋਕਾਂ ਨੂੰ ਅਸੀਂ ਲੋਕਲ ਗੌਰਮੈਂਟ ਦੇ ਨਾਲ ਮਿਲ ਕੇ ਵੀ ਇਹ ਮਨਸੂਬੇ ਨੂੰ ਚਲਾ ਰਹੇ ਹਾਂ। ਜਿਹੜਾ ਸਾਡਾ ਸੈਨੀਟਾਈਜ਼ਰ ਤਕਸੀਮ ਕਰਨ ਵਾਲਾ ਸੀ, ਅਸੀਂ ਆਪਣੀ ਲੋਕਲ ਗੌਰਮੈਂਟ ਨੂੰ ਇਹ ਜਿਹੜਾ ਆਪਣਾ ਪ੍ਰਪੋਜ਼ਲ ਜਿਹੜਾ ਦੇ ਕੇ ਅਸੀਂ ਆਪਣੀ ਲੋਕਲ ਗੌਰਮੈਂਟ ਨੂੰ ਨਾਲ ਇਨਵੋਲਵ ਕਰਦੇ ਹੋਏ ਹਾਂ ਇਸ ਚੀਜ਼ ਨੂੰ ਡਿਸਟਰੀਬਿਊਟ ਕੀਤਾ। ਸੈਨੀਟਾਈਜ਼ਰ ਜਿਹੜਾ ਹੈਗਾ ਸਾਡੇ ਗੌਰਮੈਂਟ ਦੇ ਮੁਲਾਜ਼ਮੀਨ ਜਿਹੜੇ ਹੈਗੇ ਨੇ ਉਹ ਵੀ ਇਸ ਚੀਜ਼ ਨੂੰ ਇਸਤੇਮਾਲ ਕਰ ਰਹੇ ਨੇ ਔਰ ਇਹਨੂੰ ਅੱਗੇ ਡਿਸਟਰੀਬਿਊਟ ਵੀ ਕਰ ਰਹੇ ਨੇ। ਔਰ ਇਹੀ ਜਿਹੜਾ ਯਾਨੀ ਕਿ ਟਾਈਮ ਹੈਗਾ ਸਾਡੀ ਗੌਰਮੈਂਟ ਨੂੰ ਯਾਨੀ ਕਿ ਸਪੋਰਟ ਕਰਦੇ ਹੋਏ ਸਾਡੀ ਜਿੰਨੀ ਵੀ ਸਾਡੀ ਲੋਕਲ ਗੌਰਮੈਂਟ ਹੈਗੀ, ਸਾਡੇ ਜ਼ਿਲ੍ਹੇ ਦੀ ਅਗਰ ਗੱਲ ਕਰੀਏ ਤੇ ਉਹ ਬੜੀ ਇਸ ਚੀਜ਼ ਦੀ ਸਾਡੇ ਸਪੋਰਟ ਵਿੱਚ ਹੈਗੀ। ਕਿਉਂਕਿ ਗਲੋਬਲ ਸ਼ੇਪਰਸ ਫੈਸਲਾਬਾਦ ਜਿਹੜਾ ਹੈਗਾ ਇਹ ਬੜਾ ਯਾਨੀ ਕਿ ਇਸ ਚੀਜ਼ ਨੂੰ ਇਸ ਕਦਮ ਨੂੰ ਲੈ ਕੇ ਚੱਲ ਰਿਹਾ ਅੱਗੇ ਕਿ ਸੈਨੀਟਾਈਜ਼ਰ ਜਿਹੜਾ ਹੈਗਾ ਲੋਕਾਂ ਨੂੰ ਘਰ ਪਹੁੰਚ ਰਿਹਾ ਔਰ ਮਾਸਕ ਜਿਹੜਾ ਹੈਗਾ ਉਹਦਾ ਵੀ ਫਰਾਹਮੀ ਜਿਹੜੀ ਯਕੀਨੀ ਬਣਾਈ ਜਾ ਰਹੀ ਹੈ। ਸਾਡੀ ਯਾਨੀ ਕਿ ਫੈਸਲਾਬਾਦ ਟੈਕਸਟਾਈਲ ਇੰਡਸਟਰੀ ਦੀ ਮੈਂ ਗੱਲ ਕਰ ਰਿਹਾ ਸੀ ਪਹਿਲੇ ਕਿ ਮਾਸਕ ਦੀ ਬੜੀ ਸ਼ਾਰਟੇਜ ਹੋਈ, ਬੜਾ ਯਾਨੀ ਕਿ ਇਹ ਨਪੇਤ ਹੋ ਗਿਆ ਜਿਵੇਂ ਕਹਿੰਦੇ ਨੇ ਕਿ ਚੀਜ਼ ਮਿਲਦੀ ਨਹੀਂ ਹੈ ਜੀ। ਟੈਕਸਟਾਈਲ ਇੰਡਸਟਰੀ ਫੈਸਲਾਬਾਦ ਨੂੰ ਟੈਕਸਟਾਈਲ ਦਾ ਨਾਮ ਦਿੱਤਾ ਗਿਆ ਲੇਕਿਨ ਇੱਥੇ ਉਹ ਮਾਸਕ ਜਿਹੜਾ ਸੀ ਨਹੀਂ ਸੀ ਮਿਲਦਾ ਹੈਗਾ। ਅਸੀਂ ਲੋਕਲ ਲੋਕਾਂ ਨੂੰ ਘਰਾਂ ਦੇ ਵਿੱਚ ਤਿਆਰ ਕਰਵਾ ਕੇ ਮਾਸਕ ਜਿਹੜਾ ਉਹ ਇੰਡਸਟਰੀ ਤੱਕ ਪਹੁੰਚਾਇਆ ਔਰ ਇਸ ਚੀਜ਼ ਨੂੰ ਯਕੀਨੀ ਬਣਾਇਆ ਕਿ ਲੋਕਾਂ ਨੂੰ ਮਾਸਕ ਵੀ ਮਿਲ ਰਿਹਾ ਔਰ ਸੈਨੀਟਾਈਜ਼ਰ ਜਿਹੜਾ ਹੈਗਾ ਇਹ ਡਿਸਟਰੀਬਿਊਟ ਹੋ ਰਿਹਾ। ਸੈਨੀਟਾਈਜ਼ਰ ਸਾਡੀ ਤੇ ਇਹ ਹੱਬ ਦੇ ਲੋਕ ਜਿਹੜੇ ਖੁਦ ਯਾਨੀ ਕਿ ਜਾ ਕੇ ਘਰਾਂ ਡਿਸਟਰੀਬਿਊਟ ਕਰ ਰਹੇ ਨੇ। ਇਸ ਤੋਂ ਇਲਾਵਾ ਅਸੀਂ ਦੇਖੀਏ ਕਿ ਸਾਡੀ ਹੱਬ ਦੇ ਵਿੱਚ ਯਾਨੀ ਕਿ ਡਿਫਰੈਂਟ ਸੈਸ਼ਨਸ ਜਿਹੜੇ ਆਰਗੇਨਾਈਜ਼ਡ ਹੋਏ ਬਹੁਤ ਅੱਛਾ ਯਾਨੀ ਕਿ ਲੋਕਾਂ ਨੂੰ ਸਿੱਖਣ ਦਾ ਮੌਕਾ ਮਿਲਦਾ। ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਘਰ ਬੈਠਿਆਂ ਪਤਾ ਚੱਲ ਰਿਹਾ ਹੈ ਕਿ ਕੀ ਸਿਚੁਏਸ਼ਨ ਚੱਲ ਰਹੀ ਹੈ, ਕਿਹੜੇ ਯਾਨੀ ਕਿ ਲੋਕ
ਵਰਕਿੰਗ ਕਰ ਰਹੇ ਨੇ। ਸਾਡੇ ਜਿੰਨੇ ਵੀ ਡੋਨੇਟਰਸ ਹੈਗੇ ਨੇ, ਕਿ ਲੋਕ ਡੋਨਰਸ ਹੈਗੇ ਨੇ, ਉਹ ਯਾਨੀ ਕਿ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸ਼ੇਪਰਸ ਨੂੰ ਵੀ। ਔਰ ਸ਼ੇਪਰਸ ਹੱਬ ਜਿਹੜੀ ਹੈਗੀ ਹੈ ਸਾਡੀ ਫੈਸਲਾਬਾਦ ਦੀ, ਔਰ ਬਾਕੀ ਵੀ ਜਿੰਨੇ ਸ਼ੇਪਰਸ ਹੈਗੇ ਨੇ ਉਹਨਾਂ ਨੂੰ ਵੀ ਬੜਾ ਇੱਕ ਅੱਛੇ ਤਰੀਕੇ ਨਾਲ ਐਪਰੀਸ਼ੀਏਟ ਕਰ ਰਹੇ ਨੇ। ਅਸੀਂ ਲੋਕਾਂ ਦਾ ਫੀਡਬੈਕ ਵੀ ਲੈਂਦੇ ਹਾਂ ਕਿ ਲੋਕ ਜਿਹੜਾ ਹੈ ਉਹ ਦੱਸਣ ਕਿ ਸਾਡੀ ਵਰਕਿੰਗ ਔਰ ਜਿਹੜੀ ਕਿ ਅਸੀਂ ਜਿੰਨੇ ਵੀ ਪਲੇਟਫਾਰਮ 'ਤੇ ਦੇਖ ਰਹੇ ਹਾਂ, ਸਾਨੂੰ ਲੋਕ ਬੜਾ ਅੱਛੀ ਤਰੀਕੇ ਨਾਲ ਐਪਰੀਸ਼ੀਏਟ ਕਰ ਰਹੇ ਹਨ ਅਲਹਮਦੁਲਿਲਾ ਇਸ ਚੀਜ਼ 'ਤੇ। ਸਾਡੇ ਯਾਨੀ ਕਿ ਲੋਕਲ ਸਾਡੇ ਨਾਲ ਪਾਰਟਨਰਸ ਹੈਗੇ ਨੇ ਕੁਛ। ਮਦੀਨਾ ਯੂਨੀਵਰਸਿਟੀ ਹੈਗੀ ਸਾਡੀ ਇੱਥੇ ਫੈਸਲਾਬਾਦ ਵਿੱਚ, ਉਹ ਸਾਡੀ ਯੂਨੀਵਰਸਿਟੀ ਬਹੁਤ ਜ਼ਿਆਦਾ ਸਾਨੂੰ ਸਪੋਰਟ ਕਰਦੀ ਆ। ਇਹਦੇ ਨਾਲ ਸਾਡੇ ਪਾਰਟਨਰ ਹੈਗੇ ਨੇ 94 ਨਿਊਜ਼ ਵਾਲੇ, ਔਰ ਸਾਡੇ ਡਿਫਰੈਂਟ ਹੋਰ ਵੀ ਫੂਡ ਪਾਂਡਾ ਵਾਲੇ ਪਾਰਟਨਰ ਹੈਗੇ ਨੇ। ਔਰ ਇਹ ਪਾਰਟਨਰਸ ਹੀ ਸਾਨੂੰ ਇਸ ਜਿਹੜੇ ਕ੍ਰਿਟੀਕਲ ਟਾਈਮ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਸਪੋਰਟ ਕਰ ਰਹੇ ਨੇ। ਔਰ ਅਸੀਂ ਇਹਨਾਂ ਦੇ ਨਾਲ ਮਿਲਦਿਆਂ ਹੋਇਆਂ ਅਸੀਂ ਆਪਣੇ ਜਿੰਨੇ ਵੀ ਪ੍ਰੋਜੈਕਟਸ ਹੈਗੇ ਨੇ ਇਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਲੈ ਕੇ ਚੱਲ ਰਹੇ ਹਾਂ। ਔਰ ਜੀ ਪ੍ਰਿਟਿਕ ਸਾਹਿਬ ਔਰ ਪਰਮ ਕਲਾਰਾ ਸਾਹਿਬ, ਤੁਸੀਂ ਕੁਛ ਇਹਨਾਂ ਚੀਜ਼ਾਂ ਦੇ ਵਿੱਚ ਵੀ ਆਪਣੇ ਖਿਆਲਾਂ ਦਾ ਇਜ਼ਹਾਰ ਕਰਨਾ ਚਾਹੋ ਤੇ ਜ਼ਰੂਰ ਐਡ ਕਰੋ। ਨਹੀਂ, ਆਈ ਥਿੰਕ ਬਹੁਤ ਵਧੀਆ ਗੱਲਾਂ ਹੋਈਆਂ, ਬਹੁਤ ਵਧੀਆ ਇਨੀਸ਼ੀਏਟਿਵ ਹੈ ਤੁਹਾਡਾ। ਅਸੀਂ ਗੱਲਾਂ ਕਰ ਸਕੇ, ਸਾਨੂੰ ਪਤਾ ਲੱਗਿਆ ਕਿ ਦੋਨੋਂ ਤਰਫ ਕੀ ਹੋ ਰਿਹਾ। ਦੇਸ਼ ਬਹੁਤ ਗੂੜੀ ਤਰ੍ਹਾਂ ਕਨੈਕਟਡ ਨੇ, ਭਾਵੇਂ ਜਿੰਨੇ ਵੀ ਮਰਜ਼ੀ ਅਲੱਗ ਰਹਿਣ, ਲੋਕ ਕਨੈਕਟਡ ਨੇ। ਤੇ ਉਹ ਕਨੈਕਸ਼ਨ ਨਾਲ ਪਤਾ ਜ਼ਰੂਰ ਲੱਗਣਾ ਚਾਹੀਦਾ ਕਿ ਕੀ ਹੋ ਰਿਹਾ। ਅਸੀਂ ਇੱਕ ਦੂਸਰੇ ਤੋਂ ਆਈਡੀਆਜ਼ ਲੈ ਕੇ ਅੱਗੇ ਵੱਧ ਸਕਦੇ ਹਾਂ। ਦੋਨੋਂ ਹੀ ਕੰਟਰੀਜ਼ ਡਿਵੈਲਪਿੰਗ ਕੰਟਰੀਜ਼ ਹੈ, ਬਹੁਤ ਫਾਇਰ ਹੈ ਦੋਨੋਂ ਕੰਟਰੀਜ਼। ਤੇ ਮੈਂ ਹੋਪ ਇਹੀ ਕਰਦਾ ਕਿ ਬਹੁਤ ਛੇਤੀ ਇਹ ਸਿਚੁਏਸ਼ਨ ਸੋਲਵ ਹੋ ਜਾਏ ਤੇ ਅਸੀਂ ਸਾਰੇ ਆਪੋ ਆਪਣੇ ਕੰਮਾਂ ਤੇ ਚੱਲ ਜਾਈਏ। ਕੋਈ ਕਿਸੇ ਦਾ ਕੋਈ ਵੀ ਕੰਮ ਹੈ ਜਾਂ ਕੋਈ ਵੀ ਐਜੂਕੇਸ਼ਨ ਵਿੱਚ ਪਈ ਹੋਈ ਹੈ, ਉਹ ਸਾਰਾ ਨਾਰਮਲ ਚੱਲ ਜਾਵੇ ਐਂਡ ਐਵਰੀਥਿੰਗ ਸ਼ੁੱਡ ਬੀ ਫਾਈਨ। ਸਾਰੇ ਤੰਦਰੁਸਤ ਰਹਿਣ, ਮੇਰੀ ਇਹੀ ਦੁਆ ਹੈ। ਥੈਂਕ ਯੂ। ਅਸੀਂ ਆਪਣੀ ਜਿਹੜੀ ਆਡੀਅנס ਹੈਗੀ ਹੈ ਉਹਨਾਂ ਨੂੰ ਵੀ ਅਸੀਂ ਨਾਲ ਲੈਣਾ ਚਾਹਾਂਗੇ। ਅਗਰ ਕੋਈ ਸਵਾਲ ਹੈਗੇ ਨੇ ਉਹਨਾਂ ਦੇ, ਕੋਈ ਸਾਡੇ ਬਾਰੇ 'ਚ, ਕੋਈ ਫੈਸਲਾਬਾਦ ਦੇ ਬਾਰੇ 'ਚ, ਕੋਈ ਇੰਡੀਆ ਦੇ ਅਗਰ ਰਿਲੇਟਿਡ ਹੈਗੇ ਨੇ, ਅਸੀਂ ਆਪਣੀ ਆਡੀਅנס ਨੂੰ ਪੈਗਾਮ ਦੇਣਾ ਚਾਹਾਂਗੇ ਕਿ ਅਗਰ ਉਹਨਾਂ ਦੇ ਕੋਈ ਸਵਾਲਾਤ ਹੈਗੇ ਨੇ ਤੇ ਉਹ ਇਹਨਾਂ ਨੂੰ ਆਪਣੇ ਫੇਸਬੁੱਕ ਪੇਜ 'ਤੇ ਕਮੈਂਟ ਕਰਨ, ਔਰ ਅਸੀਂ ਉਹਨਾਂ ਦਾ ਜਵਾਬ ਆਪਣੇ ਮਹਿਮਾਨਾਂ ਦੇ ਨਾਲ ਕੋਈ ਸਵਾਲ ਡਿਸਕਸ ਕਰ ਸਕੀਏ ਤਾਂ ਕਿ ਇਹਨਾਂ ਚੀਜ਼ਾਂ ਨੂੰ ਡਿਸਕਸ ਹੋ ਸਕੇ। ਅਸੀਂ ਅੱਜ ਦੀ ਜਿੰਨੀ ਵੀ ਯਾਨੀ ਕਿ ਸਾਡੀ ਨਸ਼ਰੀਆਤ, ਸਾਡੀ ਜਿੰਨੀ ਵੀ ਅੱਜ ਦੀ ਗੱਲਾਂ ਹੋਈਆਂ, ਇਹਨਾਂ ਚੀਜ਼ਾਂ ਦਾ ਅਗਰ ਕੋਈ ਇਹਨਾਂ ਦੇ ਰਿਲੇਟਿਡ ਸਵਾਲ ਹੋਵੇ ਤੇ ਉਹ ਜ਼ਰੂਰ ਕਰੋ। ਅਸੀਂ ਪ੍ਰਿਟਿਕ ਸਾਹਿਬ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਕੁਛ ਐਸੇ ਪੁਆਇੰਟਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਨਕੀ ਡਿਸਕਸ ਕੀਤੇ, ਗਵਰਨਮੈਂਟ ਐਕਸ਼ਨਸ ਸਾਰੇ, ਇਹਨਾਂ ਦੇ ਵਿੱਚ ਕੁਛ ਤੁਸੀਂ ਆਪਣੀ ਕੀ ਸਮਝਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਐਡ ਕੀਤਾ ਜਾਵੇ ਤੇ ਫੈਸਲਾਬਾਦ ਵਾਲੇ ਸਾਡੇ ਪ੍ਰੋਜੈਕਟਸ ਜਾਂ ਬਾਕੀ ਚੀਜ਼ਾਂ ਨੂੰ? ਜੀ ਮੈਨੂੰ ਲੱਗਦਾ ਬੜਾ ਵਧੀਆ ਕਲੈਕਟਿਵ ਐਫਰਟ ਹੈਗਾ ਸਾਰਿਆਂ ਦਾ। ਗਵਰਨਮੈਂਟ ਆਪਣੇ ਵੱਲੋਂ ਜਿਹੜੀਆਂ ਚੀਜ਼ਾਂ ਕਰ ਸਕਦੀ ਹੈ ਉਹ ਆਮ ਸ਼ੋਰ ਕਰ ਰਹੀ ਹੈ। ਬੜਾ ਏਕਾ ਦਿਖਦਾ ਹੈ। ਨੇਸ਼ਨ ਸਾਰੇ ਜਿਹੜੇ ਨੇ ਉਹ ਇੰਟਰਨੈਸ਼ਨਲੀ ਇੱਕ ਦੂਜੇ ਨੂੰ ਜਿੰਨਾ ਸਪੋਰਟ ਕਰ ਸਕਦੇ ਨੇ ਉਹ ਸਪੋਰਟ ਕਰ ਰਹੇ ਨੇ। ਬੜੀ ਚੰਗੀ ਗੱਲ ਹੈ। ਸਾਰੇ ਡਿਫਰੈਂਸਿਸ ਸਾਰੇ ਭੁੱਲ ਕੇ ਕੰਮ ਕਰ ਰਹੇ ਨੇ। ਤਾਂ ਸਾਰੇ ਇੱਕ ਹੋ ਗਏ ਨੇ ਇਸ ਪ੍ਰੋਬਲਮ ਦੇ ਕਰਕੇ। ਤਾਂ ਉਹੀ ਮੈਨੂੰ ਲੱਗਦਾ ਬੜਾ ਅਪਰੀਸ਼ੀਏਬਲ ਐਫਰਟ ਹੈਗਾ। ਮੈਂ ਬੜਾ ਅਪਰੀਸ਼ੀਏਟ ਕਰਦਾ ਜਿਵੇਂ ਤੁਸੀਂ ਉੱਥੇ ਸੈਨੀਟਾਈਜ਼ਰ ਹੋਰ ਜਿਹੜੇ ਦੂਜੇ ਪ੍ਰੋਗਰਾਮ ਤੁਸੀਂ ਰਨ ਕਰ ਰਹੇ ਹੋ, ਜਿਵੇਂ ਤੁਹਾਡੀ ਗਵਰਨਮੈਂਟ ਇੰਸ਼ੋਰ ਕਰ ਰਹੀ ਹੈ। ਰਾਸ਼ਨ ਲੋਕਾਂ ਨੂੰ ਦੇ ਰਹੇ, ਔਰ ਕੁਛ ਲੋਕਾਂ ਨੂੰ ਘਰਾਂ ਦੇ ਵਿੱਚ ਰਾਸ਼ਨ ਵੀ ਪਹੁੰਚ ਰਿਹਾ। ਇਹਦੇ ਵਿੱਚ ਯਾਨੀ ਕਿ ਲੋਕਾਂ ਨੂੰ ਘਰੇ ਬੈਠਿਆਂ ਲੋਕਾਂ ਨੂੰ ਟਰਾਂਸਲੇਟਿਡ ਮੈਸੇਜਿਸ ਜਿਹੜੇ ਹੈਗੇ ਨੇ, ਪਬਲਿਕ ਸਰਵਿਸਿਜ਼ ਮੈਸੇਜਿਸ ਜਿਹੜੇ ਨੇ ਇਹ ਵੀ ਡਿਲੀਵਰ ਹੋ ਰਹੇ ਨੇ, ਔਰ ਇਹ ਮੈਸੇਜਿਸ ਲੋਕਾਂ ਨੂੰ ਅਵੇਅਰ ਕਰ ਰਹੇ ਨੇ। ਸਾਡੀ ਗਵਰਨਮੈਂਟ ਵੀ ਇਸ ਚੀਜ਼ ਨੂੰ ਬੜਾ ਯਾਨੀ ਕਿ ਟਰਾਂਸਲੇਟ ਕਰ ਰਹੀ ਲੋਕਾਂ ਨੂੰ ਘਰਾਂ 'ਚ ਇਹ ਚੀਜ਼ਾਂ, ਯਾਨੀ ਕਿ TV 'ਤੇ ਵੀ ਮੁਖਤਲਿਫ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਨਸ਼ਰ ਕੀਤਾ ਜਾਂਦਾ ਹੈ। ਲੇਕਿਨ ਸਾਡੀ ਯਾਨੀ ਕਿ ਆਪਣੀ ਲੋਕਲ ਹੱਬ ਦੀ ਵੀ ਅਗਰ ਦੇਖਿਆ ਜਾਏ ਤਾਂ ਬੜਾ ਅੱਛਾ ਅਲਹਮਦੁਲਿਲਾ ਇਹਦੇ 'ਚ ਰੋਲ ਪਲੇ ਕਰ ਰਹੀ ਹੈ। ਅਸੀਂ ਦੇਖਣਾ ਚਾਹਾਂਗੇ ਜੀ ਕਿ ਕੋਈ ਐਸੇ ਫਿਊਚਰ ਸਿਨੈਰੀਓਜ਼ ਯਾਨੀ ਕਿ ਜਿਹਦੇ ਵਿੱਚ ਅਸੀਂ ਆਪਣੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਕਰਨਾ ਚਾਹੀਦਾ ਸਾਨੂੰ, ਕੁਛ ਐਸੇ ਪੁਆਇੰਟਸ ਹੋਣ, ਕੁਛ ਤੁਸੀਂ ਆਪਣੇ ਇਹਦੇ ਵਿੱਚ ਡਾਲ ਸਕੋ। ਪ੍ਰਿਟਿਕ ਸਾਹਿਬ ਤੁਸੀਂ ਦੱਸੋਗੇ ਕਿ ਸਾਡੇ ਫਿਊਚਰ ਪਲਾਨ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਇਹਦਾ? ਮੈਨੂੰ ਲੱਗਦਾ ਜੀ ਗਵਰਨਮੈਂਟ ਤਾਂ ਆਪਣਾ ਰਿਸਪੌਂਸਿਬਿਲਿਟੀ ਸਾਰੀ ਪੂਰੀ ਕਰ ਰਹੀ ਹੈ। ਇੱਕ ਚੀਜ਼ ਜਿਹੜੀ ਇਗਨੋਰ ਹੋ ਜਾਂਦੀ ਹੈ ਇਸ ਵੇਲੇ ਉਹ ਮੈਂਟਲ ਹੈਲਥ ਹੁੰਦੀ ਹੈ ਬੰਦਿਆਂ ਦੀ। ਡਿਪਰੈਸ਼ਨ 'ਚ ਜਾ ਸਕਦਾ ਬੰਦਾ, ਘਰੇ ਰਹਿ ਕੇ ਪਰੇਸ਼ਾਨ ਹੋ ਸਕਦਾ ਹੈ। ਤਾਂ ਇਕਨੋਮਿਕਲੀ ਤਾਂ ਸਾਰੇ ਉਸ ਚੀਜ਼ ਨੂੰ ਫੋਰਸੀ ਕਰ ਰਹੇ ਨੇ ਕਿ ਅੱਗੇ ਕੀ ਹਾਲਾਤ ਹੋ ਸਕਦੇ ਨੇ, ਬਟ ਮੈਂਟਲ ਵੈਲਨੈਸ ਦਾ ਬੜਾ ਖਿਆਲ ਰੱਖਣਾ ਚਾਹੀਦਾ। ਮੈਂ ਬੜਾ ਅਪਰੀਸ਼ੀਏਟ ਕਰਦਾ ਜਿਵੇਂ ਤੁਸੀਂ ਪ੍ਰੋਜੈਕਟ ਕਰ ਰਹੇ ਹੋ ਸਾਰੇ।
ਇੱਕ ਮੈਂਟਲ ਵੈਲਨੈਸ ਦੇ ਉੱਤੇ ਵੀ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਕੁਝ ਕਰਨਾ ਚਾਹੀਦਾ ਹੈ। ਜਿਹੜੇ ਬੰਦੇ ਘਰ ਬੈਠੇ ਹੋਏ ਨੇ, ਪਰੇਸ਼ਾਨ ਨੇ, ਉਹਨਾਂ ਨੂੰ ਪਰੇਸ਼ਾਨੀ ਤੋਂ ਕਿਵੇਂ ਆਪਾਂ ਹੈਲਪ ਕਰ ਸਕਦੇ ਨੇ ਬਾਹਰ ਆਉਣ ਲਈ, ਤਾਂ ਉਸ ਤਰੀਕੇ ਦਾ ਮੈਨੂੰ ਲੱਗਦਾ ਮੋਟੀਵੇਸ਼ਨਲ ਕੋਈ ਵੀਡੀਓ ਵਿਖਾਣੀ ਚਾਹੀਦੀ, ਕੋਈ ਦਾ ਜਿਹੜਾ ਨਾ ਉਹਨਾਂ ਦਾ ਮੋਟੀਵੇਟ ਕੀਤਾ ਜਾਣਾ ਚਾਹੀਦਾ, ਤਾਂ ਕਿ ਉਹ ਘਰ ਬੈਠੇ ਵੀ ਕੋਈ ਯਾਨੀ ਕਿ ਅੱਛੀ ਤੋਂ ਅੱਛੀ ਵਰਕਿੰਗ ਆਪਣੇ ਆਪ ਨੂੰ ਇੰਪਰੂਵ ਕਰ ਸਕਣ, ਕੁਝ ਚੀਜ਼ਾਂ ਸਿੱਖ ਸਕਣ, ਨਾ ਕਿ ਉਹ ਸਟ੍ਰੈਸ ਦੇ ਵਿੱਚ ਆਉਂਦੇ ਆ ਜਾਂ ਕੋਈ ਗਲਤ ਕੋਈ ਸਟੈਪ ਲੈਣ। ਬਿਲਕੁਲ ਜੀ ਪਰਮ ਕਲਾਰਾ ਸਾਹਿਬ, ਅਸੀਂ ਜਾਨਣਾ ਚਾਹਾਂਗੇ ਕਿ ਤੁਸੀਂ अगर मैं बोल सका तो जयपुर हब ने एक बहुत अच्छा इनिशिएटिव लिया सी। जयपुर हब ने सारे ग्लोबल शेपर्स वास्ते घरे गेमिंग सैशन ऑर्गेनाइज किया सी। हुण सारियां गेम्स है जिवें लूडो है, चैस है, इवन तंबोला है, वो सारियां गेम्स ऑनलाइन अवेलेबल है, ऐप्स ते अवेलेबल है। जयपुर हब ने ऑर्गेनाइज किया सी ते बहुत वधिया रहा सी। पूरा एक दिन सवेर तो लैके शाम तक सारे ग्लोबल शेपर्स ने आई थिंक गेम्स खेलियां सी ते इदां दे सैशनस आई थिंक अगर होण तां बहुत वधिया। ਤੇ ਬੜੇ ਦਿਲਚਸਪ ਸੈਸ਼ਨ ਹੈਗੇ ਨੇ ਜਿਹੜੇ ਤੁਸੀਂ ਦੱਸ ਰਹੇ ਹੋ, ਪਰ ਇਹਦਾ ਸ਼ਾਇਦ ਮੈਂ ਹਿੱਸਾ ਨਹੀਂ ਬਣ ਸਕਿਆ, ਤੇ ਮੈਂ ਤਾਂ ਲੱਭਦਾ ਹਾਂ ਜੀ। ਤੁਹਾਨੂੰ ਗੇਮਿੰਗ ਸੈਸ਼ਨਸ ਦੇ ਦੱਸਦੇ, ਅਸੀਂ ਗੂਗਲ ਡਿਵੈਲਪਰਸ ਦੇ ਨਾਲ ਸਾਡੇ ਮੈਨੇਜਰ ਹੈਗੇ ਨੇ ਜੀ, ਸ਼ਾਇਦ ਫਿਲਪਾਈਨ ਦੇ ਨੇ, ਤੇ ਉਹਨਾਂ ਦਾ ਤੁਹਾਨੂੰ ਦੱਸੀ ਕਿ ਉਹ ਸਾਡੇ ਨਾਲ ਅਕਸਰ ਟ੍ਰਿਵੀਆ ਨਾਈਟ ਜਿਹੜੀ ਹੈਗੀ ਨਾ ਉਹ ਆਰਗੇਨਾਈਜ਼ ਕਰਦੇ ਨੇ। ਕੱਲ੍ਹ ਅਸੀਂ ਟ੍ਰਿਵੀਆ ਨਾਈਟ ਅਸੀਂ ਗੇਮ ਪਲੇ ਕਰ ਰਹੇ ਸੀ ਇੱਕ ਹੋਪ ਤੇ ਬੜਾ ਮਜ਼ਾ ਆਉਂਦਾ ਜੀ। ਘਰ ਬੈਠੇ ਆ, ਯਾਨੀ ਕਿ ਅਸੀਂ ਸਾਰੇ DSC ਨੀਡ ਜਿਹੜੇ ਹੈਗੇ ਨਾ, ਇੱਕ ਦੂਜੇ ਨਾਲ ਅਸੀਂ ਡਿਸਕਸ਼ਨ ਵੀ ਕਰ ਲਈਦੀ ਹੈ, ਗੇਮਾਂ ਵੀ ਖੇਡ ਲਈਦੀਆਂ ਨੇ, ਅੱਜ ਖੇਡ ਕੇ ਟਾਈਮ ਗੁਜ਼ਰ ਰਿਹਾ ਤੇ ਬੜਾ ਅੱਛਾ ਜੀ ਪੁਆਇੰਟ ਹੈਗਾ। ਤੇ ਅਸੀਂ ਜਾਂਦੇ ਥੋੜਾ ਜਿਹਾ ਕੋਈ ਸਮਰਾਈਜ਼ ਅਸੀਂ ਕਰੀਏ ਇਹਨੂੰ, ਤੇ ਮੈਂ ਚਾਹਾਂਗਾ ਜੀ ਪ੍ਰਿਟਿਕ ਸਾਹਿਬ ਕਿ ਤੁਸੀਂ ਕੁਝ ਆਪਣੇ ਪੁਆਇੰਟਸ ਦਿਓ ਕਿ ਜਿਹਦੇ ਵਿੱਚ ਸਾਡੇ ਸਮਰਾਈਜ਼ ਪੁਆਇੰਟਸ ਜਿਹਨਾਂ ਨੂੰ ਕਹਿੰਦੇ ਨਾ, ਕਿ ਚਾਹੁੰਦੇ ਹਾਂ ਕੋਈ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੀਏ, ਜਿਹੜੀ ਸਾਡੀ ਆਡੀਅנס ਸਾਨੂੰ ਸੁਣ ਰਹੀ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹਦੇ ਇਸ ਹਾਲਾਤ ਦੇ ਵਿੱਚ? ਜੀ ਮੈਂ ਕਹਿਣਾ ਚਾਹਾਂਗਾ ਕਿ ਕਹਿਣ ਦੀ ਲੋੜ ਨਹੀਂ ਹੈ, ਸਾਰਿਆਂ ਨੂੰ ਪਤਾ ਹੈ ਬੜਾ ਔਖਾ ਜਿਹਾ ਟਾਈਮ ਹੈਗਾ ਹੈ, ਪਰ ਸਾਰਿਆਂ ਨੂੰ ਆਪਣਾ ਮਨ ਥੋੜਾ ਜਿਹਾ ਸਟਰੋਂਗ ਕਰਕੇ ਰੱਖਣਾ ਚਾਹੀਦਾ ਹੈ। ਦੂਜਾ ਟਰਸਟ ਰੱਖਣਾ ਚਾਹੀਦਾ ਕਿ ਚੀਜ਼ਾਂ ਕਦੀ ਕਦੀ ਹੋ ਜਾਂਦੀ ਨਹੀਂ, ਲਾਈਕ ਪਹਿਲੀ ਵਾਰ ਨਹੀਂ ਹੈ ਕਿ ਵਰਲਡ ਇਹੋ ਜਿਹੀ ਸਿਚੁਏਸ਼ਨ ਦੇਖ ਰਿਹਾ। ਇਸ ਤੋਂ ਪਹਿਲਾਂ ਸਪੈਨਿਸ਼ ਫਲੂ ਹੋਇਆ ਸੀ, ਬੰਦੇ ਪਰੇਸ਼ਾਨ ਹੋ ਜਾਂਦੇ ਨੇ ਕਿ ਕਿਵੇਂ ਦੁਨੀਆ ਇਸ ਮੁਸ਼ਕਿਲ ਵਕਤ ਤੋਂ ਬਾਹਰ ਆਊਗੀ। ਮੈਨੂੰ ਲੱਗਦਾ ਹੈ ਸਾਰੀਆਂ ਚੀਜ਼ਾਂ ਨਾਰਮਲ ਹੋਣਗੀਆਂ, ਥੋੜਾ ਜਿਹਾ ਟਾਈਮ ਲੱਗੇਗਾ। ਸਾਰਿਆਂ ਨੂੰ ਥੋੜਾ ਜਿਹਾ ਟਰਸਟ ਜਿਹਾ ਰੱਖਣਾ, ਹੋਰ ਆਪਣੇ ਘਰ ਰਹਿ ਕੇ ਤੁਸੀਂ ਸਭ ਤੋਂ ਵੱਡੀ ਸੇਵਾ ਕਰ ਸਕਦੇ ਹੋ। ਘਰੋਂ ਬਾਹਰ ਨਾ ਜਾ ਕੇ ਸਭ ਤੋਂ ਵੱਡੀ ਸੇਵਾ ਕਰ ਸਕਦੇ ਹੋ। ਮੈਂ ਜਾਣਦਾ ਸਾਡੇ ਕੁਝ ਭਰਾ ਨੇ ਜਿਨ੍ਹਾਂ ਦੀ ਫਾਈਨੈਂਸ਼ੀਅਲ ਪ੍ਰੋਬਲਮਸ ਉਹਨਾਂ ਨੂੰ ਮਜਬੂਰ ਕਰਦੀਆਂ ਨੇ ਕਿ ਘਰੋਂ ਬਾਹਰ ਜਾ ਕੇ ਕੰਮ ਲੱਭਣਾ ਪੈਂਦਾ ਉਹਨਾਂ ਨੂੰ, ਬਟ ਇਹ ਉਹ ਵਕਤ ਨਹੀਂ ਹੈ। ਮੈਨੂੰ ਲੱਗਦਾ ਜਾਨ ਤਾਂ ਜਹਾਂ ਹੈ ਸਾਰਿਆਂ ਦੀ, ਸਭ ਤੋਂ ਪਹਿਲਾਂ ਤੋਂ ਸਾਨੂੰ ਆਪਣੀ ਜਾਨ ਦੀ ਫਿਕਰ ਕਰਨੀ ਹੈ। ਹੋਰ ਨਾਲ ਇਹ ਬੜੀ ਅਜੀਬ ਸੀ ਬਿਮਾਰੀ ਹੈ, ਬੰਦੇ ਨੂੰ ਹੋ ਵੀ ਜਾਂਦੀ ਉਹਨੂੰ ਪਤਾ ਨਹੀਂ ਚੱਲਦੀ, ਔਰ ਨਾਲ ਬੰਦੇ ਨੂੰ ਹੋ ਜਾਂਦੀ ਉਹ ਆਪਣੇ ਕੋਲ ਨਹੀਂ ਰੱਖਦਾ, ਦੂਜਿਆਂ ਨੂੰ ਵੰਡ ਵੀ ਦਿੰਦਾ। ਤਾਂ ਤੁਸੀਂ ਥੋੜੇ ਜਿਹੇ ਸਾਰਿਆਂ ਦਾ ਖਿਆਲ ਰੱਖੋ। ਹੋਰ ਮੈਂ ਰੱਬ ਕੋਲੋਂ ਮੰਗਦਾ ਕਿ ਸਾਰਿਆਂ ਨੂੰ ਸੁਮਤ ਮਿਲੇ, ਸਾਰਿਆਂ ਨੂੰ ਮਨ 'ਚ ਬੜਾ ਜਿਹਾ ਟਰਸਟ ਮਿਲੇ, ਜਿਨ੍ਹਾਂ ਦੇ ਨਾਲ ਉਹ ਸਾਰੇ ਇਸ ਮੁਸ਼ਕਿਲ ਵਕਤ ਤੋਂ ਅੱਗੇ ਪਾਰ ਚਲੇ ਜਾਣ। ਸਾਰੇ ਆਹੀ ਮੈਂ ਕਹਿਣਾ ਚਾਹੁੰਦਾ ਜੀ। ਬਿਲਕੁਲ ਜੀ। ਮੈਂ ਜਾਣਨਾ ਚਾਹਾਂਗਾ ਪਰਮ ਕਲਾਰਾ ਸਾਹਿਬ ਕਿ ਤੁਸੀਂ ਕੁਛ ਇਹਦੇ ਜਿਹੜੇ ਜਾਣੇ ਜਾਂਦੇ ਹੋ, ਤੁਸੀਂ ਆਪਣੇ ਜਿਹੜੇ ਸੁਣਨ ਵਾਲਿਆਂ ਨੂੰ ਕੋਈ ਪੈਗਾਮ ਦਿਓ ਕਿ ਜਿਹੜਾ ਯਾਦ ਰੱਖਣ ਕਿ ਪਰਮ ਕਲਾਰਾ ਸਾਹਿਬ ਨੇ ਜੀ ਸਾਨੂੰ ਪੈਗਾਮ ਦਿੱਤਾ। ਕੋਈ ਚੰਡੀਗੜ੍ਹ ਦੇ ਲੋਕਾਂ ਦਾ ਬੜਾ ਮਸ਼ਹੂਰ ਹੈਗਾ, ਕੋਈ ਸਿੰਗਿੰਗ ਦੇ ਹਵਾਲੇ ਦੇ ਨਾਲ ਚੰਡੀਗੜ੍ਹ ਬੜਾ ਫੇਮਸ ਹੈਗਾ, ਤੇ ਲੋਕ ਚੰਡੀਗੜ੍ਹ ਦੇ ਲੋਕਾਂ ਨੂੰ ਬੜਾ ਕਿ ਐਪਰੀਸ਼ੀਏਟ ਵੀ ਕਰਦੇ ਨੇ, ਔਰ ਇਹਨਾਂ ਨੂੰ ਸਾਡੇ ਕੋਲ ਮੈਸੇजेस ਆ ਰਹੇ ਨੇ, ਲੋਕ ਜਿਹੜੇ ਇਹਨਾਂ ਉਹ ਜਾਣਨਾ ਚਾਹ ਰਹੇ ਨੇ ਕਿ ਜੀ ਪਰਮ ਕਲਾਰਾ ਸਾਹਿਬ ਸਾਨੂੰ ਕੁਛ ਦੱਸਣ। ਕਿ ਅਸੀਂ ਰੀਸੈਂਟਲੀ ਇੱਕ ਮੈਸੇਜ ਮੈਨੂੰ ਰਿਸੀਵ ਹੋਇਆ, ਮੈਂ ਤਾਂ ਡਿਸਕਸ ਕਰ ਰਿਹਾ ਸੀ ਮੈਂ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਬੜੀ ਐਪਰੀਸੀਏਸ਼ਨ ਮਿਲ ਰਹੀ ਹੈ। ਦੱਸੋ ਕੀ ਪੁੱਛਿਆ ਚੰਡੀਗੜ੍ਹ ਤੋਂ? ਮੈਂ ਹੁਣੇ ਦੱਸ ਦਿੰਦਾ ਜੀ। ਉਹ ਇਹੀ ਕਹਿ ਰਹੇ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਜੀ ਪਰਮ ਕਲਾਰਾ ਸਾਹਿਬ ਨੂੰ। ਮੈਂ ਇਹੀ ਕਹਾਂਗਾ ਕਿ ਹੁਣ ਪੰਜਾਬੀ 'ਚ ਗੱਲ ਹੋ ਰਹੀ ਹੈ ਤਾਂ ਸਾਰੇ ਪੰਜਾਬੀ ਇਕੱਠੇ ਹੋਏ ਆ। ਸਾਡੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਹੁਤ ਵਧੀਆ ਗੱਲ ਲਿਖੀ ਗਈ ਹੈ, ਜਿਹੜੀ ਹੈਗੀ ਹੈ ਕਿ ਰੱਬ ਦਾ ਭਾਣਾ ਮੰਨਣ ਵਾਲੀ ਗੱਲ ਹੈ, ਵੀ ਰੱਬ ਦਾ ਭਾਣਾ ਸਮਝ ਕੇ ਹਰ ਟਾਈਮ ਮੰਨਣਾ ਚਾਹੀਦਾ ਬੰਦੇ ਨੂੰ। ਜਿਹੜਾ ਸਮਾਂ ਇਹ ਆਇਆ ਸਾਰਿਆਂ ਤੇ ਆਇਆ, ਸਾਰਿਆਂ ਦੇ ਫਾਈਨੈਂਸਿਸ ਤੇ ਵੀ ਆਇਆ, ਕਿਸੇ ਦੀ ਹੈਲਥ ਤੇ ਜ਼ਿਆਦਾ ਹੈ,
ਫਾਈਨਾਂਸ ਤਾਂ ਸਾਨੂੰ ਤਾਂ ਦਿਖਦਾ ਕਿਉਂਕਿ ਬਹੁਤ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ, ਪਰ ਉਹ ਲੋਕਾਂ ਬਾਰੇ ਸੋਚੋ ਜਿਹੜੇ ਵੈਸੇ ਹੀ ਬਿਮਾਰ ਚੱਲਦੇ, ਜਿਨ੍ਹਾਂ ਨੂੰ ਵੈਸੇ ਹੀ ਕੋਈ ਨਾ ਕੋਈ ਰੋਗ ਲੱਗਿਆ, ਵੈਸੇ ਹੀ ਕੋਈ ਬਿਮਾਰੀ ਲੱਗੀ ਹੈ ਤੇ ਉਹਨਾਂ ਨੂੰ ਘਰੇ ਬੈਠਣਾ ਪੈ ਰਿਹਾ। ਤੇ ਮੈਂ ਤਾਂ ਇਹੀ ਸਲਾਹ ਦੇਵਾਂਗਾ ਕਿ ਰੱਬ ਦਾ ਭਾਣਾ ਮੰਨ ਕੇ ਇਹਨੂੰ ਅੰਦਰ ਬੈਠ ਕੇ ਇਹ ਦਿਨ ਕੱਟ ਲਏ ਜਾਣ, ਸਾਰਿਆਂ ਵਾਸਤੇ ਵਧੀਆ ਰਹੇਗਾ। ਅਸੀਂ ਆਪਣੇ ਆਪ ਨੂੰ ਵੀ ਸੇਫ ਰੱਖ ਸਕਦੇ ਹਾਂ, ਦੂਜਿਆਂ ਨੂੰ ਵੀ ਸੇਫ ਰੱਖ ਸਕਦੇ ਹਾਂ ਤੇ ਚੜ੍ਹਦੀ ਕਲਾ 'ਚ ਰਹੀਏ। ਚੜ੍ਹਦੀ ਕਲਾ ਸ਼ਬਦ ਕਹਿੰਦੇ ਨੇ ਸਾਡੇ ਸਿੱਖਾਂ 'ਚ, ਚੜ੍ਹਦੀ ਕਲਾ 'ਚ ਰਹਿਣ ਦਾ ਸਾਨੂੰ ਇੱਕ ਗੁੜਤੀ ਮਿਲੀ ਹੈ ਸਾਡੇ ਗੁਰੂਆਂ ਵੱਲੋਂ। ਉਹਦਾ ਮਤਲਬ ਇਹ ਹੈ ਕਿ ਚੜ੍ਹਦੀ ਕਲਾ ਹਮੇਸ਼ਾ ਪੋਜ਼ਿਟਿਵ, ਸਾਡਾ ਜਿਹੜਾ ਗ੍ਰਾਫ ਹੈ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ। ਹਮੇਸ਼ਾ ਆਪਾਂ ਪੋਜ਼ਿਟਿਵਿਟੀ ਦੀ ਫੀਲਿੰਗ ਲੈ ਕੇ ਰਹੀਏ। ਉਹਦੇ ਨਾਲ ਮੈਨੂੰ ਲੱਗਦਾ ਹਰ ਔਖੇ ਆਈ, ਬਹੁਤ ਔਖਾ ਟਾਈਮ ਦੇਖਿਆ ਮਨੁੱਖਤਾ ਨੇ, ਅੱਜ ਕੋਈ ਪਹਿਲੀ ਵਾਰੀ ਇਹ ਚੀਜ਼ਾਂ ਨਹੀਂ ਹੋਣ ਲੱਗੀਆਂ। ਸਿਰਫ ਇਹ ਆ ਵੀ ਸਾਡੀ ਜਨਰੇਸ਼ਨ ਨੇ ਜਾਂ ਸਾਡੇ ਮਾਪਿਓ ਦੀ ਜਨਰੇਸ਼ਨ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਤਾਂ ਸਾਨੂੰ ਥੋੜਾ ਔਖਾ ਜ਼ਿਆਦਾ ਲੱਗ ਰਿਹਾ। ਪਰ ਮੈਨੂੰ ਲੱਗਦਾ ਅਗਰ ਆਪਾਂ ਪੋਜ਼ਿਟਿਵ ਰਹਿ ਕੇ ਚੜ੍ਹਦੀ ਕਲਾ 'ਚ ਰਹਿ ਕੇ ਗੱਲ ਕਰੀਏ ਤਾਂ ਸਾਰਾ ਕੁਝ ਨਿਕਲ ਜਾਏਗਾ ਐਂਡ ਸਾਰਾ ਕੁਝ ਬਹੁਤ ਵਧੀਆ। ਸਹੀ ਜੀ। ਅਸੀਂ ਸਾਡੀ ਆਡੀਅנס ਨੂੰ ਅਸੀਂ ਦੱਸਣਾ ਚਾਹਾਂਗੇ ਕਿ ਉਹ ਅਗਰ ਕੋਈ ਆਪਣੇ ਸਵਾਲਾਤ ਹੈਗੇ ਨੇ ਤੇ ਉਹ ਸਾਡੇ ਨਾਲ ਲਾਜ਼ਮੀ ਸ਼ੇਅਰ ਕਰਨ। ਅਸੀਂ ਫੈਸਲਾਬਾਦ ਹੱਬ ਦੇ ਅੰਦਰ ਰਹਿੰਦੇ ਹੋਏ ਹਾਂ ਔਰ ਚੰਡੀਗੜ੍ਹ ਤੋਂ ਔਰ ਸਾਡੇ ਨਾਲ ਇੰਡੋਰ ਹੱਬ ਤੋਂ ਸਾਡੇ ਨਾਲ ਅੱਜ ਦੇ ਮਹਿਮਾਨ। ਅਸੀਂ ਬਹੁਤ ਸਾਰੇ ਪੁਆਇੰਟਸ ਡਿਸਕਸ ਕੀਤੇ। ਅਗਰ ਕੋਈ ਪੁਆਇੰਟ ਇਹੋ ਜਿਹਾ ਹੋਵੇ ਜਿਹੜਾ ਅਸੀਂ ਨਾ ਡਿਸਕਸ ਕਰ ਸਕੇ ਹੋਈਏ ਤੇ ਉਹਨੂੰ ਲਾਜ਼ਮੀ ਸਾਡੇ ਨਾਲ ਸ਼ੇਅਰ ਕਰ ਸਕਦੇ। ਅਸੀਂ ਲਾਜ਼ਮੀ ਇਸ ਚੀਜ਼ ਨੂੰ ਡਿਸਕਸ ਕਰ ਸਕੀਏ, ਅਸੀਂ ਆਪਣੇ ਭਰਾਵਾਂ ਦੇ ਨਾਲ ਇਹਨੂੰ ਸ਼ੇਅਰ ਕਰ ਸਕੀਏ। ਲੇਕਿਨ ਮੈਂ ਅੱਜ ਦੇਖਿਆ ਜੀ ਕਿ ਅਸੀਂ ਜਿੰਨਾ ਦੂਰ ਹੈਗੇ, ਪਾਕਿਸਤਾਨ ਔਰ ਇੰਡੀਆ ਅਗਰ ਬਹੁਤ ਦੂਰ ਹੈਗਾ, ਲੇਕਿਨ ਇਹ ਕਿ ਸਾਡੇ ਭਰਾ ਜਿਹੜੇ ਨੇ ਇਹਨਾਂ ਦਾ ਰਿਸ਼ਤਾ ਸਾਡੇ ਨਾਲ ਬੜਾ ਗੂੜਾ ਹੈਗਾ ਜੀ। ਇਸ ਚੀਜ਼ ਨੂੰ ਸਬੂਤ ਹੈਗਾ ਕਿ ਇਹ ਚੀਜ਼ ਜਿਹੜੀ ਹੈਗੀ ਨਾ, ਅਸੀਂ ਆਪਸ ਵਿੱਚ ਆਪਣੇ ਆਈਡੀਆਜ਼ ਸ਼ੇਅਰ ਕਰ ਰਹੇ ਹਾਂ, ਅਸੀਂ ਆਪਣੇ ਪਲਾਨਸ ਸ਼ੇਅਰ ਕਰ ਰਹੇ ਹਾਂ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਇਹੀ ਅੱਗੇ ਲੈ ਕੇ ਜਾਣ ਵਾਲੀਆਂ ਨੇ ਕਿ ਜਿੰਨੇ ਵੀ ਸਾਡੇ ਇਹੋ ਜਿਹੇ ਮਕਸਦ ਔਰ ਸਾਡੇ ਅਗਰ ਸਾਡਾ ਇਹ ਜਿਹੜਾ ਕਰੋਨਾ ਦਾ ਪੀਰੀਅਡ ਜਿਹੜਾ ਚੱਲ ਰਿਹਾ ਇਹਦੇ 'ਚ ਅਸੀਂ ਸਾਰੇ ਇੱਕ ਹੋ ਕੇ ਅਸੀਂ ਇਹਦੇ ਖਿਲਾਫ ਲੜੀਏ ਔਰ ਸਾਡਾ ਜਿਹੜਾ ਮਕਸਦ ਹੈਗਾ ਇਹ ਪੂਰਾ ਹੋ ਸਕੇ। ਔਰ ਮੈਂ ਇਸ ਚੀਜ਼ ਦਾ ਬੜਾ ਐਪਰੀਸ਼ੀਏਟ ਕਰਨਾ ਕਿ ਪਰਮ ਕਲਾਰਾ ਸਾਹਿਬ ਔਰ ਪ੍ਰਿਟਿਕ ਸਾਹਿਬ ਤੁਸੀਂ ਆਪਣਾ ਸਾਨੂੰ ਟਾਈਮ ਦਿੱਤਾ ਇਸ ਚੀਜ਼ ਦੇ ਵਿੱਚ। ਇਹ ਜਿਹੜਾ ਕ੍ਰਿਟੀਕਲ ਟਾਈਮ ਹੈਗਾ ਇਹਦੇ ਵਿੱਚ ਸਾਡੇ ਲੋਕਾਂ ਨੂੰ ਇਸ ਚੀਜ਼ ਦੀ ਬੜੀ ਜ਼ਰੂਰਤ ਹੈਗੀ ਹੈ ਕਿ ਅਸੀਂ ਉਹਨਾਂ ਨੂੰ ਟਾਈਮ ਦਈਏ ਔਰ ਉਹਨਾਂ ਨੂੰ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਦੱਸ ਸਕੀਏ। ਜਿਸ ਤਰ੍ਹਾਂ ਅਸੀਂ ਅੱਜ ਪੰਜਾਬੀ ਦੇ ਵਿੱਚ ਸੈਸ਼ਨ ਕੀਤਾ, ਬਹੁਤ ਸਾਰੇ ਲੋਕ ਐਸੇ ਹੈਗੇ ਨੇ ਕਿ ਜਿਹੜੇ ਯਾਨੀ ਕਿ ਉਹਨਾਂ ਨੂੰ ਸਮਝ ਵਿੱਚ ਨਹੀਂ ਸੀ ਹੈਗੀ ਇਹ ਚੀਜ਼ ਔਰ ਉਹਨਾਂ ਨੂੰ ਅੱਜ ਬਹੁਤ ਚੀਜ਼ਾਂ ਕਲੀਅਰ ਹੋਈਆਂ ਔਰ ਉਹਨਾਂ ਨੂੰ ਅੱਛੇ ਤਰੀਕੇ ਨਾਲ ਸਮਝ ਸਕੇ ਕਿ ਕਰੋਨਾ ਕੀ ਚੀਜ਼ ਹੈਗੀ ਔਰ ਉਹਨਾਂ ਦੇ ਅਸਰਾਤ ਕੀ ਹੈਗੇ ਨੇ, ਅਸੀਂ ਕਿਸ ਤਰ੍ਹਾਂ ਬਚਣਾ ਹੈਗਾ। ਔਰ ਅਸੀਂ ਯਾਨੀ ਕਿ ਇਹਨਾਂ ਚੀਜ਼ਾਂ ਨੂੰ ਜਿਹੜੇ ਸਾਡੇ ਨਾਲ ਭਰਾ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਅਸੀਂ ਇਹਨਾਂ ਨੂੰ ਅਪਣਾਉਣਾ ਵੇ। ਤੇ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਆਡੀਅנס ਹੈਗੀ ਹੈ ਉਹ ਇਸ ਚੀਜ਼ ਨੂੰ ਜ਼ਰੂਰ ਅਪਣਾਏਗੀ ਔਰ ਕਰੋਨਾ ਤੋਂ ਬਚਣ ਵਾਸਤੇ ਯਕਜਾ ਹੋ ਕੇ ਇਹਦੇ ਖਿਲਾਫ ਜਿਹੜਾ ਲੜੇਗੀ ਔਰ ਕਰੋਨਾ ਤੋਂ ਜ਼ਰੂਰ ਸਾਨੂੰ ਇਨਸ਼ਾਅੱਲਾ ਨਜਾਤ ਮਿਲਣ ਵਾਲੀ ਹੈ। ਸਾਡਾ ਰੱਬ ਇਸ ਚੀਜ਼ ਨੂੰ ਸਾਡਾ ਰੱਬ ਗਵਾਹ ਹੈਗਾ ਕਿ ਅਸੀਂ ਇਹਨਾਂ ਦੇ ਖਿਲਾਫ ਕਰੋਨਾ ਦੇ ਖਿਲਾਫ ਫੁੱਲ ਆਪਣੀ ਮਿਹਨਤ ਆਪਣੀ ਤਗੜੋ ਜਿਹੜੀ ਕਰ ਰਹੇ ਹਾਂ। ਅਸੀਂ ਆਪਣੀ ਆਵਾਮ ਨੂੰ ਸਪੋਰਟ ਕਰਦੇ ਹੋਏ ਹਾਂ ਇਹਨਾਂ ਨੂੰ ਬੜਾ। ਹੋਰ ਚੀਜ਼ ਤੁਸੀਂ ਅਸੀਂ ਕੋਈ ਸ਼ੇਅਰ ਕਰ ਸਕੀਏ ਕੋਈ ਆਪਣੀ ਆਡੀਅנס ਨੂੰ ਤੇ ਜ਼ਰੂਰ। ਮੈਂ ਜਾਣ ਤੋਂ ਪਹਿਲਾਂ ਇੱਕ ਦੋ ਲਾਈਨਾਂ ਸ਼ੇਅਰ ਕਰਨਾ ਚਾਹੁੰਦਾ। ਮੈਂ ਕਹਿਣਾ ਚਾਹੁੰਦਾ मैं पढ़ी सी किथे और मैं सामने अपने रखी हुई मैं पढ़ के ਤੁਹਾਨੂੰ ਦੱਸਣਾ ਚਾਹੁੰਦਾ। मैं खुद ज़मीं हूँ मगर ज़र्फ़ आसमां का है। बड़ा मुश्किल जिहा वक्त है सारिਆਂ ਲਈ ਤਾਂ ਇਸ ਕਰਕੇ मैं शेयर कर रहा मैं खुद ज़मीं हूँ मगर ज़र्फ़ आसमां का है कि टूट कर भी हौसला मेरा चट्टां का है। असां इस प्रॉब्लम तो टूट नहीं सकते। ਅਸੀਂ ਸਾਰੇ ਚਟਾਨ ਜਿਹੇ ਨੇ ਸਾਰੇ ਭਰਾ ਜਿਹੜੇ ਸਾਰੇ ਬੈਠੇ ਨੇ ਤਾਂ ਮੁਸ਼ਕਿਲ ਵਕਤ ਸਾਰਿਆਂ ਨੂੰ ਆਉਂਦਾ ਹੈ। ਇਹ ਮੁਸ਼ਕਿਲ ਵਕਤ ਹੈਗਾ ਜਿਵੇਂ ਇੱਥੇ ਸਾਰਿਆਂ ਨੂੰ ਇਕੱਠਾ ਹੋ ਕੇ ਇੱਕ ਨਾਲ ਹੋ ਕੇ ਏਕਾ ਕਰਨਾ ਹੈ। ਅਸੀਂ ਸਾਰੇ ਚਟਾਨ ਜਿਹੇ ਨੇ। ਆਮ ਸ਼ੋਰ ਅਸੀਂ ਸਾਰੇ ਇਸ ਮੁਸ਼ਕਿਲ ਵਕਤ ਤੋਂ ਸਾਰੇ ਨਿਕਲ ਜਾਣਗੇ। ਬਿਲਕੁਲ ਜੀ, ਇਨਸ਼ਾਅੱਲਾ ਸਾਡਾ ਰੱਬ ਇਨਸ਼ਾਅੱਲਾ ਜ਼ਰੂਰ ਇਹਨੂੰ ਕੱਢੇਗਾ ਇਸ ਸਿਚੁਏਸ਼ਨ ਤੋਂ। ਅਸੀਂ ਬੜੀ ਜਲਦ ਇਨਸ਼ਾਅੱਲਾ ਬਾਹਰ ਆਉਣ ਵਾਲੇ। ਲੇਕਿਨ ਇਹ ਹੈ ਕਿ ਸਾਡੀ ਇੰਡਸਟਰੀ ਔਰ ਸਾਡੇ ਜਿੰਨੇ ਵੀ ਯਾਨੀ ਕਿ ਇਹਦੇ ਕਰੋਨਾ ਦੀ ਵਜ੍ਹਾ ਤੋਂ ਅਸਰਾਤ ਹੈਗੇ ਨੇ ਇਹਨਾਂ ਨੂੰ ਕੁਛ ਟਾਈਮ ਲੱਗੇਗਾ ਸਹੀ ਹੁੰਦਿਆਂ ਯਕਜਾ ਯਾਨੀ ਕਿ ਹੋ ਕੇ ਅਸੀਂ ਇਹਨੂੰ ਸਪੋਰਟ ਕਰਦੇ ਪਏ ਹਾਂ ਤੇ ਜ਼ਰੂਰ ਇਹ ਜਲਦੀ ਸਹੀ ਹੋ ਜਾਣਗੇ ਜਿਵੇਂ ਅਸੀਂ ਸਿਚੁਏਸ਼ਨ ਤੋਂ ਬਾਹਰ ਆਏ। ਹੋਰ ਜੀ ਅੱਜ ਅਸੀਂ ਜਾਂਦੇ ਹੋਇਆ ਅਸੀਂ ਆਪਣੇ ਮਹਿਮਾਨਾਂ ਦਾ ਬੜਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਡੇ ਨਾਲ
ਤੁਸੀਂ ਟਾਈਮ ਦਿੱਤਾ ਔਰ ਅਸੀਂ ਤੁਹਾਨੂੰ ਆਪਣਾ ਆਈਡੀਆਜ਼ ਜਿਹੜੇ ਸ਼ੇਅਰ ਕਰ ਸਕੇ ਔਰ ਇਹ ਚੀਜ਼ਾਂ ਜਿਹੜੀਆਂ ਸਾਨੂੰ ਅੱਗੇ ਲੈ ਕੇ ਜਾਣਗੀਆਂ ਇਨਸ਼ਾਅੱਲਾ ਅਸੀਂ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਸਾਡੀ ਆਡੀਅנס ਇਸ ਚੀਜ਼ ਦੇ ਬਾਰੇ ਗਵਾਹ ਹੈਗੀ ਹੈ ਕਿ ਅਸੀਂ ਬਹੁਤ ਚੀਜ਼ਾਂ ਨੂੰ ਯਾਨੀ ਕਿ ਡਿਸਕਸ ਕਰ ਚੁੱਕੇ ਔਰ ਬਹੁਤ ਅੱਗੇ ਨੈਕਸਟ ਵੀ ਡਿਸਕਸ ਕਰਾਂਗੇ ਕੋਈ ਹੋਰ ਵੀ ਆਪਣੇ ਪੈਗਾਮਾਂ ਤੋਂ ਜ਼ਰੂਰ ਸ਼ੇਅਰ ਕਰਨ ਬਹੁਤ ਸ਼ੁਕਰੀਆ ਜੀ परम कलारा साहब और प्रटिक साहब जी 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 थैंक यू जी थैंक यू सो मच बहुत मजा आया शुक्रिया सर ओके जी अल्लाह हाफिज़